ਟੈਰੀਡੋਫਾਈਟਸ ਦੇ ਵਿੱਚ ਹੋਸਟੇਲਸ ਤੇ ਫੰਡਸ ਹੁੰਦੇ ਨੇ। ਟੈਰੀਡੋਫਾਈਟਸ ਜਿਹੜੇ ਮੈਡੀਸਿਨਲ ਪਰਪਸਿਸ ਦੇ ਲਈ ਤੇ ਸੋਇਲ ਪੈਂਡਸ ਉਹਨਾਂ ਨੂੰ ਯੂਜ਼ ਕਰਿਆ ਜਾਂਦਾ ਹੈਗਾ, ਤੇ ਇਹਨਾਂ ਨੂੰ ornamentals ਦੇ ਤੌਰ ਤੇ ਵੀ ਗਰੋ ਕੀਤਾ ਜਾਂਦਾ ਹੈਗਾ। ਇਹ ਫਸਟ ਟੈਰੇਸਟਰੀਅਲ ਪਲਾਂਟਸ ਸੀਗੇ ਤੇ ਫਸਟ ਵੈਸਕੂਲਰ ਪਲਾਂਟਸ ਵੀ ਟੈਰੀਡੋਫਾਈਟਸ ਸੀਗੇ, ਠੀਕ ਹੈ। ਤੇ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਆਪਾਂ ਨੂੰ ਵੈਸਕੂਲਰ ਟਿਸ਼ੂ ਸੈਲਮ ਤੇ ਫਲੋਐਮ ਦੇਖਣ ਨੂੰ ਮਿਲਦੇ ਨੇ। ਸੈਲਮ ਦੇ ਕੰਪੋਨੈਂਟਸ ਸਿਰਫ ਟ੍ਰੈਕੀਡਸ ਹੀ ਦੇਖਣ ਨੂੰ ਮਿਲਦਾ, ਤੇ ਫਲੋਐਮ ਦੇ ਕੰਪੋਨੈਂਟਸ ਫਲੋਐਮ ਪੈਰੇਨਕਾਈਮਾ ਤੇ ਫਲੋਐਮ ਫਾਈਬਰਸ ਤਾਂ ਹੈ ਹੀ ਨਹੀਂ, ਹੈ ਨਾ। ਤੇ ਸੀਵ ਟਿਊਬਸ ਦੀ ਜਗ੍ਹਾ 'ਤੇ ਇਹਨਾਂ ਦੇ ਕੋਲ ਸੀਵ ਸੈਲਸ ਹੁੰਦੇ ਨੇ, ਐਂਡ ਕੰਪੈਨੀਅਨ ਸੈਲਸ ਦੀ ਜਗ੍ਹਾ 'ਤੇ ਇਹਨਾਂ ਦੇ ਕੋਲ ਐਲਬੂਮਿਨਸ ਸੈਲਸ ਹੁੰਦੇ ਨੇ, ਠੀਕ ਆ। ਜਿਹੜੇ ਟੈਰੀਡੋਫਾਈਟਸ ਨੇ ਉਹ ਕੀ ਆ, ਕੂਲ ਡੈਮ ਤੇ ਸ਼ੇਡੀ ਪਲੇਸਿਸ ਦੇ ਵਿੱਚ ਗਰੋ ਕਰਦੇ ਨੇ, ਤੇ ਕੁਝ ਜਿਹੜੇ ਆ ਸੈਂਡੀ ਸੋਇਲ ਕੰਡੀਸ਼ਨ ਦੇ ਵਿੱਚ ਵੈਲ ਫਲਰਿਸ਼ ਕਰ ਜਾਂਦੇ ਨੇ, ਬਟ ਮੋਸਟ ਆਫ ਦੈਮ ਕੂਲ ਡੈਮ ਤੇ ਸ਼ੇਡੀ ਪਲੇਸਿਸ ਦੇ ਵਿੱਚ ਹੀ ਗਰੋ ਕਰਦੇ ਨੇ। ਆਪਾਂ ਨੂੰ ਪਤਾ ਜਿਹੜੇ ਬ੍ਰਾਇਓਫਾਈਟਸ ਸੀਗੇ ਉਹਨਾਂ ਦੇ ਵਿੱਚ ਡੋਮੀਨੈਂਟ ਫੇਸ ਕਿਹੜਾ ਸੀਗਾ, ਗੈਮੇਟੋਫਾਈਟਿਕ ਪਲਾਂਟ ਬੋਡੀ ਇਹਨਾਂ ਦੇ ਵਿੱਚ ਡੋਮੀਨੈਂਟ ਫੇਸ ਸੀਗਾ। ਬਟ ਟੈਰੀਡੋਫਾਈਟਸ ਦੇ ਵਿੱਚ ਜਿਹੜੀ ਮੇਨ ਪਲਾਂਟ ਬੋਡੀ ਮਤਲਬ ਜਿਹੜਾ ਡੋਮੀਨੈਂਟ ਫੇਸ ਆ ਉਹ ਕੀ ਹੈਗਾ, ਸਪੋਰੋਫਾਈਟ ਆ, ਐਂਡ ਉਹ ਕੀ ਆ, ਵੈਲ ਡਿਫਰੈਂਸ਼ੀਏਟਡ ਆ ਟਰੂ ਰੂਟਸ ਸਟੈਮ ਤੇ ਲੀਵਸ ਦੇ ਵਿੱਚ। ਮਤਲਬ ਇਹ ਕਿ ਏਥੈਲੋਫਾਈਟ ਆ ਨੇ, ਕਿਉਂਕਿ ਇਹਨਾਂ ਦੇ ਕੋਲ ਟਰੂ ਰੂਟਸ ਸਟੈਮ ਤੇ ਲੀਵਸ ਨੇ। ਤੇ ਜਿਹੜੇ ਔਰਗਨਸ ਨੇ ਉਹਨਾਂ ਦੇ ਕੋਲ ਵੀ ਵੈਲ ਡਿਫਰੈਂਸ਼ੀਏਟਡ ਵੈਸਕੂਲਰ ਟਿਸ਼ੂਜ਼ ਪ੍ਰੈਜ਼ੈਂਟ ਹੁੰਦੇ ਨੇ। ਇਹ ਇਹਨਾਂ ਦੇ ਕੋਲ ਜਿਹੜੇ ਟੈਰੀਡੋਫਾਈਟਸ ਹੁੰਦੇ ਨੇ ਉਹਨਾਂ ਦੇ ਕੋਲ ਕੁਝ ਦੇ ਕੋਲ ਛੋਟੇ ਲੀਵਸ ਹੁੰਦੇ ਨੇ ਜਿਹਨਾਂ ਨੂੰ ਕਿ ਮਾਈਕਰੋਫਿਲਸ ਕਿਹਾ ਜਾਂਦਾ, ਜਿੱਦਾਂ ਕਿ ਸੈਲਾਜੀਨਲ ਦੇ ਕੋਲ ਹੋ ਗਿਆ, ਤੇ ਕੁਝ ਦੇ ਕੋਲ ਲਾਰਜ ਲੀਵਸ ਹੁੰਦੇ ਨੇ ਜਿਹਨਾਂ ਨੂੰ ਕਿ ਮੈਕਰੋਫਿਲਸ ਕਿਹਾ ਜਾਂਦਾ ਕੰਮ, ਜਿਵੇਂ ਕਿ ਫੰਡਸ ਦੇ ਵਿੱਚ, ਠੀਕ ਹੈ। ਜਿਹੜੇ ਸਪੋਰੋਫਾਈਟਸ ਹੁੰਦੇ ਨੇ ਉਹਨਾਂ ਦੇ ਕੀ ਆ, ਉਹਨਾਂ ਦੇ ਕੋਲ ਲੀਫ ਲਾਈਕ ਅਪੈਂਡੇਜਸ ਹੁੰਦੇ ਨੇ, ਤੇ ਲੀਫ ਲਾਈਕ ਅਪੈਂਡੇਜਸ ਨੂੰ ਕੀ ਕਿਹਾ ਜਾਂਦਾ, ਸਪੋਰੋਫਿਲਸ। ਤੇ ਸਪੋਰੋਫਿਲਸ ਦੇ ਉੱਪਰ ਕੀ ਹੁੰਦੇ ਨੇ, ਸਪੋਰੈਂਜੀਆ ਹੁੰਦੇ ਨੇ। ਲਾਈਕ ਦਿਸ ਇਜ਼ ਦ ਲੀਫ ਲਾਈਕ ਅਪੈਂਡੇਜ ਸਪੋਰੋਫਿਲ, ਤੇ ਇਹਦੇ ਉੱਪਰ ਕੀ ਆ, ਸਪੋਰੈਂਜੀਆ ਪ੍ਰੈਜ਼ੈਂਟ ਹੋਣਗੇ। ਸਪੋਰੈਂਜੀਆ ਦੇ ਵਿੱਚ ਕੀ ਪ੍ਰੈਜ਼ੈਂਟ ਹੋਣਗੇ, ਸਪੋਰ ਮਦਰ ਸੈਲ, ਤੇ ਸਪੋਰ ਮਦਰ ਸੈਲ ਕੀ ਹੈ, ਮਿਓਸਿਸ ਕਰਕੇ ਕੀ ਬਣਾਉਣਗੇ, ਸਪੋਰਸ ਬਣਾਉਣਗੇ, ਤੇ ਸਪੋਰਸ ਫਿਰ ਅੱਗੇ ਡਿਸਪਰਸ ਕਰ ਜਾਣਗੇ। ਡਿਸਪਰਸ ਕਰਕੇ ਉਹ ਕੀ ਆ, ਸੋਇਲ ਦੇ ਉੱਪਰ ਇੱਕ ਇਨਕੌਨਸਪੀਸ਼ੀਅਸ ਗ੍ਰੀਨ ਮਲਟੀ ਸੈਲੂਲਰ ਫੋਟੋਸਿੰਥੈਟਿਕ ਬੋਡੀ ਨੂੰ ਜਨਮ ਦੇਣਗੇ, ਜਿਹਨੂੰ ਕਿ ਆਪਾਂ ਗੈਮੇਟੋਫਾਈਟ ਕਹਿੰਦੇ ਹਾਂ। ਤੇ ਗੈਮੇਟੋਫਾਈਟ ਕੀ ਆ, ਸੈਕਸ ਆਰਗਨਸ ਗੈਮੀਟਸ ਬਣਾਊਗਾ, ਓਕੇ। ਹਾਂ, ਲੀਫ ਲਾਈਕ ਅਪੈਂਡੇਜ ਸਪੋਰੋਫਿਲ ਦੇ ਉੱਪਰ ਸਪੋਰੈਂਜੀਆ ਪ੍ਰੈਜ਼ੈਂਟ ਨੇ। ਸਮ ਕੇਸਿਸ ਦੇ ਜਿਹੜੇ ਸਪੋਰੋਫਿਲਸ ਹੁੰਦੇ ਨੇ ਉਹ ਕੀ ਆ, ਡਿਸਟਿੰਕਟ ਕੰਪੈਕਟ ਸਟਰਕਚਰਸ ਬਣਾ ਲੈਂਦੇ ਨੇ, ਜਿਹਨਾਂ ਕਿ ਸਟ੍ਰੋਬਲਾਈ ਕੋਨਸ ਕਹਿੰਦਾ। ਮਤਲਬ ਕਿ ਆਹ ਐਕਸਿਸ ਸੀਗੀ ਤੇ ਇਹਦੇ ਉੱਪਰ ਕਾਫੀ ਸਾਰੇ ਸਪੋਰੋਫਿਲਸ ਹੋ ਗਏ ਜਿਹਨਾਂ ਦੇ ਉੱਪਰ ਸਪੋਰੈਂਜੀਆ ਪ੍ਰੈਜ਼ੈਂਟ ਨੇ। ਇੱਦਾਂ ਕਾਫੀ ਸਾਰੇ ਸਪੋਰੋਫਿਲਸ ਅਰੇਂਜ ਹੋ ਕੇ ਇੱਕ ਕੰਪੈਕਟ ਸਟਰਕਚਰ ਬਣਾ ਲੈਂਦੇ ਨੇ, ਜਿਹਨੂੰ ਕਿ ਕੀ ਕਿਹਾ ਜਾਂਦਾ ਹੈਗਾ, ਸਪੋਰੈਂਜੀਆ ਕਿਹਾ ਜਾਂਦਾ ਹੈ, ਠੀਕ ਹੈ। ਸੌਰੀ ਜਿਹਨੂੰ ਕਿ ਸਟ੍ਰੋਬਲਾਈ ਜਾਂ ਕੌਨ ਕਿਹਾ ਜਾਂਦਾ, ਠੀਕ ਹੈ। ਜਿਹਨੂੰ ਕਿ ਸਟ੍ਰੋਬਲਾਈ ਜਾਂ ਫਿਰ ਕੌਨ ਕਿਹਾ ਜਾਂਦਾ। ਸਪੋਰੈਂਜੀਆ ਤਾਂ ਉਹ ਹੁੰਦੇ ਨੇ ਜਿਹੜੇ ਸਪੋਰੋਫਿਲ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਨੇ, ਠੀਕ ਹੈ। ਤੇ ਸਟ੍ਰੋਬਲਾਈ ਦੇ ਕੌਨਸ ਆਪਾਂ ਨੂੰ ਕਿਹਨਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਸੈਲਾਜਨਾਂ ਤੇ ਇੱਕੋ ਹੀ ਸਿਸਟਮ ਦੇ ਵਿੱਚ। ਸਾਰਿਆਂ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੇ, ਕੁਝ ਦੇ ਵਿੱਚ ਇਹਨਾਂ ਨੇ ਕਹਿਣਾ ਇਨ ਸਮ ਕੇਸਿਸ, ਠੀਕ ਹੈ, ਜਿਵੇਂ ਕਿ ਸੈਲਾਜਨਾਂ ਤੇ ਇੱਕੋ ਸਿਸਟਮ ਹੋ ਗਿਆ। ਜਿਹੜੇ ਸਪੋਰੈਂਜੀਆ ਹੁੰਦੇ ਨੇ ਉਹ ਕੀ ਆ, ਸਪੋਰਸ ਪ੍ਰੋਡਿਊਸ ਕਰਦੇ ਨੇ ਬਾਈ ਮਿਓਸਿਸ, ਤੇ ਮਿਓਸਿਸ ਕਿਹਦੇ ਵਿੱਚ ਹੁੰਦੀ ਹੈ, ਸਪੋਰ ਮਦਰ ਸੈਲ ਦੇ ਵਿੱਚ ਮਿਓਸਿਸ ਹੁੰਦੀ ਹੈ। ਜਿਹੜੇ ਸਪੋਰਸ ਹੁੰਦੇ ਨੇ ਜਰਮੀਨੇਟ ਕਰਕੇ ਕਿਹਨੂੰ ਰਾਈਸ ਦਿੰਦੇ ਨੇ, ਇਨਕੌਨਸਪੀਸ਼ੀਅਸ ਸਮਾਲ ਮਲਟੀ ਸੈਲੂਲਰ ਗ੍ਰੀਨ ਫੋਟੋਸਿੰਥੈਟਿਕ ਫ੍ਰੀ ਲਿਵਿੰਗ। ਇਨਕੌਨਸਪੀਸ਼ੀਅਸ ਕਿਉਂ, ਕਿਉਂਕਿ ਮਤਲਬ ਉਹ ਆਪਾਂ ਨੂੰ ਚੰਗੀ ਤਰ੍ਹਾਂ ਨਹੀਂ ਦਿਖਦਾ, ਉਹਦੀ ਕੋਈ ਬਾਊਂਡਰੀਜ਼ ਵਗੈਰਾ ਫਿਕਸ ਨਹੀਂ ਹੁੰਦੀ ਹੈ ਨਾ। ਬਹੁਤ ਛੋਟਾ ਹੁੰਦਾ, ਮਲਟੀ ਸੈਲੂਲਰ ਹੁੰਦਾ, ਗ੍ਰੀਨ ਹੁੰਦਾ, ਫ੍ਰੀ ਲਿਵਿੰਗ ਹੁੰਦਾ, ਫੋਟੋਸਿੰਥੈਟਿਕ ਹੁੰਦਾ, ਠੀਕ ਹੈ। ਤੇ ਇਹ ਕਿਹਨੂੰ ਦੇ ਰਾਈਸ ਨੇ, ਗੈਮੇਟੋਫਾਈਟ। ਇਹ ਸਾਰੇ ਕਿਹਦੀ ਸੀਗੀ ਫੀਚਰ ਸੀਗੀ ਗੈਮੇਟੋਫਾਈਟ ਦੇ, ਠੀਕ ਹੈ। ਗੈਮੇਟੋਫਾਈਟ ਇਨਕੌਨਸਪੀਸ਼ੀਅਸ ਸਮਾਲ ਮਲਟੀ ਸੈਲੂਲਰ ਫ੍ਰੀ ਲਿਵਿੰਗ ਤੇ ਮੋਸਟਲੀ ਫੋਟੋਸਿੰਥੈਟਿਕ ਹੁੰਦਾ ਹੈਗਾ, ਤੇ ਇਹ ਥੈਲੋਇਡ ਹੁੰਦਾ। ਹਾਲਾਂਕਿ ਇਹ ਕੀ ਨੇ, ਫਸਟ ਕੀ ਸੀ, ਏਥੈਲੋਫਾਈਟਾ ਸੀਗੇ। ਏਥੈਲੋਫਾਈਟਾ ਸਿਰਫ ਏਥੈਲੋਇਡ ਇਹਨਾਂ ਦੀ ਸਿਰਫ ਤੇ ਸਿਰਫ ਕੀ ਹੁੰਦੀ ਹੈ, ਸਪੋਰੋਫਿਟਿਕ ਬੋਡੀ ਹੀ ਹੁੰਦੀ ਹੈ। ਗੈਮੇਟੋਫਾਈਟਿਕ ਬੋਡੀ ਇਹਨਾਂ ਦੀ ਥੈਲੋਇਡ ਹੁੰਦੀ ਹੈ, ਮਤਲਬ ਉਹਦੇ ਕੋਲ ਟੂ ਲੀਵ ਸਟੈਮ ਤੇ ਰੂਟਸ ਨਹੀਂ ਹੁੰਦੀਆਂ ਗੈਮੇਟੋਫਾਈਟ ਦੇ ਕੋਲ। ਇਹ ਗੈਮੇਟੋਫਾਈਟ ਨੂੰ ਕੀ ਆ, ਕੂਲ ਡੈਮ ਤੇ ਸ਼ੇਡੀ ਪਲੇਸਿਸ ਚਾਹੀਦੀਆਂ ਹੁੰਦੀਆਂ ਨੇ ਗਰੋ ਕਰਨ ਦੇ ਲਈ। ਇਸ ਕਰਕੇ ਕੀ ਆ, ਜਿਹੜੇ ਟੈਰੀਡੋਫਾਈਟਸ ਨੂੰ ਲਿਮਿਟਡ ਨੇ ਕੁਝ ਨੈਰੋ ਜੀਓਗ੍ਰਾਫਿਕਲ ਰੀਜਨਸ ਦੇ ਤੱਕ ਹੀ, ਕਿਹਦੇ ਕਰਕੇ, ਉਹਨਾਂ ਦੀ ਗੈਮੇਟੋਫਾਈਟ ਦੀ ਕੁਝ ਸਪੈਸ਼ਲ ਨੀਡਸ ਦੇ ਕਰਕੇ ਹੀ ਉਹ ਕੂਲ ਡੈਮ ਤੇ ਸ਼ੇਡੀ ਪਲੇਸਿਸ ਦੇ ਤੱਕ ਹੀ, ਕੁਝ ਨੈਰੋ ਜੀਓਗ੍ਰਾਫਿਕਲ ਰੀਜਨਸ ਤੱਕ ਹੀ ਲਿਮਿਟਡ ਨੇ, ਠੀਕ ਹੈ। ਤੇ ਇਹਨਾਂ ਦੀ ਸਪੈਸੀਫਿਕ ਰਿਕੁਆਇਰਮੈਂਟ ਦੇ ਕਰਕੇ, ਠੀਕ ਹੈ। ਤੇ ਵਾਟਰ ਵੀ ਇਹਨਾਂ ਨੂੰ ਚਾਹੀਦਾ ਹੁੰਦਾ ਫਰਟੀਲਾਈਜੇਸ਼ਨ ਦੇ ਲਈ। ਜਿਹੜਾ ਟੈਰੀਡੋਫਾਈਟਸ ਦਾ ਸਪਰੈਡ ਹੈ ਉਹ ਕੀ ਹੈ, ਰਿਸਟ੍ਰਿਕਟਡ ਟੂ ਨੈਰੋ ਜੀਓਗ੍ਰਾਫਿਕਲ ਰੀਜਨਸ। ਗੈਮੇਟੋਫਾਈਟਸ ਦੇ ਕੋਲ ਕੀ ਆ, ਮੇਲ ਤੇ ਫੀਮੇਲ ਸੈਕਸ ਆਰਗਨਸ ਹੁੰਦੇ ਨੇ। ਮੇਲ ਸੈਕਸ ਆਰਗਨ ਨੂੰ ਐਂਥੀਰੀਆ ਕਿਹਾ ਜਾਂਦਾ ਹੈਗਾ, ਐਂਡ ਫੀਮੇਲ ਸੈਕਸ ਆਰਗਨ ਨੂੰ ਆਰਕੀਗੋਨੀਆ ਕਿਹਾ ਜਾਂਦਾ ਹੈਗਾ। ਵਾਟਰ ਕੀ ਹੈ, ਐਂਥੀਰੋਜ਼ੋਇਡਸ ਦੇ ਟ੍ਰਾਂਸਫਰ ਦੇ ਲਈ ਚਾਹੀਦਾ ਹੁੰਦਾ। ਜਿਹੜਾ ਐਂਥੀਰੀਆ ਆ ਮੇਲ ਸੈਕਸ ਆਰਗਨ ਆ ਉਹ ਕੀ ਬਣਾਉਂਦਾ ਹੈਗਾ, ਐਂਥੀਰੋਜ਼ੋਇਡ ਬਣਾਉਂਦਾ ਹੈਗਾ, ਠੀਕ ਹੈ। ਐਂਡ ਆਰਕੀਗੋਨੀਆ ਕੀ ਬਣਾਉਂਦਾ, ਸਿੰਗਲ ਐਗ ਬਣਾਉਂਦਾ ਹੈਗਾ। ਤੇ ਵਾਟਰ ਚਾਹੀਦਾ ਹੁੰਦਾ ਆਪਾਂ ਨੂੰ ਐਂਥੀਰੋਜ਼ੋਇਡਸ ਦੇ ਟ੍ਰਾਂਸਪੋਰਟ ਦੇ ਲਈ ਕਿੱਥੋਂ, ਤੇ ਜਿਹੜੇ ਮੇਲ ਗਮੀਟਸ ਨੇ ਉਹ ਐਂਥੀਰੀਆ ਤੋਂ ਰਿਲੀਜ਼ ਹੁੰਦੇ ਨੇ, ਮਤਲਬ ਮੇਲ ਸੈਕਸ ਆਰਗਨਸ ਤੋਂ ਮੇਲ ਗਮੀਟਸ ਐਂਥੀਰੋਜ਼ੋਇਡਸ ਐਂਥੀਰੀਆ ਤੋਂ ਰਿਲੀਜ਼ ਹੁੰਦੇ ਨੇ, ਤੇ ਮਾਊਥ ਆਫ ਆਰਕੀਗੋਨੀਅਮ ਦੇ ਮਾਊਥ ਤੱਕ ਜਾਂਦੇ ਨੇ, ਠੀਕ। ਫਿਰ ਉੱਥੇ ਮੇਲ ਗਮੀਟ ਦੀ ਫਿਊਜ਼ਨ ਹੁੰਦੀ ਹੈ ਐਗ ਦੇ ਨਾਲ। ਐਗ ਕਿੱਥੇ ਪ੍ਰੈਜ਼ੈਂਟ ਹੁੰਦਾ, ਆਰਕੀਗੋਨੀਅਮ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਤੇ ਉਹ ਤੋਂ ਜ਼ਾਈਗੋਟ ਬਣ ਜਾਂਦਾ ਹੈਗਾ। ਫਿਰ ਜ਼ਾਈਗੋਟ ਜਿਹੜਾ ਹੈ ਮਲਟੀ ਸੈਲੂਲਰ ਵੈਲ ਡਿਫਰੈਂਸ਼ੀਏਟਡ ਸਪੋਰੋਫਾਈਟ ਬਣਾਉਂਦਾ ਹੈਗਾ, ਜਿਹੜਾ ਕਿ ਇਹਨਾਂ ਦਾ ਡੋਮੀਨੈਂਟ ਫੇਸ ਹੁੰਦਾ ਹੈਗਾ, ਠੀਕ ਹੈ। ਟੈਰੀਡੋਫਾਈਟਸ ਦਾ ਡੋਮੀਨੈਂਟ ਫੇਸ ਕੀ ਹੁੰਦਾ, ਮਲਟੀ ਸੈਲੂਲਰ ਵੈਲ ਡਿਫਰੈਂਸ਼ੀਏਟਡ
ਸਪੋਰੋਫਾਈਟ। ਤੇ ਕੀ ਹੁੰਦਾ ਹੈਗਾ, ਏਥਲਡ ਹੁੰਦਾ ਰਾਈਟ। ਟੂ ਰੂਟ ਸਟੈਮ ਤੇ ਲੀਵਸ ਹੁੰਦੇ ਨੇ ਸਪੋਰੋਫਾਈਟ ਦੇ ਉੱਪਰ। ਤੇ ਮੈਜੋਰਿਟੀ ਦੀ ਕੇਸਿਸ ਦੇ ਵਿੱਚ ਜਿਹੜੇ ਟਾਈਡੋਫਾਈਟਸ ਹੁੰਦੇ ਨੇ ਉਹਨਾਂ ਦੇ ਸਾਰੇ ਸਪੋਰ ਜਿਹੜੇ ਸਿਮਿਲਰ ਕਾਈਟਸ ਦੇ ਹੁੰਦੇ ਨੇ, ਸਿਮਿਲਰ ਸ਼ੇਪ ਸਾਈਜ਼ ਦੇ ਵਿੱਚ ਸ਼ੇਪ ਸਾਈਜ਼ ਦੇ ਹੁੰਦੇ ਨੇ, ਤੇ ਇਸ ਕਰਕੇ ਟਾਈਡੋਫਾਈਟਸ ਹੋਮੋਸਪੋਰਸ ਹੁੰਦੇ ਨੇ। ਬਟ ਕੁਝ ਜੈਨਰ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਕੀ ਹੈ, ਅਲੱਗ-ਅਲੱਗ ਡਿਫਰੈਂਟ ਸਾਈਜ਼ ਦੇ ਸਪੋਰਸ ਬਣਦੇ ਨੇ। ਇੱਕ ਵੱਡਾ ਸਪੋਰ ਬਣਦਾ, ਇੱਕ ਛੋਟਾ ਸਪੋਰ ਬਣਦਾ। ਵੱਡੇ ਸਪੋਰਸ ਨੂੰ ਮੈਗਾ ਸਪੋਰਸ ਕਿਹਾ ਜਾਂਦਾ, ਛੋਟੇ ਸਪੋਰਸ ਨੂੰ ਮਾਈਕਰੋ ਸਪੋਰਸ ਕਹਿੰਦੇ। ਵੱਡੇ ਸਪੋਰਸ ਜਿਹੜੇ ਫੀਮੇਲ ਸਪੋਰਸ ਹੁੰਦੇ ਨੇ, ਛੋਟੇ ਸਪੋਰਸ ਕੀ ਹੁੰਦੇ ਨੇ, ਮੇਲ ਸਪੋਰਸ ਹੁੰਦੇ ਨੇ। ਜਿੱਦਾਂ ਕਿ ਜਾਨਰ ਹੋ ਗਏ ਸੈਲੇਜਨਲਾ ਅਤੇ ਸੈਲਵੀਨੀਆ ਹੋ ਗਿਆ ਨਾ, ਉਹਨਾਂ ਦੇ ਵਿੱਚ 2 ਕਾਈਂਡਸ ਆਫ ਸਪੋਰਸ ਬਣਦੇ ਨੇ, ਮੈਕਰੋ ਲਾਰਜ ਅਤੇ ਮਾਈਕਰੋ ਸਮਾਲ ਸਪੋਰਸ, ਠੀਕ ਹੈ। ਇਸ ਕਰਕੇ ਇਹਨਾਂ ਨੂੰ ਹੈਟਰੋਸਪੋਰਸ ਕਹਿੰਦੇ। ਇਸ ਕਰਕੇ ਹੈਟਰੋਸਪੋਰਸ ਨੇ ਕਿਉਂਕਿ 2 ਤਰ੍ਹਾਂ ਦੇ ਸਪੋਰਸ ਬਣਾਉਂਦੇ ਨੇ। ਜਿਹੜੇ ਮੈਗਾ ਸਪੋਰਸ ਨੇ ਉਹ ਕੀ ਆ, ਫੀਮੇਲ ਗੇਮੇਟੋਫਾਈਟ ਨੂੰ ਰਾਈਜ਼ ਦਿੰਦੇ ਨੇ, ਅਤੇ ਮਾਈਕਰੋ ਸਪੋਰਸ ਜਿਹੜੇ ਆ ਮੇਲ ਗੇਮੇਟੋਫਾਈਟ ਦੇ ਵਿੱਚ ਗਰੋ ਹੋ ਜਾਂਦੇ ਨੇ। ਜਿਹੜਾ ਫੀਮੇਲ ਗੇਮੇਟੋਫਾਈਟ ਆ ਉਹ ਪੈਰੈਂਟ ਬੋਡੀ ਦੇ ਉੱਪਰ ਹੀ ਰਹਿੰਦਾ ਹੈਗਾ, ਠੀਕ ਹੈ, ਫॉर ਵੇਰੀਏਬਲ ਪੀਰੀਅਡਸ। ਵੈਸੇ ਤਾਂ ਆਪਾਂ ਨੇ ਦੇਖਿਆ ਜਿਹੜੇ ਗੇਮੇਟੋਫਾਈਟ ਹੁੰਦੇ ਨੇ ਹੈ ਨਾ, ਉਹ ਫ੍ਰੀ ਲਿਵਿੰਗ ਹੁੰਦੇ ਨੇ, ਇਨਕੌਨ ਸਪੀਸ਼ੀਜ਼ ਹੁੰਦੇ ਨੇ। ਕਿਹਨਾਂ ਦੇ ਵਿੱਚ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਹੋਮੋਸਪੋਰਸ ਆਪਾਂ ਨੂੰ ਦੇਖਣ ਨੂੰ ਮਿਲਦੇ ਜਿਹੜੇ ਉਹਨਾਂ ਦੇ ਵਿੱਚ। ਬਟ ਜਿਹੜੇ ਹੈਟਰੋਸਪੋਰਸ ਨੇ ਨਾ, ਸੈਲੇਜਨਲਾ ਸੈਲਵੀਨੀਆ, ਉਹਨਾਂ ਦੇ ਵਿੱਚ ਜਿਹੜਾ ਫੀਮੇਲ ਗੇਮੇਟੋਫਾਈਟ ਆ ਉਹ ਪੈਰੈਂਟ ਸਪੋਰੋਫਾਈਟ ਦੇ ਉੱਪਰ ਹੀ ਰਹਿੰਦਾ ਹੈਗਾ ਫॉर ਵੇਰੀਏਬਲ ਪੀਰੀਅਡਸ। ਜਿਹੜੀ ਡਿਵੈਲਪਮੈਂਟ ਹੁੰਦੀ ਹੈ ਜ਼ਾਈਗੋਟ ਦੀ ਇਨਟੂ ਦ ਯੰਗ ਐਮਬਰੀਓ, ਉਹ ਕੀ ਹੈ, ਫੀਮੇਲ ਗੇਮੇਟੋਫਾਈਟ ਦੇ ਅੰਦਰ ਹੀ ਹੁੰਦੀ ਹੈ। ਅਤੇ ਇਹ ਈਵੈਂਟ ਜਿਹੜੀ ਆ ਉਹ ਕੀ ਆ, ਇਟ ਇਜ਼ ਪ੍ਰੀਕਰਸਰ ਟੂ ਸੀਡ ਹੈਬਿਟ, ਠੀਕ ਹੈ। ਹੈਟਰੋਸਪੋਰੀ ਤੋਂ ਹੀ ਅੱਗੇ ਸੀਡ ਹੈਬਿਟ ਆਈ ਆ। ਅਤੇ ਇਹ ਕੀ ਆ, ਇੰਪੋਰਟੈਂਟ ਸਟੈਪ ਹੈ ਐਵੋਲਿਊਸ਼ਨ ਦੇ ਵਿੱਚ। 4 ਕਲਾਸਿਸ ਦੇ ਵਿੱਚ ਜਿਹੜਾ ਫਾਈਲਮ ਟੈਰਿਡੋਫਾਈਟ ਆ ਉਹ ਡਿਵਾਈਡਡ ਆ। ਅਤੇ ਕਿਹੜੀ 4 ਕਲਾਸਿਸ, ਸੈਲੋਸਾਈਡਾ ਦੇ ਵਿੱਚ ਸਾਈਲੋਟਮ ਹੁੰਦਾ ਹੈਗਾ, ਲਾਈਕੋਸਾਈਡਾ ਦੇ ਵਿੱਚ ਇਕੋਸਿਸਟਮ ਤੇ ਲਾਈਕੋਸਾਈਡਾ ਦੇ ਵਿੱਚ ਸੈਲੇਜਨਲਾ ਤੇ ਲਾਈਕੋਪੋਡੀਅਮ ਹੁੰਦਾ। ਸਪਿਨੋਸਾਈਡਾ ਦੇ ਵਿੱਚ ਇਕੋਸਿਸਟਮ ਆਉਂਦਾ ਹੈਗਾ, ਐਂਡ ਟੀਰੋਸਾਈਡਾ ਦੇ ਵਿੱਚ ਟਰਾਇਸ, ਟੈਰਾਟਾਇਰਸ ਐਂਡ ਐਡੀਏਟਮ ਆਉਂਦੇ ਨੇ। ਓਕੇ, ਜ਼ੈਲੋਸਾਈਡਾ ਦੇ ਵਿੱਚ ਆਉਂਦਾ ਹੈਗਾ ਜ਼ੈਲੋਟਮ, ਲਾਈਕੋਸਾਈਡਾ ਦੇ ਵਿੱਚ ਆਉਂਦਾ ਹੈਗਾ ਸੈਲੇਜਨਲਾ ਤੇ ਲਾਈਕੋਪੋਡੀਅਮ, ਸਪਿਨੋਸਾਈਡਾ ਦੇ ਵਿੱਚ ਆਉਂਦਾ ਹੈਗਾ ਇਕੋਸਿਸਟਮ, ਐਂਡ ਟੀਰੋਸਾਈਡਾ ਦੇ ਵਿੱਚ ਟੈਰਾਟਾਇਰਸ, ਟੈਰਿਸ ਤੇ ਐਡੀਏਟਮ ਆਉਂਦੇ ਨੇ। ਅਤੇ ਜਿਹੜੇ ਫਰਨਸ ਹੁੰਦੇ ਨੇ ਹੈ ਨਾ, ਫਰਨਸ ਟੈਰਿਡੋਫਾਈਟਸ ਹੁੰਦੇ ਨੇ, ਉਹਨਾਂ ਦੇ ਉੱਪਰ ਜਿਹੜੇ ਸਪੋਰੈਂਜੀਆ ਨੇ ਉਹ ਕੀ ਹੈ, ਲੀਫ ਦੇ ਮਾਰਜਿਨ ਦੇ ਉੱਪਰ ਗਰੋ ਕਰਦੇ ਨੇ। like this is the sporophyll, suppose that this is the sporophyll। ਤਾਂ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਸਪੋਰੈਂਜੀਆ ਹੋਣਗੇ ਸਪੋਰੋਫਿਲ ਦੇ ਬਿਲਕੁਲ ਮਾਰਜਿਨ ਦੇ ਉੱਪਰ, ਬਿਲਕੁਲ ਲੀਫ ਦੇ ਮਾਰਜਿਨ ਦੇ ਉੱਪਰ ਗਰੋ ਕਰਨਗੇ। ਓਕੇ, ਆ ਜਿਹੜੇ ਫਸਟ ਜਦੋਂ ਫੋਰੈਸਟ ਫਾਇਰ ਹੋ ਜਾਂਦੀ ਹੈ, ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ, ਅੱਗ ਲੱਗਣ ਤੋਂ ਬਾਅਦ ਜਿਹੜੇ ਪਹਿਲੇ ਪਲਾਂਟਸ ਜੰਗਲ ਦੇ ਵਿੱਚ ਗਰੋ ਹੁੰਦੇ ਨੇ ਉਹ ਫਰਨਸ ਹੀ ਹੁੰਦੇ ਨੇ। ਕਿਉਂਕਿ ਅੱਗ ਲੱਗ ਜਾਂਦੀ ਹੈ ਨਾ, ਤਾਂ ਫਿਰ ਵੀ ਉਹਨਾਂ ਦੇ ਜਿਹੜੇ ਰਾਈਜ਼ੋਮਸ ਹੁੰਦੇ ਨੇ ਫਰਨਸ ਦੇ, ਉਹ ਕੀ ਆ, ਪਰਸਿਸਟ ਕਰ ਜਾਂਦੇ ਨੇ। ਕਿਉਂਕਿ ਫਰਨਸ ਦੇ ਰਾਈਜ਼ੋਮਸ ਨੂੰ ਅੱਗ ਕੁਛ ਨਹੀਂ ਕਰ ਸਕਦੀ, ਇਸ ਕਰਕੇ रूट परसिस्ट करके इस करके उसके बाद जब अग बुझन तो बाद सारा प्लांट अगे ग्रो कर सकता है। नाउ वी हैव द फोटोज ऑफ टेरिडोफाइट्स विद अस। आ की है, दिस इज सैलेजनला। सैलेजनला ਦੇ ਕੋਲ ਹੁੰਦੀ ਹੈ ਹੈਟਰੋਸਪੋਰੀ ਦੀ ਹੈਬਿਟ ਹੁੰਦੀ ਹੈ, ਠੀਕ ਹੈ। ਐਂਡ ਇਹਦੇ ਵਿੱਚ ਸਟ੍ਰੋਬੀਲਾ ਕੋਨਸ ਵੀ ਬਣਦੇ ਨੇ, ਇਹਦੇ ਵਿੱਚ ਵੀ ਬਣਦੇ ਨੇ, ਐਂਡ ਇਕੋਸਿਸਟਮ ਹੋਸਟਲ ਦੇ ਵਿੱਚ ਵੀ ਬਣਦੇ ਨੇ। ਆ ਦੀ ਲੀਵਸ ਨੇ, ਆ ਦੀ ਸਟੈਮ, ਐਂਡ these are the roots। now ਸਟ੍ਰੋਬੀਲਾ ਆ ਕਿਹਦਾ, ਇਕੋਸਿਸਟਮ ਦਾ, ਐਂਡ ਨੋਡ ਆ ਇੰਟਰਨੋਡ ਆ, 2 ਨੋਡਸ ਦੇ ਵਿਚਾਲੇ ਜਗ੍ਹਾ। ਥੀਸ ਆਰ ਦ ਬ੍ਰਾਂਚਿਸ, ਥੀਸ ਆਰ ਫਰਨਸ ਦੇ ਕੋਲ ਹੁੰਦੇ ਨੇ ਮੈਕਰੋਫਿਲਸ ਹੁੰਦੇ ਨੇ, ਵੱਡੇ ਵੱਡੇ ਲੀਵਸ ਹੁੰਦੇ ਨੇ। ਥੀਸ ਇਜ਼ ਦ ਸੈਲਵੀਨੀਆ ਦੇ ਸੈਲੇਜਨਲਾ ਦੇ ਵਿੱਚ ਹੈਟਰੋਸਪੋਰੀ ਸਭ ਤੋਂ ਪਹਿਲਾਂ ਆਪਾਂ ਨੂੰ ਦੇਖਣ ਨੂੰ ਮਿਲੀ। ਨਾਓ ਮੂਵਿੰਗ ਔਨ ਟੂ ਦ ਜਿਮਨੋਸਪਰਮਸ। ਜਿਮਨੋਸਪਰਮਸ ਦਾ ਵਰਡ ਮੀਨਿੰਗ ਕੀ ਹੈ, ਜਿਮਨੋਸ ਦਾ ਮਤਲਬ ਹੁੰਦਾ ਨੇਕਡ ਤੇ ਸਪਰਮ ਦਾ ਮਤਲਬ ਹੁੰਦਾ ਸੀਡ, ਠੀਕ ਹੈ। ਇਸ ਕਰਕੇ ਹੀ ਇਹਨਾਂ ਜਿਮਨੋਸਪਰਮਸ ਕਹਿੰਦੇ ਕਿਉਂਕਿ ਇਹਨਾਂ ਦੇ ਸੀਡ ਜਿਹੜੇ ਨੇਕਡ ਹੁੰਦੇ ਕਿਸੇ ਵੀ ਕਵਰਿੰਗ ਨਾਲ ਕਵਰਡ ਨਹੀਂ ਹੁੰਦੇ ਹੈਗੇ, ਠੀਕ ਹੈ। ਜਿਮਨੋਸਪਰਮਸ ਉਹ ਪਲਾਂਟਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਓਵਿਊਲ ਜਿਹੜੇ ਆ ਓਵਰੀ ਵੋਲ ਦੇ ਵਿੱਚ ਐਨਕਲੋਜ਼ਡ ਨਹੀਂ ਹੁੰਦੇ, ਠੀਕ ਹੈ, ਅਤੇ ਉਹ ਐਕਸਪੋਜ਼ਡ ਰਹਿੰਦੇ ਨੇ। ਨਾ ਤਾਂ ਇਹ ਕ੍ਰਿਪਟੋਗੈਮ ਨੇ ਬਿਕੋਜ਼, ਠੀਕ ਹੈ, ਅਤੇ ਹਿਡਨ ਸੈਕਸ ਔਰਗਨਸ ਤਾਂ ਹੀ ਨਹੀਂ, ਠੀਕ ਹੈ। ਐਕਸਪੋਜ਼ ਸੈਕਸ ਔਰਗਨਸ, ਐਕਸਪੋਜ਼ ਦੇ ਵਿੱਚ ਵੀ ਇਹਨਾਂ ਦੇ ਬਾਹਰ ਕੋਈ ਕਵਰਿੰਗ ਹੈ ਵੀ ਨਹੀਂ ਹੈਗੀ, ਠੀਕ ਹੈ। ਅਤੇ ਇਹ ਓਵਿਊਲ ਜਿਹੜੇ ਆ ਬਿਫੋਰ ਫਰਟੀਲਾਈਜੇਸ਼ਨ ਵੀ ਕੀ ਰਹਿੰਦੇ ਆ, ਐਕਸਪੋਜ਼ਡ ਰਹਿੰਦੇ। ਆਫਟਰ ਫਰਟੀਲਾਈਜੇਸ਼ਨ ਜਦੋਂ ਸੀਡ ਦੇ ਵਿੱਚ ਡਿਵੈਲਪ ਹੋ ਜਾਂਦੇ ਆ ਉਦੋਂ ਵੀ ਉਹ ਕੀ ਐਕਸਪੋਜ਼ਡ ਹੀ ਰਹਿੰਦੇ ਆ। ਸੀਡ ਜਿਹੜਾ ਡਿਵੈਲਪ ਹੁੰਦਾ ਪੋਸਟ ਫਰਟੀਲਾਈਜੇਸ਼ਨ ਤੋਂ ਬਾਅਦ ਉਹ ਵੀ ਕਵਰ ਨਹੀਂ ਹੁੰਦਾ, ਉਹ ਵੀ ਕਿੰਨਾ ਨੇਕਡ ਹੁੰਦਾ ਹੈਗਾ। ਜਿਮਨੋਸਪਰਮਸ ਦੇ ਵਿੱਚ ਕੀ ਹੁੰਦੇ ਨੇ, ਮੀਡੀਅਮ ਸਾਈਜ਼ ਦੇ ਟਰੀਜ਼, ਟਾਲ ਟਰੀਜ਼ ਹੁੰਦੇ ਨੇ, ਅਤੇ ਸ਼ਰਬਸ ਹੁੰਦੇ ਨੇ, ਮਤਲਬ ਇਹਨਾਂ ਦੇ ਵਿੱਚ ਹਰਬਸ ਨਹੀਂ ਆਉਂਦੇ, ਠੀਕ ਹੈ। ਮੀਡੀਅਮ ਸਾਈਜ਼ ਤੇ ਟਾਲ ਟਰੀਜ਼ ਹੁੰਦੇ ਨੇ ਅਤੇ ਸ਼ਰਬਸ ਹੁੰਦੇ ਨੇ। ਇੱਕ ਜਿਮਨੋਸਪਰਮ ਜਾਇੰਟ ਰੈਡਵੁੱਡ ਟਰੀ ਸੈਕੋਇਆ, ਉਹ ਕੀ ਆ, ਟੋਲੈਸਟ ਟਰੀ ਆ, ਸਭ ਤੋਂ ਟੋਲੈਸਟ ਟਰੀ ਆ। ਅਮੰਗ ਦ ਟੋਲੈਸਟ ਟਰੀ ਲਿਖਿਆ ਹੋਇਆ ਵੈਸੇ ਸਭ ਤੋਂ ਟੋਲੈਸਟ ਟਰੀ ਸੈਕੋਇਆ। ਰੂਟ ਜਿਹੜੇ ਹੁੰਦੇ ਨੇ ਜਨਰਲੀ ਟੈਪ ਰੂਟਸ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਕੁਝ ਜਾਨਵਰਾਂ ਦੇ ਵਿੱਚ ਜਿਹੜੇ ਰੂਟਸ ਨੇ ਫੰਗਲ ਐਸੋਸੀਏਸ਼ਨ ਵੀ ਦੇਖਣ ਨੂੰ ਮਿਲਦੀ ਆ, ਅਤੇ ਫੰਗਲ ਐਸੋਸੀਏਸ਼ਨ ਮਤਲਬ ਫੰਜਾਈ ਦੇ ਨਾਲ ਐਸੋਸੀਏਸ਼ਨ ਕਰਦੇ ਨੇ ਜਿਮਨੋਸਪਰਮਸ ਦੇ ਰੂਟਸ। ਉਸ ਐਸੋਸੀਏਸ਼ਨ ਨੂੰ ਮਾਈਕੋਰਾਈਜ਼ਾ ਕਿਹਾ ਜਾਂਦਾ, ਅਤੇ ਕਿਹਦੇ ਵਿੱਚ ਦੇਖਣ ਨੂੰ ਮਿਲਦਾ, ਪਾਈਨਸ ਵਿੱਚ ਦੇਖਣ ਨੂੰ ਮਿਲਦਾ। ਅਤੇ ਕੁਝ ਹੋਰ ਜਿਮਨੋਸਪਰਮਸ ਦੇ ਰੂਟ ਜਿਹੜੇ ਕਿ ਸਾਈਕਲ ਦਿਓਗੇ
ਨਾਈਟ੍ਰੋਜਨ ਫਿਕਸਿੰਗ ਸਿਆਨੋਬੈਕਟੀਰੀਆ ਨਾਲ ਐਸੋਸੀਏਟ ਕਰਕੇ ਕੋਰੇਲੇਟਡ ਰੂਟਸ ਬਣਾਉਂਦੇ ਨੇ। ਕੁਝ ਦੇ ਵਿੱਚ ਅਨਬ੍ਰਾਂਚਡ ਸਟੈਮ ਦੇਖਣ ਨੂੰ ਮਿਲਦੇ ਜਿਵੇਂ ਕਿ ਸਾਈਕਸ ਦੇ ਵਿੱਚ, ਕੁਝ ਦੀ ਸਟੈਮ ਜਿਹੜੀ ਬ੍ਰਾਂਚ ਹੁੰਦੀ ਜਿਵੇਂ ਕਿ ਪਾਈਨਸ ਤੇ ਸੀਡਰਸ ਦੀ, ਰਾਈਟ। ਐਂਡ ਲੀਵਸ ਜਿਹੜੇ ਇਹਨਾਂ ਦੇ ਵਿੱਚ ਸਿੰਪਲ ਵੀ ਹੋ ਸਕਦੇ ਆ, ਕੰਪਾਊਂਡ ਵੀ ਹੋ ਸਕਦੇ ਆ। ਸਾਈਕਸ ਦੇ ਕੋਲ ਕੰਪਾਊਂਡ ਲੀਵਸ ਹੁੰਦੇ ਨੇ ਤੇ ਕੰਪਾਊਂਡ ਦੇ ਵਿੱਚ ਵੀ ਪਿੰਨੇਟਲੀ ਕੰਪਾਊਂਡ ਲੀਵਸ ਹੁੰਦੇ ਆ ਤੇ ਇਹ ਕੀ ਕੁਝ ਸਾਲਾਂ ਤੱਕ ਹੀ ਇਹਨਾਂ ਦੇ ਵਿੱਚ ਪਰਸਿਸਟ ਕਰਦੇ ਨੇ, ਉਹਦੇ ਬਾਅਦ ਹੀ ਛੱਡ ਹੋ ਜਾਂਦੇ ਨੇ। ਲੀਵਸ ਹੁੰਦੇ ਨੇ ਜਿਹੜੇ ਜਿਮਨੋਸਪਰਮਸ ਦੇ, ਉਹ ਕੀ ਹੈ ਵੈਲ ਅਡੈਪਟਡ ਹੁੰਦੇ ਨੇ ਐਕਸਟ੍ਰੀਮ ਤੋਂ ਹਾਰਸ਼ ਹੈਬਿਟੇਟਸ ਤੇ ਹਾਰਸ਼ ਕੰਡੀਸ਼ਨ ਦੇ ਵਿੱਚ ਪਰਸਿਸਟ ਕਰਨ ਦੇ ਲਈ, ਜਿਵੇਂ ਕਿ ਹਾਈ ਟੈਂਪਰੇਚਰ, ਹਿਊਮਿਡਿਟੀ, ਵਿੰਡ, ਸਭ ਕੁਝ ਚੱਲ ਸਕਦੇ ਨੇ। ਕੋਨੀਫਰਸ ਦੇ ਕੋਲ ਕੀ ਹੁੰਦੇ ਨੇ ਨੀਡਲ ਲਾਈਕ ਲੀਵਸ ਹੁੰਦੇ ਨੇ। ਨੀਡਲ ਲਾਈਕ ਲੀਵਸ ਹੁੰਦੇ ਨੇ ਕਿਉਂ ਹੁੰਦੇ ਨੇ? ਕਿਉਂਕਿ ਸਰਫੇਸ ਏਰੀਆ ਨੂੰ ਰਿਡਿਊਸ ਕਰਨ ਦੇ ਲਈ, ਕਿਉਂਕਿ ਕੋਨੀਫਰਸ ਕਿੱਥੇ ਗਰੋ ਹੁੰਦੇ ਨੇ? ਜਿੱਥੇ ਲੋ ਵਾਟਰ ਰੀਜਨ ਦੇ ਵਿੱਚ, ਠੀਕ ਹੈ। ਤੇ ਸਰਫੇਸ ਏਰੀਆ ਰਿਡਿਊਸ ਕਰੂਗਾ ਤਾਂ ਫਿਰ ਕੀ ਹੋਊਗਾ? ਵਾਟਰ ਘੱਟ ਲੋਸ ਹੋਊਗਾ ਨਾ। ਤੇ ਇਹਨਾਂ ਦਾ ਜਿਹੜਾ ਥਿਕ ਕਿਊਟੀਕਲ ਹੁੰਦਾ ਤੇ ਸੰਕਨ ਸਟੋਮੇਟਾ ਹੁੰਦਾ, ਉਹ ਵੀ ਹੈ ਵਾਟਰ ਲੋਸ ਨੂੰ ਰਿਡਿਊਸ ਕਰਦਾ। ਥਿਕ ਕਿਊਟੀਕਲ ਤੇ ਸੰਕਨ ਸਟੋਮੇਟਾ ਵੀ ਵਾਟਰ ਲੋਸ ਨੂੰ ਰਿਡਿਊਸ ਕਰਨ ਦੇ ਵਿੱਚ ਹੈਲਪ ਕਰਦਾ। ਜਿਹੜੇ ਜਿਮਨੋਸਪਰਮਸ ਹੁੰਦੇ ਨੇ ਉਹ ਕੀ ਹੈ? ਹੈਟਰੋਸਪੋਰਸ ਹੁੰਦੇ ਨੇ, ਹੈਟਰੋਸਪੋਰਸ ਹੁੰਦੇ ਨੇ। ਮਤਲਬ ਕੀ ਹੈ? ਇਹ ਹੈਪਲੋਇਡ ਮਾਈਕਰੋਸਪੋਰਸ ਤੇ ਮੈਗਾਸਪੋਰਸ ਬਣਾਉਂਦੇ ਨੇ, ਠੀਕ ਹੈ। ਛੋਟੇ ਤੇ ਵੱਡੇ ਸਪੋਰਸ ਬਣਾਉਂਦੇ ਨੇਗੇ ਜਿਮਨੋਸਪਰਮਸ। ਇਹ ਟੂ ਕਾਈਂਡ ਆਫ ਸਪੋਰਸ ਜਿਹੜੇ ਆ ਇਹ ਸਪੋਰੈਂਜੀਆ ਦੇ ਉੱਪਰ ਬਣਦੀ ਆ ਤੇ ਜਿਹੜੇ ਸਪੋਰੈਂਜੀਆ ਨੇ ਉਹ ਕਿੱਥੇ ਪ੍ਰੈਜ਼ੈਂਟ ਨੇ? ਸਪੋਰੋਫਿਲ ਦੇ ਉੱਪਰ ਪ੍ਰੈਜ਼ੈਂਟ ਨੇ। ਤੇ ਸਪੋਰੋਫਿਲ ਕਿੱਥੇ ਨੇ? ਉਹ ਸਪਾਇਰਲੀ ਅਰੇਂਜ ਨੇ ਇੱਕ ਐਕਸਿਸ ਦੇ ਉੱਪਰ, ਠੀਕ ਹੈ। ਤੇ ਉਹ ਸਪਾਇਰਲੀ ਅਰੇਂਜ ਕਰਕੇ ਕੀ ਬਣਾਉਂਦੇ ਨੇ? ਇੱਕ ਲੈਕਸ ਮਤਲਬ ਲੂਜ਼ ਜਾਂ ਫਿਰ ਕੰਪੈਕਟ ਸਟ੍ਰੋਬੀਲਾ ਜਾਂ ਕੋਨ ਬਣਾਉਂਦੇ ਨੇ। ਲਾਈਕ ਆ ਐਕਸਿਸ ਦੇ ਉੱਪਰ ਸਪੋਰੋਫਿਲ ਪ੍ਰੈਜ਼ੈਂਟ ਨੇ, ਕਾਫੀ ਸਾਰੇ ਸਪੋਰੋਫਿਲ ਪ੍ਰੈਜ਼ੈਂਟ ਨੇ, ਸਪਾਇਰਲੀ ਅਰੇਂਜ ਨੇ, ਤੋਂ ਇੱਕ ਲੂਜ਼ ਜਾਂ ਫਿਰ ਕੰਪੈਕਟ ਸਟਰਕਚਰ ਬਣਾ ਰਹੇ ਨੇ ਜਿਹਨੂੰ ਕਿ ਸਟ੍ਰੋਬੀਲਾ ਜਾਂ ਕੋਨ ਕਿਹਾ ਜਾਂਦਾ ਹੈਗਾ। ਤੇ ਜਿਹੜਾ ਸਪੋਰੋਫਿਲ ਆ ਉਹਦੇ ਉੱਪਰ ਕੀ ਪ੍ਰੈਜ਼ੈਂਟ ਨੇ? ਉਹਦੇ ਉੱਪਰ ਸਪੋਰੈਂਜੀਆ ਪ੍ਰੈਜ਼ੈਂਟ ਨੇ। ਦਿਸ ਇਜ਼ ਵਟ ਦਿਸ ਲਾਈਨ ਵਾਂਟਸ ਟੂ ਸੇ। ਐਂਡ ਜਿਹੜੇ ਸਟ੍ਰੋਬੀਲਾਈ ਹੁੰਦੇ ਨੇ, ਠੀਕ ਹੈ, ਜਿਹੜੇ ਸਟ੍ਰੋਬੀਲਾ ਦੇ ਕੋਲ ਮਾਈਕਰੋਸਪੋਰੋਫਿਲ ਹੁਣ ਤੇ ਮਾਈਕਰੋਸਪੋਰੈਂਜੀ ਹੁੰਦੇ ਨੇ। ਜਿਹੜਾ ਸਟ੍ਰੋਬੀਲਾ ਜਿਹੜਾ ਕੋਨ ਆ ਜਿਹਦੇ ਵਿੱਚ ਮਾਈਕਰੋਸਪੋਰੋਫਿਲ ਮਤਲਬ ਛੋਟੇ ਛੋਟੇ ਲੀਵਸ ਨੇ, ਛੋਟੇ ਛੋਟੇ ਸਪੋਰੈਂਜੀਆਂ ਨੇ, ਉਹਨਾਂ ਨੂੰ ਕੀ ਕਹਿੰਦਾ ਹੈਗਾ? ਹੋ ਕੇ ਜਾਂਦੇ ਨੇ ਮਾਈਕਰੋਸਪੋਰੈਂਜੀਅਨ, ਮਤਲਬ ਮੇਲ ਸਟ੍ਰੋਬੀਲਾ ਹੁੰਦੇ ਨੇ। ਤੇ ਜਿਹੜੇ ਕੋਲ ਜਿਹੜੇ ਸਟ੍ਰੋਬੀਲਾ ਦੇ ਕੋਲ ਵੱਡੇ ਵੱਡੇ ਲੀਵਸ ਹੋਣ, ਵੱਡੇ ਵੱਡੇ ਸਪੋਰੈਂਜੀਆ ਹੋਣ, ਠੀਕ ਹੈ, ਉਹਨੂੰ ਕੀ ਕਿਹਾ ਜਾਊਗਾ? ਫੀਮੇਲ ਸਟ੍ਰੋਬੀਲਾਈ ਕਿਹਾ ਜਾਊਗਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਮੈਗਾਸਪੋਰੈਂਜੀਏਟ ਕਿਹਾ ਜਾਊਗਾ। ਜਿਹੜੇ ਮਾਈਕਰੋਸਪੋਰੈਂਜੀਏਟ ਹੁੰਦੇ ਨੇ, ਠੀਕ ਹੈ, ਉਹਨਾਂ ਦੇ ਜਿਹੜੇ ਮਾਈਕਰੋਸਪੋਰੈਂਜੀ ਹੁੰਦੇ ਨੇ, ਮਾਈਕਰੋਸਪੋਰੋਫਿਲ ਆ, ਮਾਈਕਰੋਸਪੋਰੈਂਜੀਏਟ ਆ, ਇਹਦੇ ਵਿੱਚ ਮਾਈਕਰੋਸਪੋਰੈਂਜੀ ਨੇ। ਇਹਨਾਂ ਦੇ ਵਿੱਚ ਜਿਹੜੇ ਸਪੋਰਸ ਬਣਨਗੇ ਸਪੋਰ ਮਦਰ ਸੈਲ ਦੀ ਮਿਓਸਿਸ ਦੇ ਨਾਲ, ਉਹਨਾਂ ਨੂੰ ਆਪਾਂ ਮਾਈਕਰੋਸਪੋਰਸ ਕਹਾਂਗੇ। ਜਿਹੜੇ ਮਾਈਕਰੋਸਪੋਰਸ ਹੋਣਗੇ ਉਹ ਕਿਹਦੇ ਵਿੱਚ ਟਰਮੀਨੇਟ ਕਰਨਗੇ? ਮੇਲ ਗੈਮੀਟੋਫਾਈਟ ਦੇ ਵਿੱਚ ਟਰਮੀਨੇਟ ਕਰਨਗੇ, ਜਿਹਨੂੰ ਕਿ ਆਪਾਂ ਪੋਲਨ ਗ੍ਰੇਨ ਵੀ ਕਹਿ ਦਿੰਦੇ ਹਾਂਗੇ। The microspores develop into a male gametophyte fitting generation which is highly reduced and confined to only limited number of cells। ਤੇ pollen grain ਦੇ ਕੋਲ ਮਤਲਬ ਮੇਲ ਗੈਮੀਟੋਫਾਈਟ ਦੇ ਕੋਲ ਲਿਮਿਟਡ ਨੰਬਰ ਆਫ ਸੈਲਸ ਹੀ ਹੁੰਦੇ ਨੇਗੇ, ਠੀਕ ਹੈ। 2 ਜਾਂ 3 ਸਾਲ ਦਾ ਹੀ ਬਣਿਆ ਹੁੰਦਾ ਉਹ। ਤੇ ਦਿਸ ਰਿਡਿਊਸਡ ਗੈਮੀਟੋਫਾਈਟ ਇਜ਼ ਕਾਲਡ ਪੋਲਨ ਗ੍ਰੇਨ। ਤਾਂ ਮੈਂ ਉਹਦੀ ਕਹਿ ਰਹੀ ਹਾਂ ਕਿ ਮੇਲ ਗੈਮੀਟੋਫਾਈਟ ਪੋਲਨ ਗ੍ਰੇਨ ਕਿਹਾ ਜਾਂਦਾ ਹੈਗਾ। ਡਿਵੈਲਪਮੈਂਟ ਜਿਹੜੀ ਹੈ ਪੋਲਨ ਗ੍ਰੇਨ ਦੀ ਉਹ ਕੀ ਹੈ? ਮਾਈਕਰੋਸਪੋਰੈਂਜੀਆ ਦੇ ਅੰਦਰ ਹੀ ਹੁੰਦੀ ਹੈ, ਠੀਕ ਹੈ। ਇਹਨਾਂ ਦੇ ਵਿੱਚ ਭਾਵੇਂ ਪੋਲਨ ਗ੍ਰੇਨ ਮਤਲਬ ਭਾਵੇਂ ਮੇਲ ਗੈਮੀਟੋਫਾਈਟ ਦੀ ਡਿਵੈਲਪਮੈਂਟ ਹੈ, ਭਾਵੇਂ ਫੀਮੇਲ ਗੈਮੀਟੋਫਾਈਟ ਦੀ ਡਿਵੈਲਪਮੈਂਟ। ਜਿਮਨੋਸਪਰਮਸ ਦੇ ਵਿੱਚ ਮਾਈਕਰੋ ਜਾਂ ਮੈਗਾਸਪੋਰੈਂਜੀਆ ਦੇ ਅੰਦਰ ਹੀ ਮਤਲਬ ਸਪੋਰੈਂਜੀਆ ਦੇ ਅੰਦਰ ਹੀ ਡਿਵੈਲਪਮੈਂਟ ਹੋਊਗੀ। ਜਿਹੜੇ ਕੋਨਸ ਦੇ ਕੋਲ ਮੈਗਾਸਪੋਰੋਫਿਲਸ ਹੁੰਦੇ ਨੇ, ਠੀਕ ਹੈ, ਅਤੇ ਮੈਗਾਸਪੋਰੋਫਿਲਸ ਦੇ ਉੱਪਰ ਓਵਿਊਲਸ ਜਾਂ ਫਿਰ ਮੈਗਾਸਪੋਰੈਂਜੀਆ ਨੂੰ ਹੀ ਓਵਿਊਲਸ ਕਿਹਾ ਜਾਂਦਾ, ਠੀਕ ਹੈ। ਵੱਡੇ ਵੱਡੇ ਲੀਵਸ ਹੋਣਗੇ, ਠੀਕ ਹੈ, ਅਤੇ ਵੱਡੇ ਵੱਡੇ ਉਹ ਹੋਣਗੇ, ਇਹਨਾਂ ਨੂੰ ਕੀ ਕਿਹਾ ਜਾਊਗਾ? ਓਵਿਊਲਸ ਕਿਹਾ ਜਾਊਗਾ, ਠੀਕ ਹੈ, ਜਾਂ ਫਿਰ ਮੈਗਾਸਪੋਰੈਂਜੀਆ ਕਿਹਾ ਜਾਊਗਾ। ਅਤੇ ਇਹਨਾਂ ਦੇ ਵਿੱਚ ਕੀ ਹੈ? ਇੱਥੇ ਨਿਊਸੈਲਰ ਸੈਲਸ ਓਵਿਊਲ ਆ, ਓਵਿਊਲ ਦੇ ਇੱਥੇ ਕੀ ਹੁੰਦੇ ਨੇ? ਨਿਊਸੈਲਰ ਸੈਲਸ ਪ੍ਰੈਜ਼ੈਂਟ ਹੁੰਦੇ ਨੇ। ਇਹਨਾਂ ਨਿਊਸੈਲਰ ਸੈਲਸ ਤੋਂ ਇੱਕ ਸੈਲ ਜਿਹੜਾ ਹੈਗਾ ਉਹ ਸਪੋਰ ਮਦਰ ਸੈਲ ਦੇ ਰਿਐਕਟ ਕਰਦਾ, ਉਹ 4 ਸੈਲ ਬਣਾਉਂਦਾ, ਅਤੇ 4 ਦੇ ਵਿੱਚੋਂ 3 ਡੀਜਨਰੇਟ ਕਰ ਜਾਂਦੇ ਨੇ, ਅਤੇ ਉਹਨਾਂ ਦੇ ਵਿੱਚ ਇੱਕ ਬਚ ਜਾਂਦਾ। ਇੱਕ ਬਚ ਕੇ ਉਹ ਕੀ ਆ? ਫੀਮੇਲ ਗੈਮੀਟੋਫਾਈਟ ਦੇ ਵਿੱਚ ਗਰੋ ਕਰ ਜਾਂਦਾ, ਅਤੇ ਫੀਮੇਲ ਗੈਮੀਟੋਫਾਈਟ ਓਵਿਊਲ ਦੇ ਉੱਪਰ ਹੀ ਪਰਸਿਸਟ ਕਰਦਾ ਹੈਗਾ। ਅਤੇ ਫੀਮੇਲ ਗੈਮੀਟੋਫਾਈਟ ਦੇ ਵਿੱਚ ਅੱਗੇ ਸੈਕਸ ਆਰਗਨਸ ਬਣਦੇ ਨੇ, ਦੋ ਜਾਂ ਦੋ ਤੋਂ ਵੱਧ ਆਰਕੀਗੋਨੀਆ ਬਣਦੇ ਨੇ, ਅਤੇ ਹਰੇਕ ਆਰਕੀਗੋਨੀਆ ਦੇ ਕੋਲ ਸਿੰਗਲ ਐਗ ਹੁੰਦਾ ਹੈਗਾ। Development of pollen grains takes place within the microsporangia. The cones bearing microsporophylls with the ovules or megasporangia are called microsporangiate or स्ट्रॉबिला, ठीक है। ਜਿਹਦੇ ਕੋਲ ਵੱਡੇ ਵੱਡੇ ਲੀਵਸ, ਵੱਡੇ ਵੱਡੇ ਸਪੋਰੈਂਜੀਆ ਹੋਣਗੇ ਉਹਨਾਂ, ਠੀਕ ਹੈ, ਮੈਕਰੋਸਪੋਰੈਂਜੀਆ ਹੋਣਗੇ, ਸੌਰੀ ਮੈਗਾਸਪੋਰੈਂਜੀਆ ਹੋਣਗੀਆਂ, ਜਾਂ ਫਿਰ ਓਵਿਊਲਸ ਹੋਣਗੀਆਂ, ਉਹਨਾਂ ਨੂੰ ਆਪਾਂ ਮੈਕਰੋਸਪੋਰੈਂਜੀਏਟ ਜਾਂ ਫਿਰ ਫੀਮੇਲ ਸਟ੍ਰੋਬੀਲਾ ਕਹਾਂਗੇ। ਅਤੇ ਮੇਲ ਅਤੇ ਫੀਮੇਲ ਸਟ੍ਰੋਬੀਲਾ ਸੇਮ ਟਰੀ ਦੇ ਉੱਪਰ ਵੀ ਗਰੋ ਕਰ ਸਕਦੇ ਨੇ, ਸੇਮ ਪਲਾਂਟ ਦੇ ਉੱਪਰ ਵੀ ਗਰੋ ਕਰ ਸਕਦੇ, ਸੇਮ ਬੋਡੀ ਦੇ ਉੱਪਰ, ਜਿਹਨੂੰ ਕਿ ਆਪਾਂ ਪਾਈਨਸ ਕਹਾਂਗੇ, ਜਾਂ ਡਿਫਰੈਂਟ ਬੋਡੀਜ਼ ਦੇ ਉੱਪਰ ਵੀ ਗਰੋ ਕਰ ਸਕਦੇ ਨੇ, ਜਿਵੇਂ ਕਿ ਸਾਈਕਸ ਦੇ ਵਿੱਚ ਸਾਈਕਸ ਕੀ ਆ ਫਿਰ ਮਤਲਬ ਡਾਇਓਸ਼ੀਅਸ ਹੁੰਦਾ ਹੈਗਾ। ਅਤੇ ਜਿਹੜਾ ਮੈਗਾਸਪੋਰ ਮਦਰ ਸੈਲ ਆ ਉਹ ਕੀ ਆ? ਨਿਊਸੈਲਸ ਦੇ ਇੱਕ ਸੈਲਸ ਤੋਂ ਹੀ ਡਿਫਰੈਂਸ਼ੀਏਟਡ ਹੁੰਦਾ ਹੈਗਾ। ਉਹ ਮੈਂ ਤੁਹਾਨੂੰ ਦੱਸਦਾ, ਜਿਹੜਾ ਨਿਊਸੈਲਸ ਆ ਉਹਦੇ ਬਾਹਰ ਕਵਰਿੰਗ ਹੁੰਦੀ ਹੈ, ਐਨਵੈਲਪਸ। ਨਿਊਸੈਲਸ ਸੈਲਸ ਦੇ ਬਾਹਰ ਐਨਵੈਲਪਸ ਹੁੰਦੇ ਨੇ, ਇੰਟੈਗਮੈਂਟਸ ਪ੍ਰੈਜ਼ੈਂਟ ਹੁੰਦੇ ਨੇਗੇ। ਐਂਡ ਇਹ ਪੂਰੇ
ਕੰਪੋਜ਼ਿਟ ਸਟਰਕਚਰ ਨੂੰ ਨਿਊਸਾਈਲਸ ਪਲਸ ਦ ਐਨਵੈਲਪਸ ਉਹਨੂੰ ਕੀ ਕਹਿੰਦੇ ਹੈਗਾ ਓਵਿਊਲ ਕਿਹਾ ਜਾਂਦਾ ਹੈਗਾ। ਜਿਹੜੇ ਓਵਿਊਲ ਹੁੰਦੇ ਨੇ ਉਹ ਮੈਗਾਸਪੋਰੋਫਿਲ ਦੇ ਉੱਪਰ ਬਣਦੇ ਨੇ, ਠੀਕ ਹੈ। ਅਤੇ ਜਿਹੜੇ ਕਾਫੀ ਸਾਰੇ ਮੈਗਾਸਪੋਰੋਫਿਲਸ ਨੇ ਉਹ ਕੀ ਕਲਸਟਰ ਹੋ ਕੇ ਫੀਮੇਲ ਕੋਨ ਜਾਂ ਫੀਮੇਲ ਸਟ੍ਰੋਬੀਲਾ ਜਾਂ ਫਿਰ ਮੈਗਾਸਪੋਰੈਂਸ਼ੀਏਟ ਮੈਕਰੋਸਪੋਰੈਂਸ਼ੀਏਟ ਬਣਾ ਸਕਦੇ ਨੇਗੇ। ਜਿਹੜਾ ਮੈਗਾਸਪੋਰ ਮਦਰ ਸੈੱਲ ਆ ਉਹ ਕੀ ਮਿਓਟਿਕਲੀ ਡਿਵਾਈਡ ਕਰਦਾ 4 ਮੈਗਾਸਪੋਰਸ ਬਣਾਉਂਦਾ, ਠੀਕ ਹੈ। ਇੱਕ ਮੈਗਾਸਪੋਰ ਉਹਨਾਂ ਦੇ ਵਿੱਚੋਂ ਕੀ ਆ ਮੈਗਾਸਪੋਰ ਜਿਹੜਾ ਹੈਗਾ ਉਹਨਾਂ ਦੇ ਵਿੱਚੋਂ ਮਲਟੀ ਸੈਲੂਲਰ ਫੀਮੇਲ ਗੇਮੇਟੋਫਾਈਟ ਦੇ ਵਿੱਚ ਗਰੋ ਕਰ ਜਾਂਦਾ ਗਾ, ਅਤੇ ਉਹ ਫੀਮੇਲ ਗੇਮੇਟੋਫਾਈਟ ਦੇ ਕੋਲ 2 ਜਾਂ 2 ਤੋਂ ਵੱਧ ਆਰਕੀਗੋਨੀਆ ਹੁੰਦੇ ਨੇ, ਜਾਂ ਤੁਸੀਂ ਕਹਿ ਸਕਦੇ ਹੋ ਫੀਮੇਲ ਸੈਕਸ ਆਰਗਨਸ ਹੁੰਦੇ ਨੇ। ਜਿਹੜਾ ਮਲਟੀ ਸੈਲੂਲਰ ਫੀਮੇਲ ਗੇਮੇਟੋਫਾਈਟ ਆ ਉਹ ਕੀ ਆ ਮੈਗਾਸਪੋਰੈਂਜੀਅਮ ਦੇ ਉੱਪਰ ਹੀ ਪਰਸਿਸਟ ਕਰਦਾ, ਮਤਲਬ ਇਹਨਾਂ ਦੇ ਕੋਲ ਵਿੱਚ ਫੀਮੇਲ ਅਤੇ ਮੇਲ ਗੇਮੇਟੋਫਾਈਟ ਸਪੋਰੈਂਜੀਅਮ ਦੇ ਉੱਪਰ ਹੀ ਪਰਸਿਸਟ ਕਰਨਗੇ, ਠੀਕ ਹੈ। ਬ੍ਰਿਓਫਾਈਟਸ ਅਤੇ ਟੈਰੀਡੋਫਾਈਟਸ ਦੇ ਵਿੱਚ ਕੀ ਸੀਗਾ, ਇਹਨਾਂ ਦੇ ਵਿੱਚ ਜਿਹੜਾ ਜਿਹੜਾ ਸਪੋਰੋਫਾਈਟ ਸੀਗਾ ਹੈ ਨਾ ਉਹ ਕੀ ਸੀ, ਜਿਹੜਾ ਗੇਮੇਟੋਫਾਈਟ ਸੀਗਾ ਉਹ ਕੀ ਸੀਗਾ ਫ੍ਰੀ ਲਿਵਿੰਗ ਸੀਗਾ, ਰਾਈਟ। ਬ੍ਰਿਓਫਾਈਟਸ ਅਤੇ ਟੈਰੀਡੋਫਾਈਟਸ ਦੇ ਵਿੱਚ। ਬਟ ਜਿਮਨੋਸਪਰਮਸ ਦੇ ਵਿੱਚ ਜਿਹੜਾ ਗੇਮੇਟੋਫਾਈਟ ਹੁੰਦਾ ਉਹ ਕੀ ਹੈ ਫ੍ਰੀ ਲਿਵਿੰਗ ਨਹੀਂ ਹੁੰਦਾ, ਇੰਡੀਪੈਂਡੈਂਟ ਨਹੀਂ ਹੁੰਦਾ, ਉੱਪਰ ਕਿ ਉਹ ਸਪੋਰੋਫਿਟਿਕ ਜਨਰੇਸ਼ਨ ਦੇ ਉੱਪਰ ਹੀ ਰਹਿੰਦਾ ਹੈਗਾ, ਠੀਕ ਹੈ। ਦੇ ਰਿਮੇਨ ਵਿਦਨ ਦ ਸਪੋਰੈਂਜੀਆ ਰਿਟੇਨਡ ਔਨ ਦ ਸਪੋਰੋਫਾਈਟਸ, ਠੀਕ ਹੈ। ਗੇਮੇਟੋਫਾਈਟ ਕਿਹਦੇ ਉੱਪਰ ਰਹਿੰਦਾ ਸਪੋਰੈਂਜੀਆ ਦੇ ਵਿੱਚ ਰਹਿੰਦਾ। ਸਪੋਰੈਂਜੀਆ ਮੈਂ ਦੱਸਿਆ ਕਿ ਸਪੋਰੈਂਜੀਆ ਦੇ ਵਿੱਚ ਹੀ ਫੀਮੇਲ ਅਤੇ ਮੇਲ ਗੇਮੇਟੋਫਾਈਟ ਰਹਿੰਦੇ ਨੇ, ਅਤੇ ਜਿਹੜਾ ਸਪੋਰੈਂਜੀਆ ਕਿੱਥੇ ਪ੍ਰੈਜ਼ੈਂਟ ਹੈ ਸਪੋਰੋਫਾਈਟ ਦੇ ਉੱਪਰ ਵੀ ਕਿੱਥੇ ਸਪੋਰੋਫਿਲ ਦੇ ਉੱਪਰ, ਰਾਈਟ। ਜਿਹੜੇ ਪੋਲਨ ਗ੍ਰੇਨ ਹੁੰਦੇ ਨੇ ਉਹ ਕੀ ਆ ਮਾਈਕਰੋਸਪੋਰੈਂਜੀਅਮ ਦੇ ਉੱਪਰ, ਫਿਰ ਮਾਈਕਰੋਸਪੋਰੈਂਜੀਅਮ 'ਚੋਂ ਰਿਲੀਜ਼ ਹੋ ਜਾਂਦੇ ਨੇ ਜਦੋਂ ਫੁੱਲੀ ਡਿਵੈਲਪ ਹੋ ਜਾਂਦੇ ਨੇ, ਅਤੇ ਉਹਨਾਂ ਨੂੰ ਏਅਰ ਕਰੰਟ ਜਿਹੜੇ ਕੈਰੀ ਕਰਦੇ ਨੇ, ਅਤੇ ਫਿਰ ਉਹਦੇ ਬਾਅਦ ਉਹ ਕੀ ਆ ਓਵਿਊਲ ਦੀ ਓਪਨਿੰਗ ਦੇ ਨਾਲ ਕੰਟੈਕਟ ਦੇ ਵਿੱਚ ਆ ਜਾਂਦੇ ਨੇ। ਓਵਿਊਲ ਕਿੱਥੇ ਪ੍ਰੈਜ਼ੈਂਟ ਨੇ ਮੈਗਾਸਪੋਰੋਫਿਲ ਦੇ ਉੱਪਰ ਪ੍ਰੈਜ਼ੈਂਟ ਨੇ। ਓਵਿਊਲ ਨੂੰ ਕੀ ਕਹਿੰਦਾ ਮੈਗਾਸਪੋਰੈਂਜੀਆ, ਠੀਕ ਹੈ। ਜਿਹੜੇ ਫਿਰ ਪੋਲਨ ਟਿਊਬ ਆ, ਠੀਕ ਹੈ, ਉਹ ਪੋਲਨ ਟਿਊਬ ਆ ਫਿਰ ਉਹਦੇ ਬਾਅਦ ਉਹਦੇ ਕਨੀ ਆਰਕੀਗੋਨੀਆ ਦੇ ਮਾਊਥ ਕਨੀ ਗਰੋ ਕਰਦੀ ਆ, ਅਤੇ ਪੋਲਨ ਟਿਊਬ ਦੇ ਕੋਲ ਕੀ ਹੁੰਦੇ ਨੇ ਮੇਲ ਗਮੇਟਸ ਹੁੰਦੇ ਨੇ, ਅਤੇ ਉਹਦੇ ਬਾਅਦ ਜਦੋਂ ਮਾਊਥ ਕੋਲ ਪਹੁੰਚ ਜਾਂਦੀ ਆ ਉੱਥੇ ਹੀ ਆਪਦੇ ਕੰਟੈਂਟਸ ਨੂੰ ਡਿਸਚਾਰਜ ਕਰ ਦਿੰਦੀ ਹੈ, ਅਤੇ ਫਿਰ ਉਹਦੇ ਬਾਅਦ ਫਰਟੀਲਾਈਜੇਸ਼ਨ ਹੁੰਦੀ ਆ, ਜ਼ਾਈਗੋਟ ਬਣਦਾ, ਜ਼ਾਈਗੋਟ ਫਿਰ ਐਮਬ੍ਰੀਓ ਦੇ ਵਿੱਚ ਡਿਵੈਲਪ ਹੋ ਜਾਂਦਾ, ਅਤੇ ਓਵਿਊਲਸ ਜਿਹੜੇ ਆ ਸੀਡਸ ਦੇ ਵਿੱਚ ਡਿਵੈਲਪ ਹੋ ਜਾਂਦੇ ਨੇ, ਜਿਹੜੇ ਸੀਡਸ ਹੁੰਦੇ ਨੇ ਕਵਰਡ ਨਹੀਂ ਹੁੰਦੇ। ਨਾਓ ਵੀ ਹੈਵ ਦ ਪਿਕਚਰਸ ਫਸਟ ਆਫ ਆਲ ਵੀ ਹੈਵ ਦ ਸਾਈਕਸ ਅਨਬ੍ਰਾਂਚਡ ਹੁੰਦਾ, ਡਾਇਓਸ਼ੀਅਸ ਹੁੰਦਾ ਗਾ, ਐਂਡ ਇਹਨਾਂ ਦੇ ਵਿੱਚ ਪਿਨੇਟ ਲੀਵਸ ਹੁੰਦੇ ਨੇ, ਪਿਨੇਟਲੀ ਕੰਪਾਊਂਡ ਲੀਵਸ ਹੁੰਦੇ ਨੇ। ਐਂਡ ਹੇਅਰ ਵੀ ਹੈਵ ਦ ਪਾਈਨਸ ਦੇ ਕੋਲ ਨੀਡਲ ਲਾਈਕ ਲੀਵਸ ਹੁੰਦੇ ਨੇ, ਐਂਡ ਇਟ ਇਜ਼ ਬ੍ਰਾਂਚਡ ਐਂਡ ਮੋਨੋਸ਼ੀਅਸ। ਐਂਡ ਜਿਹੜਾ ਸਾਈਕਸ ਆ ਉਹ ਕੀ ਆ ਕੋਰਲਰ ਰੂਟਸ ਦੇਖਣ ਨੂੰ ਮਿਲਦੇ ਨੇ, ਅਤੇ ਪਾਈਨਸ ਦੇ ਵਿੱਚ ਮਾਈਕੋਰਾਈਜ਼ਲ ਐਸੋਸੀਏਸ਼ਨ ਦੇਖਣ ਨੂੰ ਮਿਲਦੀ ਆ। ਐਂਡ ਵੀ ਹੈਵ ਦ ਗਿੰਕੋ ਕੀ ਆ ਲਿਵਿੰਗ ਫੋਸਿਲ ਆ, ਇਹਦੇ ਵਿੱਚ ਇੱਕ ਡਵਾਰਫ ਸ਼ੂਟ ਹੁੰਦੀ ਆ, ਇੱਕ ਲੌਂਗ ਸ਼ੂਟ ਹੁੰਦੀ ਆ, ਐਂਡ ਥੀਸ ਆਰ ਦ ਸੀਡਸ ਆਫ ਦ ਗਿੰਕੋ। Moving on to the angiosperms. ਜਿਮਨੋਸਪਰਮਸ ਦੇ ਵਿੱਚ ਤਾਂ ਸੀਡਸ ਨੇਮ ਹੁੰਦੇ ਨੇ ਹੈ ਨਾ, ਓਵਿਊਲਸ ਵੀ ਨੇਮ ਹੁੰਦੇ, ਬਟ ਐਂਜੀਓਸਪਰਮਸ ਦੇ ਵਿੱਚ ਓਵਿਊਲ ਨੇਮ ਨਹੀਂ ਹੁੰਦੇ। ਉਹ ਕੀ ਹੈ ਓਵਰੀ ਵੋਲ ਦੇ ਨਾਲ ਕਵਰਡ ਹੁੰਦੇ ਨੇ, ਠੀਕ ਹੈ। ਜਿਹੜੇ ਪੋਲਨ ਗ੍ਰੇਨਸ ਅਤੇ ਓਵਿਊਲਸ ਹੁੰਦੇ ਨੇ ਇਹਨਾਂ ਦੇ ਵਿੱਚ ਸਪੈਸ਼ਲਾਈਜ਼ ਸਟਰਕਚਰਸ ਦੇ ਵਿੱਚ ਪਾਉਂਦੇ ਨੇ, ਜਿਹਨਾਂ ਨੂੰ ਕਿ ਫਲਾਵਰਸ ਕਿਹਾ ਜਾਂਦਾ ਹੈਗਾ। ਐਂਜੀਓਸਪਰਮਸ ਦੇ ਵਿੱਚ ਜਿਹੜੇ ਸੀਡਸ ਹੁੰਦੇ ਨੇ ਉਹ ਕੀ ਆ ਫਰੂਟਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਐਂਡ ਐਂਜੀਓਸਪਰਮਸ ਜਿਹੜੇ ਹੈ ਕਾਫੀ ਜ਼ਿਆਦਾ ਐਕਸੈਪਸ਼ਨਲ ਲਾਰਜ, ਮਤਲਬ ਬਹੁਤ ਜ਼ਿਆਦਾ ਲਾਰਜ ਗਰੁੱਪ ਆ ਪਲਾਂਟਸ ਦਾ, ਅਤੇ ਇਹ ਪਲਾਂਟਸ ਦੇ ਵਾਈਡ ਰੇਂਜ ਆਫ ਹੈਬੀਟੈਟਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਠੀਕ ਹੈ। ਕਿਸੇ ਵੀ ਨੈਰੋ ਜੀਓਗ੍ਰਾਫੀਕਲ ਰੀਜਨ ਦੇ ਨਾਲ ਲਿਮਿਟਡ ਨਹੀਂ ਹੁੰਦੇ ਇਹ, ਅਤੇ ਇਹਨਾਂ ਦੇ ਸਾਈਜ਼ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਰੇਂਜ ਦੇਖਣ ਨੂੰ ਮਿਲਦੀ ਆ, ਠੀਕ ਹੈ। ਸਮੋਲੈਸਟ ਮਾਈਕਰੋਸਕੋਪਿਕ, ਠੀਕ ਹੈ, ਵੋਲਫੀਆ ਤੋਂ ਲੈ ਕੇ ਟਾਲ ਟਰੀਜ਼ ਯੂਕਲਿਪਟਸ ਵਰਗੇ ਟਾਲ ਟਰੀ ਜਿਹੜੇ ਕਿ 100 ਮੀਟਰ ਤੋਂ ਵੱਧ ਤੱਕ ਗਰੋ ਕਰ ਸਕਦੇ ਨੇ, ਐਨੀ ਹੀ ਰੇਂਜ ਦਿਖਾਉਂਦੇ ਇਹਨਾਂ ਦੇ ਸਾਈਜ਼ ਦੇ ਵਿੱਚ। ਇਹ ਕੀ ਆ ਆਪਾਂ ਨੂੰ ਪ੍ਰੋਵਾਈਡ ਕਰਦੇ ਨੇ ਫੂਡ, ਫੋਡਰ, ਫਿਊਲ, ਮੈਡੀਸਿਨਸ, ਅਤੇ ਹੋਰ ਵੀ ਕਾਫੀ ਜ਼ਿਆਦਾ ਕਮਰਸ਼ੀਅਲੀ ਇੰਪੋਰਟੈਂਟ ਪ੍ਰੋਡਕਟਸ ਆਪਾਂ ਨੂੰ ਪ੍ਰੋਵਾਈਡ ਕਰਦੇ ਨੇ। ਇਹ 2 ਕਲਾਸਿਸ ਦੇ ਵਿੱਚ ਡਿਵਾਈਡਡ ਹੁੰਦੇ ਨੇ, ਡਾਈਕੋਟਿਲੇਡੋਨਸ ਐਂਡ ਮੋਨੋਕੋਟਿਲੇਡੋਨਸ। ਐਂਡ ਆਪਾਂ ਨੂੰ ਇੱਥੇ ਫੋਟੋ ਦਿੱਤੀ ਹੋਇਆ ਡਾਈਕੋਟਿਲੇਡੋਨ ਦੀ, ਐਂਡ ਦਿਸ ਇਜ਼ ਅ ਮੋਨੋਕੋਟਿਲੇਡੋਨ। ਪਲਾਂਟ ਕਿੰਗਡਮ ਦੇ ਵਿੱਚ ਕੀ ਹੁੰਦੇ ਨੇ ਐਲਗੇ, ਬ੍ਰਿਓਫਾਈਟਸ, ਟੈਰੀਡੋਫਾਈਟਸ, ਜਿਮਨੋਸਪਰਮਸ, ਐਂਜੀਓਸਪਰਮਸ ਹੁੰਦੇ ਨੇ। ਐਲਗੇ ਕਲੋਰੋਫਿਲ ਬੇਅਰਿੰਗ, ਸਿੰਪਲ ਥਾਇਰੋਇਡ, ਆਟੋਟ੍ਰੋਫਿਕ ਅਤੇ ਲਾਰਜਲੀ ਕੋਡਿਕ ਆਰਗੈਨਿਜ਼ਮ ਹੁੰਦੇ ਨੇ, ਅਤੇ ਇਹਨਾਂ ਦੇ ਕੋਲ ਕਿਹੜਾ ਪਿਗਮੈਂਟ ਹੈ ਅਤੇ ਸਟੋਰਡ ਫੂਡ ਕਿਸ ਤਰ੍ਹਾਂ ਦਾ, ਉਹਦੇ ਬੇਸਿਸ ਦੇ ਉੱਪਰ ਜਿਹੜਾ ਐਲਗੇ ਆ ਉਹਨੂੰ 3 ਕਲਾਸਿਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ, ਕਲੋਰੋਫਾਈਸ਼ੀ, ਫੇਫਾਈਸ਼ੀ ਅਤੇ ਰੋਡੋਫਾਈਸ਼ੀ। ਐਲਗੇ ਕੀ ਆ ਵੈਜੀਟੇਟਿਵਲੀ ਫਰੈਗਮੈਂਟੇਸ਼ਨ ਨਾਲ ਰਿਪਰੋਡਿਊਸ ਕਰਦੇ ਨੇ, ਅਤੇ ਏਸੈਕਸ਼ੁਅਲੀ ਕੀ ਆ ਡਿਫਰੈਂਟ ਟਾਈਪਸ ਆਫ ਸਪੋਰਸ ਨਾਲ ਰਿਪਰੋਡਿਊਸ ਕਰਦੇ ਨੇ, ਅਤੇ ਸੈਕਸ਼ੁਅਲੀ ਕੀ ਆ ਬਾਈ ਦ ਫੋਰਮੇਸ਼ਨ ਆਫ ਗੈਮੀਟਸ ਰਿਪਰੋਡਿਊਸ ਕਰਦੇ ਨੇ, ਅਤੇ ਇਹ ਆਈਜ਼ੋਗੈਮੀ, ਅਨਆਈਜ਼ੋਗੈਮੀ, ਓਗੈਮੀ ਕੁਝ ਵੀ ਸ਼ੋ ਕਰ ਸਕਦੇ ਨੇ। ਬ੍ਰਿਓਫਾਈਟ ਜੋ ਪਲਾਂਟਸ ਹੁੰਦੇ ਨੇ ਜਿਹੜੇ ਕਿ ਸੋਇਲ ਦੇ ਵਿੱਚ ਰਹਿ ਤਾਂ ਸਕਦੇ ਨੇ, ਬਟ ਵਾਟਰ ਦੇ ਉੱਪਰ ਡਿਪੈਂਡੈਂਟ ਹੁੰਦੇ ਨੇ ਸੈਕਸ਼ੂਅਲ ਰਿਪਰੋਡਕਸ਼ਨ ਦੇ ਲਈ, ਠੀਕ ਹੈ। ਇਹਨਾਂ ਦੀ ਪਲਾਂਟ ਬੋਡੀ ਮੋਰ ਡਿਫਰੈਂਸ਼ੀਏਟਡ ਹੁੰਦੀ ਹੈ ਐਜ਼ ਕੰਪੇਅਰ ਟੂ ਦ ਐਲਗੇ, ਅਤੇ ਥੈਲਸ ਲਾਈਕ ਇਹਨਾਂ ਦੀ ਵੀ ਬੋਡੀ ਹੁੰਦੀ ਹੈ, ਅਤੇ ਪ੍ਰੋਸਟੇਟ ਵੀ ਹੋ ਸਕਦੀ ਹੈ, ਇਰੈਕਟ ਵੀ ਹੋ ਸਕਦੀ ਹੈ, ਮਤਲਬ ਇੱਦਾਂ ਦੀ ਵੀ ਹੋ ਸਕਦੀ ਹੈ ਅਤੇ ਇੱਦਾਂ ਦੀ ਵੀ ਹੋ ਸਕਦੀ ਹੈ। ਅਤੇ
ਸਬਸਟੇਟਸ ਨਾਲ ਅਟੈਚ ਹੁੰਦੀ ਹੈ ਵਿਦ ਦ ਹੈਲਪ ਆਫ ਰਾਈਜ਼ੋਮਸ। ਅਤੇ ਇਹ ਇਹਨਾਂ ਦੇ ਕੋਲ ਰੂਟ ਲਾਈਕ, ਲੀਫ ਲਾਈਕ ਅਤੇ ਸਟੈਮ ਲਾਈਕ ਸਟਰਕਚਰਸ ਹੁੰਦੇ ਨੇ ਗੇ। ਇਹ ਇਹਨਾਂ ਦੇ ਕੋਲ ਟਰੂ ਰੂਟ, ਸਟੈਮ ਅਤੇ ਲੀਵਸ ਨਹੀਂ ਹੁੰਦੀਆਂ, ਰੂਟ ਲਾਈਕ, ਲੀਫ ਲਾਈਕ, ਸਟੈਮ ਲਾਈਕ ਸਟਰਕਚਰ ਹੁੰਦੇ ਨੇ। ਇਸੇ ਕਰਕੇ ਇਹ ਕੀ ਨੇ, ਥੈਲੋਇਡ ਨੇ, ਰਾਈਟ। ਜਿਹੜੇ ਬ੍ਰਿਓਫਾਈਟਸ ਜਿਹੜੇ ਆ ਉਹ ਕੀ ਆ, ਦੋ ਉਹ ਡਿਵਾਈਡਡ ਨੇ ਲਿਵਰ ਵੋਰਟਸ ਅਤੇ ਮੋਸਿਸ ਦੇ ਵਿੱਚ, ਠੀਕ ਹੈ। ਜਿਹੜੀ ਪਲਾਂਟ ਬੋਡੀ ਹੈ ਲਿਵਰ ਵੋਰਟ ਦੀ, ਉਹ ਕੀ ਹੁੰਦੀ ਹੈ, ਥੈਲੋਇਡ ਹੁੰਦੀ ਹੈ ਅਤੇ ਡੋਰਸੀ ਵੈਂਟਰਲ ਹੁੰਦੀ ਆ। ਐਂਡ ਵੈਰਸ ਮੋਸਿਸ ਦੀ ਜਿਹੜੀ ਬੋਡੀ ਹੁੰਦੀ ਆ ਆਪਰਾਈਟ ਹੁੰਦੀ ਆ, ਅਤੇ ਉਹਦੇ ਕੋਲ ਸਿਲੰਡਰ ਐਕਸਸ ਹੁੰਦੀ ਹੈ ਜਿਹਦੇ ਕੋਲ ਸਪਾਇਰਲੀ ਅਰੇਂਜ ਲੀਵਸ ਹੁੰਦੀ, ਜਿੱਦਾਂ ਕਿ ਆਪਾਂ ਨੇ ਸਵਾਗਨਮ ਦੀ ਫੋਟੋ ਦੇਖੀ ਸੀ, ਰਾਈਟ। ਜਿਹੜੀ ਮੇਨ ਪਲਾਂਟ ਬੋਡੀ ਹੁੰਦੀ ਹੈ ਬ੍ਰਿਓਫਾਈਟ ਦੀ, ਉਹਦੇ ਕੋਲ ਕੀ ਹੁੰਦਾ ਕਿ ਮੀਟ ਪ੍ਰੋਡਿਊਸਿੰਗ, ਉਹ ਜਿਹੜੀ ਮੇਨ ਪਲਾਂਟ ਬੋਡੀ ਦੀ ਬ੍ਰਿਓਫਾਈਟ ਦੀ ਉਹ ਮੀਟ ਪ੍ਰੋਡਿਊਸਿੰਗ ਹੁੰਦੀ ਹੈ, ਅਤੇ ਇਸ ਕਰਕੇ ਉਹਨੂੰ ਗੈਮੇਟੋਫਾਈਟ ਕਿਹਾ ਜਾਂਦਾ ਹੈਗਾ। ਅਤੇ ਮੇਲ ਸੈਕਸ ਆਰਗਨਸ ਹੁੰਦੇ ਨੇ ਮੇਨ ਉਹਦੇ ਕੋਲ ਗੈਮੇਟੋਫਾਈਟ ਦੇ ਕੋਲ, ਜਿਹਨਾਂ ਨੂੰ ਐਂਥੀਰੀਆ ਕਿਹਾ ਜਾਂਦਾ, ਅਤੇ ਫੀਮੇਲ ਸੈਕਸ ਆਰਗਨਸ ਵੀ ਹੁੰਦੇ ਨੇ ਗੈਮੇਟੋਫਾਈਟ ਦੇ ਕੋਲ, ਜਿਹਨਾਂ ਨੂੰ ਆਰਕੀਗੋਨੀਆ ਕਿਹਾ ਜਾਂਦਾ। ਇਹ ਐਂਥੀਰੀਆ ਅਤੇ ਆਰਕੀਗੋਨੀਆ ਸੇਮ ਪਲਾਂਟ ਬੋਡੀ ਦੇ ਉੱਪਰ ਵੀ ਗਰੋ ਕਰ ਸਕਦੇ ਨੇ, ਅਤੇ ਉਸ ਕੰਡੀਸ਼ਨ ਆਪਾਂ ਮੋਨੋਸ਼ੀਸ ਕਹਾਂਗੇ, ਅਤੇ ਡਿਫਰੈਂਟ ਪਲਾਂਟ ਬੋਡੀਜ਼ ਦੇ ਉੱਪਰ ਵੀ ਗਰੋ ਕਰ ਸਕਦੇ ਨੇ, ਜਿੱਦਾਂ ਕਿ ਮਾਰਸ਼ੈਂਸ਼ੀਆ ਦੇ ਵਿੱਚ ਹੋ ਗਿਆ ਹੈ ਨਾ, ਉਸ ਕੰਡੀਸ਼ਨ ਨੂੰ ਆਪਾਂ ਡਾਇਓਸ਼ੀਸ ਕਹਾਂਗੇ। ਜਿਹੜੇ ਮੇਲ ਅਤੇ ਫੀਮੇਲ ਗੈਮੀਟਸ ਨੇ ਉਹ ਕੀ ਫਿਊਜ਼ ਕਰਦੇ ਨੇ ਫਿਰ ਜ਼ਾਈਗੋਟ ਬਣਾਉਣ ਦੇ ਲਈ, ਜਿਹੜਾ ਕਿ ਮਲਟੀ ਸੈਲੂਲਰ ਬੋਡੀ ਫਿਰ ਬਣਾਉਂਦਾ ਹੈਗਾ, ਜਿਹਨੂੰ ਕਿ ਸਪੋਰੋਫਾਈਟ ਕਹਿੰਦਾ। ਫਿਰ ਉਹਦੇ ਬਾਅਦ ਸਪੋਰੋਫਾਈਟ ਜਿਹੜਾ ਹੈ ਉਹ ਮਿਓਸਿਸ ਕਰਕੇ ਹੈਪਲੋਇਡ ਸਪੋਰਸ ਬਣਾਉਂਦਾ ਹੈਗਾ, ਸਪੋਰਸ ਜਰਮੀਨੇਟ ਕਰ ਜਾਂਦੇ ਨੇ ਗੈਮੇਟੋਫਾਈਟ ਦੇ ਵਿੱਚ। ਟੈਰਿਡੋਫਾਈਟਸ ਦੇ ਵਿੱਚ ਜਿਹੜੀ ਮੇਨ ਪਲਾਂਟ ਬੋਡੀ ਹੁੰਦੀ ਹੈ ਸਪੋਰੋਫਾਈਟ ਹੁੰਦੀ ਹੈ, ਜਿਹੜੀ ਕਿ ਟਰੂ ਰੂਟ, ਸਟੈਮ ਅਤੇ ਲੀਵਸ ਦੇ ਵਿੱਚ ਡਿਫਰੈਂਸ਼ੀਏਟ ਹੁੰਦੀ, ਮਤਲਬ ਇਹ ਕੀ ਹੁੰਦੇ ਨੇ, ਇਹ ਥੈਲੋਫਾਈਟਾ ਹੁੰਦੇ ਨੇ। ਇਹ ਕੀ ਆ, ਇਹਨਾਂ ਦੇ ਕੋਲ ਜਿਹੜੇ ਆਰਗਨਸ ਹੁੰਦੇ ਨੇ ਹੈ ਨਾ, ਰੂਟ, ਸਟੈਮ ਅਤੇ ਲੀਵਸ, ਇਹਨਾਂ ਦੇ ਕੋਲ ਵੈਲ ਡਿਫਰੈਂਸ਼ੀਏਟਡ ਵੈਸਕੂਲਰ ਟਿਸ਼ੂ ਪ੍ਰੈਜ਼ੈਂਟ ਹੁੰਦਾ ਹੈਗਾ। ਸਪੋਰੋਫਾਈਟਸ ਦੇ ਕੋਲ ਸਪੋਰੈਂਜੀਆ ਹੁੰਦੇ ਨੇ, ਜਿਹੜੇ ਕਿ ਸਪੋਰਸ ਬਣਾਉਂਦੇ ਨੇ, ਜਿਹੜੇ ਸਪੋਰਸ ਨੇ ਉਹ ਜਰਮੀਨੇਟ ਕਰ ਜਾਂਦੇ ਨੇ ਗੈਮੇਟੋਫਾਈਟ ਦੇ ਵਿੱਚ, ਅਤੇ ਗੈਮੇਟੋਫਾਈਟ ਨੂੰ ਕੂਲ ਡੈਂਪ ਪਲੇਸਿਸ ਚਾਹੀਦੇ ਨੇ ਗਰੋ ਕਰਨ ਦੇ ਲਈ। ਜਿਹੜੇ ਗੈਮੇਟੋਫਾਈਟਸ ਹੁੰਦੇ ਨੇ ਉਹਨਾਂ ਦੇ ਕੋਲ ਮੇਲ ਅਤੇ ਫੀਮੇਲ ਸੈਕਸ ਆਰਗਨਸ ਪ੍ਰੈਜ਼ੈਂਟ ਹੁੰਦੇ ਨੇ, ਜਿਹਨਾਂ ਨੂੰ ਕਿ ਐਂਥੀਰੀਆ ਐਂਡ ਆਰਕੀਗੋਨੀਆ ਕਿਹਾ ਜਾਂਦਾ ਹੈਗਾ। ਵਾਟਰ ਇਹਨਾਂ ਨੂੰ ਚਾਹੀਦਾ ਹੁੰਦਾ ਹੈਗਾ ਫॉर ਦ ਟ੍ਰਾਂਸਫਰ ਆਫ ਮਿਲਕ ਮੀਟ ਟੂ ਦ ਆਰਕੀਗੋਨੀਅਮ, ਜਿੱਥੇ ਫਿਰ ਜ਼ਾਈਗੋਟ ਬਣਦਾ। ਫਿਰ ਜ਼ਾਈਗੋਟ ਤੋਂ ਬਾਅਦ ਫਰਟੀਲਾਈਜੇਸ਼ਨ ਹੁੰਦੀ ਹੈ, ਫਰਟੀਲਾਈਜੇਸ਼ਨ ਤੋਂ ਬਾਅਦ ਜਿਹੜਾ ਹੈ ਸਪੋਰੋਫਾਈਟ ਬਣਦਾ, ਠੀਕ ਹੈ। ਜ਼ਾਈਗੋਟ ਬਣਦਾ ਬਾਏ ਦ ਫਰਟੀਲਾਈਜੇਸ਼ਨ, ਅਤੇ ਜ਼ਾਈਗੋਟ ਕਾਲਜ ਸਟੋਰ ਹੋ ਜਾਂਦਾ ਹੈਗਾ, ਸਪੋਰੋਫਾਈਟ ਡਿਸਟਰਬ ਹੋ ਜਾਂਦਾ ਹੈਗਾ। ਜਿਹੜੇ ਜਿਮਨੋਸਪਰਮਸ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਪਲਾਂਟਸ ਹੁੰਦੇ ਨੇ ਹੈ ਨਾ, ਉਹ ਜਿਮਨੋਸਪਰਮਸ ਜਿਹੜੇ ਪਲਾਂਟਸ ਜਿਮਨੋਸਪਰਮਸ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਓਵਿਊਲਸ ਨੇ ਉਹ ਕੀ ਹੈ, ਕਿਸੇ ਵੀ ਓਵਰੀ ਬੋਲ ਦੇ ਨਾਲ ਕਵਰ ਨਹੀਂ ਹੁੰਦੇ, ਅਤੇ ਫਰਟੀਲਾਈਜੇਸ਼ਨ ਤੋਂ ਬਾਅਦ ਜਿਹੜੇ ਸੀਡਸ ਨੇ ਉਹ ਐਕਸਪੋਜ਼ਡ ਹੀ ਰਹਿੰਦੇ ਨੇ, ਤਾਂ ਕਰਕੇ ਇਹਨਾਂ ਨੂੰ ਨੇਕਡ ਸੀਡਡ ਪਲਾਂਟਸ ਕਿਹਾ ਜਾਂਦਾ ਹੈਗਾ। ਜਿਹੜੇ ਜਿਮਨੋਸਪਰਮਸ ਹੁੰਦੇ ਨੇ ਉਹ ਕੀ ਆ, ਮਾਈਕਰੋਸਪੋਰਸ ਅਤੇ ਮੈਗਾਸਪੋਰਸ ਬਣਾਉਂਦੇ ਨੇ, ਜਿਹੜੇ ਕਿ ਮਾਈਕਰੋਸਪੋਰੈਂਜੀਆ ਅਤੇ ਮੈਗਾਸਪੋਰੈਂਜੀਆ ਦੇ ਉੱਪਰ ਬਣਦੇ ਨੇ, ਠੀਕ ਹੈ। ਅਤੇ ਮਾਈਕਰੋਸਪੋਰੈਂਜੀਆ ਅਤੇ ਮੈਗਾਸਪੋਰੈਂਜੀਆ ਕਿਹਦੇ ਉੱਪਰ ਪ੍ਰੈਜ਼ੈਂਟ ਨੇ, ਮਾਈਕਰੋਸਪੋਰੋਫਿਲ ਅਤੇ ਮੈਕਰੋਸਪੋਰੋਫਿਲ ਦੇ ਉੱਪਰ ਪ੍ਰੈਜ਼ੈਂਟ ਨੇ। ਜਿਹੜੇ ਸਪੋਰੋਫਿਲਸ ਨੇ, ਠੀਕ ਹੈ, ਮਾਈਕਰੋਸਪੋਰੋਫਿਲ ਅਤੇ ਮੈਗਾਸਪੋਰੋਫਿਲ ਉਹ ਕੀ ਸਪਾਇਰਲੀ ਅਰੇਂਜ ਹੁੰਦੇ ਨੇ ਔਨ ਦ ਐਕਸਿਸ ਟੂ ਫਾਰਮ ਦ ਮੇਲ ਐਂਡ ਦ ਫੀਮੇਲ ਕੋਨਸ, ਠੀਕ ਹੈ। ਮੇਲ ਕੋਨ ਨੂੰ ਮਾਈਕਰੋਸਪੋਰੈਂਜੀਟ ਕਹਾਂਗੇ, ਅਤੇ ਮੈਕਰੋਸਪੋਰੈਂਜੀਟ ਕਿਹਨੂੰ ਕਹਾਂਗੇ, ਫੀਮੇਲ ਕੋਨ। ਜਿਹੜੇ ਪੋਲਨ ਗ੍ਰੇਨ ਜਰਮੀਨੇਟ ਕਰ ਜਾਂਦੇ ਨੇ, ਅਤੇ ਫਿਰ ਪੋਲਨ ਦੇ ਵਿੱਚ ਉਹਦੇ ਕੋਲ ਮਿਲਕ ਬਿਟ ਹੁੰਦੇ ਨੇ, ਓਵਿਊਲ ਕਰਨੀ ਜਾਂਦੀ ਹੈ ਉਹ, ਫਿਰ ਐਗ ਕਰਨੀ ਜਾਂਦੀ ਹੈ, ਐਕਸੈਲ ਜਿਹੜਾ ਆਰਕੀਗੋਨੀਆ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਉੱਥੇ ਉਹ ਫਿਊਜ਼ ਕਰ ਜਾਂਦੀ ਹੈ ਜ਼ਾਈਗੋਟ ਬਣ ਜਾਂਦਾ ਫਰਟੀਲਾਈਜੇਸ਼ਨ ਤੋਂ ਬਾਅਦ, ਅਤੇ ਫਿਰ ਉਹ ਐਂਬਰੀਓ ਦੇ ਵਿੱਚ ਗਰੋ ਹੋ ਜਾਂਦਾ, ਜ਼ਾਈਗੋਟ ਐਂਬਰੀਓ ਦੇ ਵਿੱਚ, ਅਤੇ ਓਵਿਊਲ ਚੀਜ਼ ਦੇ ਵਿੱਚ ਗਰੋ ਕਰ ਜਾਂਦੇ ਨੇ। ਐਂਜੀਓਸਪਰਮਸ ਦੋ ਕਲਾਸਿਸ ਦੇ ਡਿਵਾਈਡਡ ਨੇ, ਡਾਇਕੋਟਿਲਿਡੋਨਾ ਅਤੇ ਮੋਨੋਕੋਟਿਲਿਡੋਨਾ। ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਹੋਰ ਆਪਾਂ ਦੇਖਦੇ ਕਿ ਪੁਰਾਣੀ ਐਡੀਸ਼ਨ ਦੇ ਵਿੱਚ ਪ੍ਰੈਜ਼ੈਂਟ ਸੀ। ਜਿਹੜੇ ਐਲਗੇ ਹੁੰਦੇ ਨੇ ਉਹ ਹੈਪਲੋਟਿਕ ਲਾਈਫ ਸਾਈਕਲ ਸ਼ੋ ਕਰਦੇ ਨੇ, ਜਿਹੜੇ ਜਿਮਨੋਸਪਰਮਸ ਹੁੰਦੇ ਨੇ ਅਤੇ ਐਂਜੀਓਸਪਰਮਸ ਹੁੰਦੇ ਨੇ ਉਹ ਡਿਪਲੋਟਿਕ ਲਾਈਫ ਸਾਈਕਲ ਸ਼ੋ ਕਰਦੇ ਨੇ। ਐਂਡ ਜਿਹੜੇ ਟੈਰਿਡੋਫਾਈਟਸ ਬ੍ਰਿਓਫਾਈਟਸ ਉਹ ਹੈਪਲੋਡਿਪਲੋਟਿਕ ਲਾਈਫ ਸਾਈਕਲ ਸ਼ੋ ਕਰਦੇ ਨੇ। ਉਹ ਡਿਪੈਂਡ ਕਰਦੇ ਵੈਸੇ ਕਿ ਉਹ ਇਹਨਾਂ ਦੇ ਵਿੱਚ ਜਿਮਨੋਸਪਰਮਸ ਐਂਜੀਓਸਪਰਮਸ ਦੇ ਵਿੱਚ ਇਹ ਡਿਫਰ ਕਰਦੇ ਕਿ ਇਹਨਾਂ ਦੇ ਵਿੱਚ ਮੇਨ ਪਲਾਂਟ ਬੋਡੀ ਕੀ ਹੋਊਗੀ, ਜਿਵੇਂ ਕਿ ਬ੍ਰਿਓਫਾਈਟਸ ਦੇ ਵਿੱਚ ਟੈਰਿਡੋਫਾਈਟਸ ਅਤੇ ਬ੍ਰਿਓਫਾਈਟਸ ਦੇ ਵਿੱਚ ਇਹ ਡਿਪੈਂਡ ਕਰਦੇ ਕਿ ਮੇਨ ਪਲਾਂਟ ਬੋਡੀ ਕਿਹੜੀ ਹੋਊਗੀ। ਹਾਲਾਂਕਿ ਹੈਪਲੋਡਿਪਲੋਟਿਕ ਦੋਨੋਂ ਹੀ ਸ਼ੋ ਕਰਦੇ ਨੇ, ਜਿੱਦਾਂ ਕਿ ਬ੍ਰਿਓਫਾਈਟਸ ਦੇ ਵਿੱਚ ਜਿਹੜੀ ਮੇਨ ਪਲਾਂਟ ਬੋਡੀ ਆ ਉਹ ਕੀ ਹੁੰਦੀ ਆ ਕਿ ਗੈਮੇਟੋਫਾਈਟਿਕ ਹੁੰਦੀ ਆ, ਐਂਡ ਟੈਰਿਡੋਫਾਈਟਸ ਦੇ ਵਿੱਚ ਮੇਨ ਪਲਾਂਟ ਬੋਡੀ ਹੁੰਦੀ ਹੈਗੀ ਸਪੋਰੋਫਾਈਟਿਕ, ਠੀਕ ਹੈ। ਐਲਗੇ ਜਿੱਦਾਂ ਕਿ ਸਪਾਇਰੋ ਵਗੈਰਾ ਹੋ ਗਿਆ, ਵੋਲਵਕਸ ਹੋ ਗਿਆ, ਕਲੈਮਾਟੋਮੋਨਾਸ ਹੋ ਗਿਆ, ਉਹ ਕੀ ਹੈਪਲੋਟਿਕ ਲਾਈਫ ਸਾਈਕਲ ਸ਼ੋ ਕਰਦੇ। ਹੈਪਲੋਟਿਕ ਮਤਲਬ ਇਹਨਾਂ ਦੇ ਵਿੱਚ ਆਪਾਂ ਨੂੰ ਹੈਪਲੋਇਡ ਫੇਸ ਜ਼ਿਆਦਾ ਦੇਖਣ ਨੂੰ ਮਿਲਦਾ, ਅਤੇ ਡਿਪਲੋਇਡ ਫੇਸ ਸਿਰਫ ਅਤੇ ਸਿਰਫ ਜ਼ਾਈਗੋਟ ਦੇ ਦੁਆਰਾ ਹੀ ਰਿਪਰੈਜ਼ੈਂਟ ਕੀਤਾ ਜਾਂਦਾ ਹੈਗਾ। ਐਂਡ ਜਿਹੜੇ ਹੋਰ ਹੋ ਗਏ ਜਿਮਨੋਸਪਰਮਸ ਐਂਜੀਓਸਪਰਮਸ ਹੋ ਗਏ, ਇਹ ਡਿਪਲੋਟਿਕ ਲਾਈਫ ਸਾਈਕਲ ਸ਼ੋ ਕਰਦੇ ਨੇ, ਮਤਲਬ ਇਹਨਾਂ ਦੇ ਵਿੱਚ ਹੈਪਲੋਇਡ ਫੇਸ ਸਿਰਫ ਅਤੇ ਸਿਰਫ ਗੈਮੇਟੋਫਾਈਟਸ ਮਤਲਬ ਸਿਰਫ ਅਤੇ ਸਿਰਫ ਗੈਮੇਟਸ ਦੇ ਦੁਆਰਾ ਰਿਪਰੈਜ਼ੈਂਟ ਕੀਤਾ ਜਾਂਦਾ ਹੈਗਾ। ਐਂਡ ਜਿਹੜਾ ਡਿਪਲੋਇਡ ਫੇਸ ਆ ਬਾਕੀ ਸਾਰਾ ਇਹਨਾਂ ਦੇ ਵਿੱਚ ਆਪਾਂ ਨੂੰ ਡਿਪਲੋਇਡ ਫੇਸ ਹੀ ਦੇਖਣ ਨੂੰ ਮਿਲਦਾ ਹਰ ਇੱਕ ਚੀਜ਼ ਇਹਨਾਂ ਦੀ ਬੋਡੀ ਦੀ, ਹੈ ਨਾ। ਅਤੇ ਇਹਦੇ ਐਗਜ਼ਾਮਪਲਸ ਤਾਂ ਕਾਫੀ ਸਾਰੇ ਹੋ ਸਕਦੇ ਨੇ ਜਿਮਨੋਸਪਰਮਸ ਐਂਜੀਓਸਪਰਮਸ ਦੇ ਸਾਰੇ, ਠੀਕ ਹੈ। ਐਂਡ ਹੈਪਲੋਡਿਪਲੋਟਿਕ ਦੇ ਵਿੱਚ ਕੀ ਹੁੰਦਾ ਹੈ, ਮਤਲਬ ਸਪੋਰੋਫਿਟਿਕ ਬੋਡੀ ਐਡ ਹੁੰਦੀ ਆ, ਗੈਮੇਟੋਫਿਟਿਕ ਬੋਡੀ ਐਡ ਹੁੰਦੀ ਆ, ਕਿਸੇ ਦੇ ਵਿੱਚ ਸਪੋਰੋਫਿਟਿਕ ਫ੍ਰੀ ਲਿਵਿੰਗ ਹੁੰਦੀ ਹੈ ਅਤੇ ਕਿਸੇ ਦੇ ਵਿੱਚ ਗੈਮੇਟੋਫਿਟਿਕ ਫ੍ਰੀ ਲਿਵਿੰਗ ਹੁੰਦੀ ਆ। ਇਹ ਤਾਂ ਹੋ ਗਈਆਂ ਮੇਨ ਗੱਲਾਂ, ਠੀਕ ਹੈ। ਹੁਣ ਆਪਾਂ ਇਹਨਾਂ ਦੇ ਵਿੱਚ ਦੇਖਦੇ ਹਾਂ ਕੁਝ ਆਪਾਂ ਨੂੰ ਐਕਸੈਪਸ਼ਨਸ ਵੀ ਦੇਖਣ ਨੂੰ ਮਿਲਦੀਆਂ ਨੇ, ਹੈ ਨਾ, ਇਹਨਾਂ ਦੇ ਇਸ ਲਾਈਫ ਸਾਈਕਲ ਤੋਂ, ਜਿਵੇਂ ਕਿ ਜ਼ਿਆਦਾਤਰ ਐਲਗੇ ਹੈਪਲੋਟਿਕ ਲਾਈਫ ਸਾਈਕਲ ਸ਼ੋ ਕਰਦੇ ਨੇ, ਬਟ ਇਹਨਾਂ ਦੇ ਵਿੱਚ ਕੁਝ ਹੈਪਲੋਡਿਪਲੋਟਿਕ ਲਾਈਫ ਸਾਈਕਲ ਹੀ ਸ਼ੋ ਕਰਦੇ ਨੇ, ਜਿੱਦਾਂ ਕਿ ਐਕਟੋਕਾਰਪਸ ਅਤੇ ਪੋਲੀਸਿਫੋਨੀਆ ਹੋ ਗਿਆ। ਐਕਟੋਕਾਰਪਸ ਕੀ ਹੈਗਾ, ਇਟ ਇਜ਼ ਬਰਾਊਨ ਐਲਗੇ ਫੇਫਾਈਸ਼ੀ, ਐਂਡ ਪੋਲੀਸਿਫੋਨੀਆ ਕੀ ਆ, ਰੈਡ ਐਲਗੇ ਆ।
ਤੇ ਫਿਊਕਸ ਕੀ ਸ਼ੋ ਕਰਦਾ, ਡਿਪਲੋਮੈਟਿਕ ਲਾਈਫ ਸਾਈਕਲ ਸ਼ੋ ਕਰਦਾ। ਐਨੀਮਲਸ ਦੀਆਂ ਅਲੱਗ ਅਲੱਗ ਬੇਸਿਕਸ ਆਫ ਕਲਾਸੀਫਿਕੇਸ਼ਨ ਹੁੰਦੀਆਂ ਨੇ, ਠੀਕ ਹੈ। ਫੰਡਾਮੈਂਟਲ ਫੀਚਰ ਜਿਹੜੇ ਆਪਾਂ ਨੂੰ ਸਾਰੇ ਇੰਡੀਵਿਜੂਅਲ ਦੇ ਦੇਖਣ ਨੂੰ ਮਿਲਦੇ ਨੇ, ਜਿੱਦਾਂ ਕਿ ਅਰੇਂਜਮੈਂਟ ਆਫ ਸੈਲ ਬੋਡੀ, ਸਿਮੈਟਰੀ, ਨੇਚਰ ਆਫ ਸੀਲਮ, ਪੈਟਰਨਸ ਆਫ ਡਾਈਜੈਸਟਿਵ, ਸਰਕੂਲੇਟਰੀ ਐਂਡ ਰਿਪਰੋਡਕਟਿਵ ਸਿਸਟਮ, ਇਹ ਵੀ ਯੂਜ਼ ਕੀਤੇ ਜਾਂਦੇ ਨੇ ਐਨੀਮਲਸ ਨੂੰ ਕਲਾਸੀਫਾਈ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੈਵਲਸ ਆਫ ਆਰਗੇਨਾਈਜੇਸ਼ਨ, ਠੀਕ ਹੈ। ਅਲੱਗ ਅਲੱਗ ਐਨੀਮਲਸ ਦੀ ਅਲੱਗ ਅਲੱਗ ਲੈਵਲ ਆਫ ਆਰਗੇਨਾਈਜੇਸ਼ਨ ਹੁੰਦੀ ਹੈ, ਮਤਲਬ ਕੁਝ ਦੇ ਵਿੱਚ ਸੈਲੂਲਰ ਆਰਗੇਨਾਈਜੇਸ਼ਨ ਦੇਖਣ ਨੂੰ ਮਿਲਦੀ ਆ। ਉਹਨਾਂ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਦੇ ਵਿੱਚ ਕੀ ਹੁੰਦਾ, ਲੂਜ਼ ਸੈਲਸ ਐਗਰੀਗੇਟਸ ਹੁੰਦੇ ਨੇ, ਅਤੇ ਅਲੱਗ ਅਲੱਗ ਸੈਲ ਜਿਹੜੇ ਅਲੱਗ ਅਲੱਗ ਫੰਕਸ਼ਨ ਪਰਫੋਰਮ ਕਰਦੇ ਨੇ। ਜੇ ਇੱਕ ਸੈਲ ਦਾ ਫੰਕਸ਼ਨ ਐਂਪਰ ਵੀ ਹੁੰਦਾ ਤਾਂ ਦੂਜੇ ਸੈਲ ਦੇ ਫੰਕਸ਼ਨ ਦੇ ਉੱਪਰ ਉਹਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਗਾ। ਅਤੇ ਇਹਨਾਂ ਵਿੱਚ ਡਿਵੀਜ਼ਨ ਆਫ ਲੇਬਰ ਦੇਖਣ ਨੂੰ ਮਿਲਦੀ ਆ, ਮਤਲਬ ਅਲੱਗ ਅਲੱਗ ਸੈਲਸ ਅਲੱਗ ਫੰਕਸ਼ਨ ਪਰਫੋਰਮ ਕਰਦੇ ਨੇ। ਜਿਹੜੇ ਸੀਲਨ ਟ੍ਰੇਟਸ ਹੁੰਦੇ ਨੇ ਉਹਨਾਂ ਦੇ ਵਿੱਚ ਅਰੇਂਜਮੈਂਟ ਥੋੜ੍ਹੀ ਕੰਪਲੈਕਸ ਹੁੰਦੀ ਹੈਗੀ। ਇਹ ਜਿਹੜੇ ਸੈਲਸ ਦੇ ਸੇਮ ਫੰਕਸ਼ਨ ਪਰਫੋਰਮ ਕਰਦੇ ਨੇ ਉਹ ਕੀ ਆ, ਟਿਸ਼ੂਜ਼ ਦੇ ਵਿੱਚ ਅਰੇਂਜ ਹੁੰਦੇ ਨੇ, ਅਤੇ ਇਸ ਕਰਕੇ ਇਹਨਾਂ ਦੇ ਵਿੱਚ ਆਪਾਂ ਨੂੰ ਟਿਸ਼ੂ ਲੈਵਲ ਆਫ ਆਰਗੇਨਾਈਜੇਸ਼ਨ ਦੇਖਣ ਨੂੰ ਮਿਲਦੀ ਆ ਸੀਲਨ ਟ੍ਰੇਟਸ ਅਤੇ ਟੀਨੋਫੋਰਸ ਦੇ ਵਿੱਚ। ਅਤੇ ਦੂਜੀ ਹਾਇਰ ਆਰਗੇਨਾਈਜੇਸ਼ਨ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਆਰਗਨ ਲੈਵਲ ਆਫ ਆਰਗੇਨਾਈਜੇਸ਼ਨ ਪਲੇਟੀਹੈਲਮਿੰਟਸ ਦੇ ਵਿੱਚ, ਜਿਹਦੇ ਵਿੱਚ ਜਿਹੜੇ ਟਿਸ਼ੂ ਸੇਮ ਫੰਕਸ਼ਨ ਪਰਫੋਰਮ ਕਰਦੇ ਹੁੰਦੇ ਨੇ ਉਹ ਕੀ ਆ, ਅਰੇਂਜ ਹੋ ਜਾਂਦੇ ਨੇ ਟੂ ਪਰਫੋਰਮ ਸੇਮ ਇਨਟੂ ਆਰਗਨ, ਠੀਕ ਹੈ। ਅਤੇ ਇਹ ਪਲੇਟੀਹੈਲਮਿੰਟਸ ਤੇ ਐਸਕੇਹੈਲਮਿੰਟਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ। ਅਤੇ ਐਨੀਮਲਸ ਲਾਈਕ ਐਨਾਲਿਡਸ, ਆਰਥਰੋਪੋਡ, ਮੋਲਸਕਸ, ਇਕਾਨੋਡਰਮਿਡਸ, ਕਾਰਡਿਡਸ, ਹੈਮੀਕਾਰਡਿਡਸ, ਇਹਨਾਂ ਦੇ ਵਿੱਚ ਕੀ ਆ, ਜਿਹੜੇ ਆਰਗਨ ਸੇਮ ਫੰਕਸ਼ਨ ਪਰਫੋਮ ਕਰਦੇ ਨੇ, ਠੀਕ ਹੈ, ਜਾਂ ਜਿਹਨਾਂ ਦਾ ਕੋਆਰਡੀਨੇਟਡ ਫੰਕਸ਼ਨ ਹੁੰਦਾ ਹੈਗਾ, ਠੀਕ ਹੈ। ਉਹ ਕੀ ਆ, ਫੰਕਸ਼ਨਲ ਸਿਸਟਮ ਬਣਾਉਂਦੇ ਨੇ, ਜਿਹਨਾਂ ਕਿ ਆਰਗਨ ਸਿਸਟਮ ਕਿਹਾ ਜਾਂਦਾ। ਅਤੇ ਇਹ ਕੀ ਆ, ਇਹ ਹਰੇਕ ਸਿਸਟਮ ਨਾਲ ਸਪੈਸੀਫਿਕ ਫਿਜ਼ੀਓਲੋਜੀਕਲ ਫੰਕਸ਼ਨ ਦੇ ਨਾਲ ਕੰਸਰਨ ਹੁੰਦਾ ਹੈਗਾ। ਆਰਗਨ ਸਿਸਟਮ ਲੈਵਲ ਆਫ ਆਰਗੇਨਾਈਜੇਸ਼ਨ ਆਪਾਂ ਨੂੰ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ। ਜਿਹੜੇ ਆਰਗਨ ਸਿਸਟਮਸ ਹੁੰਦੇ ਨੇ ਅਲੱਗ ਅਲੱਗ ਆਰਗੈਨਿਜ਼ਮ ਦੇ ਵਿੱਚ, ਠੀਕ ਹੈ, ਉਹਨਾਂ ਦੇ ਵਿੱਚ ਵੇਰੀਅਸ ਪੈਟਰਨਸ ਆਫ ਕੰਪਲੈਕਸਿਟੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀਆਂ। ਜੇ ਆਪਾਂ ਡਾਈਜੈਸਟਿਵ ਸਿਸਟਮ ਦਾ ਐਗਜ਼ਾਮਪਲ ਲਈਏ ਤਾਂ ਪਲੇਟੀਹੈਲਮਿੰਟਸ ਦੇ ਵਿੱਚ ਸਿਰਫ ਸਿੰਗਲ ਓਪਨਿੰਗ ਹੁੰਦੀ ਹੈਗੀ ਟੂ ਦ ਆਊਟਸਾਈਡ ਆਫ ਦ ਬੋਡੀ, ਜਿਹੜੀ ਕਿ ਦੋਨੇ ਮਾਊਥ ਅਤੇ ਐਨਸ ਦਾ ਕੰਮ ਕਰਦੀ ਹੈਗੀ। ਐਂਡ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਇਨਕੰਪਲੀਟ ਡਾਈਜੈਸਟਿਵ ਸਿਸਟਮ ਕਹਿੰਦੇ ਹਾਂ। ਵੈਰਐਜ਼ ਕੰਪਲੀਟ ਡਾਈਜੈਸਟਿਵ ਸਿਸਟਮ ਦੇ ਵਿੱਚ ਦੋ ਓਪਨਿੰਗਸ ਹੁੰਦੀਆਂ ਨੇ, ਮਾਊਥ ਅਤੇ ਐਨਸ, ਇੱਕ ਦੇ ਵਿੱਚ ਉਹ ਖਾਣਾ ਅੰਦਰ ਜਾਂਦਾ, ਇੱਕ ਦੇ ਵਿੱਚ ਵੇਸਟ ਬਾਹਰ ਜਾਂਦਾ ਗਾ, ਠੀਕ ਹੈ। ਅਤੇ ਕੰਪਲੀਟ ਦੇ ਵਿੱਚ ਵੀ ਆਪਾਂ ਨੂੰ ਦੋ ਤਰ੍ਹਾਂ ਦੇ ਆਰਗੈਨਿਜ਼ਮ ਦੇਖਣ ਨੂੰ ਮਿਲਦੇ ਨੇ, ਪ੍ਰੋਟੋਸਟੋਮਸ ਅਤੇ ਡਿਊਟੇਰੋਸਟੋਮਸ। ਪ੍ਰੋਟੋਸਟੋਮ ਦੇ ਵਿੱਚ ਉਹਨਾਂ ਦੇ ਵਿੱਚ ਐਨਸ ਪਹਿਲਾਂ ਬਣਦਾ ਹੈਗਾ ਮਾਊਥ ਤੋਂ, ਐਂਡ ਡਿਊਟੇਰੋਸਟੋਮ ਦੇ ਵਿੱਚ ਮਾਊਥ ਪਹਿਲਾਂ ਬਣਦਾ ਹੈਗਾ ਐਨਸ ਤੋਂ। ਐਂਡ ਸਿਮਿਲਰਲੀ ਸਰਕੂਲੇਟਰੀ ਸਿਸਟਮ ਦੇ ਵਿੱਚ ਵੀ ਆਪਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਸਰਕੂਲੇਟਰੀ ਸਿਸਟਮ ਦੇਖਣ ਨੂੰ ਮਿਲਦੇ ਨੇ। ਓਪਨ ਟਾਈਪ ਦੇ ਵਿੱਚ ਜਿਹੜਾ ਬਲੱਡ ਆ ਉਹ ਪੰਪ ਹੁੰਦਾ ਹੈਗਾ ਟੂ ਦ ਆਊਟਸਾਈਡ ਆਫ ਦ ਹਾਰਟ, ਅਤੇ ਸਿੱਧਾ ਸੈਲਸ ਅਤੇ ਟਿਸ਼ੂਜ਼ ਜਿਹੜੇ ਆ ਉਹਦੇ ਵਿੱਚ ਨਹਾਉਂਦੇ ਨੇ, ਠੀਕ ਹੈ। ਕਲੋਜ਼ ਟਾਈਪ ਦੇ ਵਿੱਚ ਜਿਹੜਾ ਬਲੱਡ ਆ ਉਹ ਸਰਕੂਲੇਟ ਹੁੰਦਾ ਹੈਗਾ ਥਰੂ ਦ ਸੀਰੀਜ਼ ਆਫ ਵੈਸਲਸ ਆਫ ਵੈਰਿੰਗ ਡਾਇਆਮੀਟਰਸ, ਆਰਟਰੀਜ਼, ਵੇਨਸ ਅਤੇ ਕੈਪੀਲਰੀਜ਼, ਅਤੇ ਉੱਥੇ ਐਕਸਚੇਂਜ ਆਫ ਗੈਸਸ ਹੁੰਦਾ ਹੈਗਾ, ਠੀਕ ਹੈ, ਕੈਪੀਲਰੀਜ਼ ਦੇ ਵਿੱਚ। ਸਿਮੈਟਰੀ ਦੀ ਗੱਲ ਕਰੀਏ ਤਾਂ ਐਨੀਮਲਸ ਹੀ ਹੈ ਸਪੌਂਜਸ ਜਿਹੜੇ ਮੋਸਟਲੀ ਏਸਿਮੈਟ੍ਰਿਕ ਹੁੰਦੇ ਨੇ, ਮਤਲਬ ਉਹਨਾਂ ਨੂੰ ਕੀ ਆਪਾਂ ਟੂ ਇਕੁਅਲ ਹਾਫਸ ਦੇ ਵਿੱਚ ਕਿਸੇ ਵੀ ਪਲੇਨ 'ਚੋਂ ਡਿਵਾਈਡ ਨਹੀਂ ਕਰ ਸਕਦੇ ਹੈਗੇ, ਠੀਕ ਹੈ। ਅਤੇ ਜਦੋਂ ਕੋਈ ਵੀ ਪਲੇਨ ਪਾਸ ਕਰਦਾ ਵੀ ਸੈਂਟਰਲ ਐਕਸਿਸ ਤੋਂ, ਅਤੇ ਉਹਨੂੰ ਬੋਡੀ ਨੂੰ ਟੂ ਆਇਡੈਂਟੀਕਲ ਹਾਫ ਦੇ ਵਿੱਚ ਡਿਵਾਈਡ ਕਰਦੀ, ਅਤੇ ਉਹਨੂੰ ਆਪਾਂ ਰੇਡੀਅਲ ਸਿਮੈਟਰੀ ਕਹਿੰਦੇ ਹਾਂ। ਸੀਲਨ ਟ੍ਰੇਟਸ, ਟੀਨੋਫੋਰਸ ਅਤੇ ਅਡਲਟ ਇਕਾਨੋਡਰਮਸ ਦੇ ਕੋਲ ਰੇਡੀਅਲ ਸਿਮੈਟਰੀ ਹੁੰਦੀ ਹੈ। ਐਂਡ ਐਨੀਮਲਸ ਲਾਈਕ ਐਨਾਲਿਡਸ, ਆਰਥਰੋਪੋਡਸ, ਜਿਨ੍ਹਾਂ ਦੇ ਵਿੱਚ ਜਿਹੜੀ ਬੋਡੀ ਆ ਉਹ ਆਇਡੈਂਟੀਕਲ ਲੈਫਟ ਅਤੇ ਰਾਈਟ ਹਾਫ ਦੇ ਵਿੱਚ ਹੀ ਡਿਵਾਈਡ ਹੋ ਸਕਦੀ ਆ, ਉਹ ਐਗਜ਼ਿਬਿਟ ਕਰਦੇ ਨੇ ਬਾਇਲੈਟਰਲ ਸਿਮੈਟਰੀ। ਵੀ ਹੈਵ ਦ ਫੋਟੋ ਟੂ describe the radial symmetry, and here the bilateral symmetry is depicted. ਸੋ ਡਿਪਲੋਬਲਾਸਟਿਕ ਅਤੇ ਡਿਪਲੋਪਲਾਸਟਿਕ ਆਰਗੇਨਾਈਜੇਸ਼ਨ ਦੀ ਗੱਲ ਕਰੀਏ, ਜਿਨ੍ਹਾਂ ਐਨੀਮਲਸ ਦੇ ਵਿੱਚ ਜਿਹੜੇ ਸੈਲਸ ਨੇ ਉਹ ਦੋ ਐਮਬ੍ਰੋਨਿਕ ਲੇਅਰਸ ਦੇ ਵਿੱਚ ਡਿਵਾਈਡਡ ਹੁੰਦੇ ਨੇ, ਐਕਟੋਡਰਮ ਅਤੇ ਐਂਡੋਡਰਮ, ਅਤੇ ਉਹਨਾਂ ਦੇ ਵਿਚਾਲੇ ਇੱਕ ਅਨਡਿਫਰੈਂਸ਼ੀਏਟਡ ਲੇਅਰ ਪ੍ਰੈਜ਼ੈਂਟ ਹੋਵੇ ਜਿਹਨੂੰ ਕਿ ਮੇਸੋਗਲਿਆ ਕਿਹਾ ਜਾਂਦਾ। ਉਹਨਾਂ ਦੇ ਵਿੱਚ ਆਪਾਂ ਉਹਨਾਂ ਦੇ ਵਿੱਚ ਹੁੰਦੇ ਨੇ ਡਿਪਲੋਬਲਾਸਟਿਕ ਆਰਗੇਨਾਈਜੇਸ਼ਨ, ਉਹਨਾਂ ਐਨੀਮਲਸ ਨੂੰ ਡਿਪਲੋਬਲਾਸਟਿਕ ਐਨੀਮਲਸ ਕਹਾਂਗੇ। ਅਤੇ ਜਿਨ੍ਹਾਂ ਦੇ ਵਿੱਚ ਮੀਜ਼ੋਡਰਮ ਐਜ਼ ਅ ਡਿਫਰੈਂਸ਼ੀਏਟਡ ਲੇਅਰ, ਥਰਡ ਜਰਮਨ ਲੇਅਰ ਪ੍ਰੈਜ਼ੈਂਟ ਹੋਵੇ ਐਕਟੋਡਰਮ ਅਤੇ ਐਂਡੋਡਰਮ ਦੇ ਵਿਚਾਲੇ, ਉਹ ਟ੍ਰਿਪਲੋਬਲਾਸਟਿਕ ਐਨੀਮਲਸ ਹੋਣਗੇ, ਪਲੇਟੀਹੈਲਮਿੰਟਸ ਤੋਂ ਲੈ ਕੇ ਕੋਰਡੇਟਸ ਤੱਕ, ਠੀਕ ਹੈ। ਟੀਨੋਫੋਰਸ ਅਤੇ ਜਿਹੜੇ ਸੀਲਨ ਟ੍ਰੇਟਸ ਕੀ ਹੁੰਦੇ ਨੇ ਡਿਪਲੋਬਲਾਸਟਿਕ ਹੁੰਦੇ ਨੇ, ਉਹਦੇ ਬਾਅਦ ਵਾਲੇ ਸਾਰੇ ਕੀ ਹੁੰਦੇ ਨੇ ਟ੍ਰਿਪਲੋਬਲਾਸਟਿਕ। ਪੋਲੀਫੇਰਾ neither diploblast nor diploblastic, okay. So this is the haptodome, this is endodome, ਤੇ ਹਾ ਵਿਚਾਲੇ undifferentiated layer mesoglea, ਤੇ ਆ ਕੀ ਆ mesoderm, ਇਹ diploblastic ਆ, this is the triploblastic. Coelom body cavity ਹੁੰਦੀ ਹੈ, ਠੀਕ ਹੈ। presence or absence of a body cavity between the body wall and the gut wall is very important for classification. ਜਿਹੜੀ body cavity mesoderm ਦੇ ਨਾਲ ਲਾਈਨ ਹੁੰਦੀ ਹੈ ਉਹਨੂੰ ਕੀ coelom ਕਿਹਾ ਜਾਂਦਾ। ਤੇ ਐਨੀਮਲਸ ਜਿਨ੍ਹਾਂ ਦੇ ਕੋਲ coelom present ਹੁੰਦਾ ਉਹਨੂੰ coelomates ਕਿਹਾ ਜਾਂਦਾ, ਜਿੱਦਾਂ ਕਿ annelids, mollusks, arthropods, echinosauria, hemichordates, chordates ਹੋ ਗਏ। ਤੇ ਕੁਝ ਐਨੀਮਲ ਦੀ ਜਿਹੜੀ body cavity ਆ ਉਹ ਲਾਈਨ ਨਹੀਂ ਹੁੰਦੀ mesoderm ਦੇ ਨਾਲ, instead ਜਿਹੜੇ mesoderm ਉਹ scattered pouches ਦੀ ਫਾਰਮ ਦੇ ਵਿੱਚ body cavity ਦੇ ਵਿੱਚ present ਹੁੰਦਾ ਗਾ, ਠੀਕ ਹੈ, ਐਕਟੋਡਰਮ ਅਤੇ ਐਂਡੋਡਰਮ ਦੇ ਵਿਚਾਲੇ। ਇਸ ਬੋਡੀ ਕੈਵਿਟੀ ਨੂੰ ਕਿਹਾ ਜਾਂਦਾ ਸੀਰੋਸੀਲਮ, ਅਤੇ ਐਸਕੇਹੈਲਮਿੰਟਸ ਦੇ ਕੋਲ ਸੀਰੋਸੀਲਮ ਹੁੰਦਾ ਹੈਗਾ, ਅਤੇ ਇਸ ਕਰਕੇ ਉਹਨਾਂ ਨੂੰ ਸੀਰੋਸੀਲੋਮੇਟਸ ਕਿਹਾ ਜਾਂਦਾ ਹੈਗਾ। ਅਤੇ ਜਿਹੜੇ ਐਨੀਮਲਸ ਦੇ ਵਿੱਚ ਕੋਈ ਵੀ ਬੋਡੀ ਕੈਵਿਟੀ ਹੋਵੇ ਹੀ ਨਾ, ਐਬਸੈਂਟ ਹੋਵੇ ਬੋਡੀ ਕੈਵਿਟੀ, ਉਹਨਾਂ ਨੂੰ ਏਸੀਲੋਮੇਟਸ ਕਿਹਾ ਜਾਂਦਾ, ਜਿੱਦਾਂ ਕਿ ਪਲੇਟੀਹੈਲਮਿੰਟਸ।
ਸੋ ਹੇਅਰ ਦ ਪਿਕਚਰਸ ਡਿਪਿਕਟਿੰਗ ਦਿਸ। ਸੋ ਇਹਦੇ ਵਿੱਚ ਕੀ ਆ, ਆਹ ਮੀਜ਼ੋਰਮ ਲਾਈਨ ਕਰ ਰਿਹਾ ਬੋਡੀ ਕੈਵਿਟੀ ਯੂਜ਼ ਕਰਕੇ, ਇਹ ਸਿਲੋਮੀਟਾ ਇਹਦੇ ਵਿੱਚ ਮੀਜ਼ੋਰਮ ਲਾਈਨ ਕਰ ਰਿਹਾ, ਬਟ ਸਕੈਟਰ ਪਾਊਚਸ ਦੀ ਫਾਰਮ ਦੇ ਵਿੱਚ ਪ੍ਰੈਜ਼ੈਂਟ ਆ, ਇਸ ਕਰਕੇ ਸਿਲੋਸੋਲਮ ਐਂਡ ਹੇਅਰ ਵੀ ਹੈਵ ਦ ਈਸੋਲੋਮੀਟ, here we have the isolate. Now segmentation ਦੀ ਗੱਲ ਕਰੀਏ, ਕੁਝ animals ਜਿਹੜੇ external ਤੇ internal divided ਹੁੰਦੇ ਨੇ segments ਦੇ ਵਿੱਚ with the spirit whether the serial repetition of at least some organs। ਜਿਹੜੀ ਅਰਥਵਰਮ ਦੀ ਜਿਹੜੀ ਬੋਡੀ ਆ ਉਹ ਇੱਕ ਪੈਟਰਨ ਨੂੰ ਸ਼ੋ ਕਰਦੀ ਹੈ ਜਿਹਨੂੰ ਕਿ ਮੈਟਾਮੈਰਿਕ ਸੈਗਮੈਂਟੇਸ਼ਨ ਕਿਹਾ ਜਾਂਦਾ ਹੈ ਤੇ ਇਸ ਫੈਨੋਮੈਨਨ ਨੂੰ ਮੈਟਾਮੈਰਿਜ਼ਮ ਕਿਹਾ ਜਾਂਦਾ ਹੈ। ਨੋਟੋਕੋਡ ਦੀ ਗੱਲ ਕਰੀਏ, ਨੋਟੋਕੋਡ ਕੀ ਹੁੰਦਾ, ਮੀਜ਼ੋਡਰਮਲੀ ਡਰਾਈਵਡ ਰੋਡ ਲਾਈਕ ਸਟਰਕਚਰ ਹੁੰਦਾ ਹੈ ਜਿਹੜਾ ਕਿ ਡੋਰਸਲ ਸਾਈਡ ਦੇ ਉੱਪਰ ਐम्ब्रियोनिक ਡਿਵੈਲਪਮੈਂਟ ਦੇ ਵੇਲੇ ਬਣਦਾ ਹੈ ਕੁਝ ਐਨੀਮਲਸ ਦੇ ਵਿੱਚ, ਠੀਕ ਆ। ਤੇ ਜਿਹੜੇ ਐਨੀਮਲਸ ਦੇ ਵਿੱਚ ਨੋਟੋਕੋਡ ਪ੍ਰੈਜ਼ੈਂਟ ਹੁੰਦੀ ਉਹਨਾਂ ਨੂੰ ਕੋਆਰਡੀਨੇਟਸ ਕਿਹਾ ਜਾਂਦਾ, ਜਿਨ੍ਹਾਂ ਕੋਲ ਨਹੀਂ ਹੁੰਦੀ ਉਹਨਾਂ ਨੂੰ ਨੋਨ ਕੋਆਰਡੀਨੇਟਸ ਕਿਹਾ ਜਾਂਦਾ। ਪੋਰੀਫੇਰਾ ਤੋਂ ਲੈ ਕੇ ਕੈਨੋਡਰਮ ਤੱਕ ਸਾਰੀ ਨੋਨ ਕੋਆਰਡੀਨੇਟਸ। ਨੈਕਸਟ ਇਸ ਕਲਾਸੀਫਿਕੇਸ਼ਨ ਆਫ ਐਨੀਮਲਸ, ਜਿਹੜੀ ਬ੍ਰੌਡ ਕਲਾਸੀਫਿਕੇਸ਼ਨ ਐਨੀਮੀਲੀਆ ਦੀ ਕੰਪੋਨੈਂਟ ਫੰਡਾਮੈਂਟਲ ਫੀਚਰਸ ਦੇ ਉੱਪਰ ਆਪਾਂ ਇੱਥੇ ਆਪਾਂ ਸ਼ੋ ਕੀਤੀ ਹੋਈ ਹੈਗੀ ਇੱਕ ਫਲੋ ਚਾਰਟ ਦੀ ਫਾਰਮ ਦੇ ਵਿੱਚ। ਸੋ ਐਨੀਮੀਲੀਆ ਮਲਟੀ ਸੈਲੂਲਰ ਹੁੰਦੇ ਨੇ, ਕੁਝ ਸੈਲੂਲਰ ਲੈਵਲ ਆਰਗੇਨਾਈਜੇਸ਼ਨ ਸ਼ੋ ਕਰਦੇ ਨੇ, ਕੁਝ ਟਿਸ਼ੂ ਸਿਸਟਮ ਲੈਵਲ ਆਫ ਆਰਗੇਨਾਈਜੇਸ਼ਨ ਸ਼ੋ ਕਰਦੇ ਨੇ। ਸਿਮੈਟਰੀ ਦੀ ਗੱਲ ਕਰੀਏ ਤਾਂ ਜਿਹੜੇ ਸਪੌਂਜਸ ਪੋਰੀਫੇਰਾ ਹੁੰਦੇ ਨੇ ਮੋਸਟਲੀ ਸਿਮੈਟ੍ਰਿਕਲ ਹੁੰਦੇ ਨੇ ਤੇ ਬੋਡੀ ਕੈਵਿਟੀ ਹੁੰਦੀ ਏਸਿਲੋਮੇਟ ਹੁੰਦੀ ਹੈਗੀ, ਏਸਿਲੋਮੇਟ। ਓਕੇ, ਟਿਸ਼ੂ ਆਰਗਨ ਸਿਸਟਮ ਲੈਵਲ ਆਫ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਤਾਂ ਪਹਿਲਾਂ ਆਪਾਂ ਰੇਡੀਅਲ ਸਿਮੈਟਰੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਏਸਿਲੋਮੇਟਸ ਹੁੰਦੇ ਨੇ, ਸਿਲੈਂਟਰੇਟ ਤੇ ਟਿਨੋਫੋਰਸ, ਠੀਕ ਹੈ, ਤੇ ਉਹ ਰੇਡੀਅਲ ਸਿਮੈਟਰੀ ਸ਼ੋ ਕਰਦੇ ਨੇ ਤੇ ਉਹਨਾਂ ਦੇ ਵਿੱਚ ਟਿਸ਼ੂ ਲੈਵਲ ਆਫ ਆਰਗੇਨਾਈਜੇਸ਼ਨ ਹੁੰਦੀ ਆ। ਉਹ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਬਾਇਲੇਟਰਲ ਸਿਮੈਟਰੀ ਦੀ। ਬਾਇਲੇਟਰਲ ਸਿਮੈਟਰੀ ਦੇ ਵਿੱਚ ਆਪਾਂ ਏਸਿਲੋਮੇਟਸ ਦੀ ਗੱਲ ਕਰਦੇ ਹਾਂ ਤਾਂ ਇਹ ਕਿ ਆਰਗਨ ਲੈਵਲ ਆਫ ਆਰਗੇਨਾਈਜੇਸ਼ਨ ਸ਼ੋ ਕਰਦੇ ਨੇ ਕੌਣ, ਪਲੇਟੀ ਹੈਲਮਿੰਥਸ। ਐਂਡ ਫੋਸਿਲੋਮ ਦੀ ਗੱਲ ਕਰਦੇ ਸੀਰੋਸਿਲੋਮੇਟਸ, ਠੀਕ ਹੈ, ਐਸਕੇ ਹੈਲਮਿੰਥਸ ਹੁੰਦੇ ਨੇ, ਬਾਇਲੇਟਰਲ ਸਿਮੈਟਰੀ ਸ਼ੋ ਕਰਦੇ ਨੇ ਐਂਡ ਇਹਨਾਂ ਦੇ ਵਿੱਚ ਵੀ ਆਰਗਨ ਲੈਵਲ ਆਫ ਆਰਗੇਨਾਈਜੇਸ਼ਨ ਆਪਾਂ ਦੇਖਣ ਨੂੰ ਮਿਲਦੀ ਆ। ਉਹ ਐਨੇਲਿਡ ਤੋਂ ਲੈ ਕੇ ਕੋਰਡੇਟ ਦੇ ਸਾਰੇ ਦੇ ਵਿੱਚ ਆਰਗਨ ਸਿਸਟਮ ਲੈਵਲ ਆਫ ਆਰਗੇਨਾਈਜੇਸ਼ਨ ਦੇਖਣ ਨੂੰ ਮਿਲਦੀ ਹੈ ਤੇ ਇਹਨਾਂ ਦੇ ਵਿੱਚ ਟਰੂਸਿਲੋਮ ਹੁੰਦਾ, ਮਤਲਬ ਇਹਨਾਂ ਦੇ ਵਿੱਚ ਬੋਡੀ ਕੈਵਿਟੀ ਜਿਹੜੀ ਮੀਜ਼ੋਰਮ ਨਾਲ ਲਾਈਨਡ ਹੁੰਦੀ, ਇਸ ਕਰਕੇ ਇਹਨਾਂ ਨੂੰ ਸਿਲੋਮੇਟਸ ਕਹਿੰਦੇ ਤੇ ਇਹਨਾਂ ਦੇ ਵਿੱਚ ਬਾਇਲੇਟਰਲ ਸਿਮੈਟਰੀ ਆਪਾਂ ਦੇਖਣ ਨੂੰ ਮਿਲਦੀ ਹੈਗੀ। ਵੈਰੀ ਇੰਪੋਰਟੈਂਟ ਪੁਆਇੰਟ, ਜਿਹੜੇ ਕੈਨੋਡਰਮਸ ਦੇ ਲਾਰਵਾ ਹੁੰਦੇ ਨੇ ਉਹਨਾਂ ਵਿੱਚ ਰੇਡੀਅਲ ਸਿਮੈਟਰੀ ਹੁੰਦੀ ਹੈ ਤੇ ਬਾਇਲੇਟਰਲ ਸਿਮੈਟਰੀ ਹੁੰਦੀ ਆ ਉਹਨਾਂ ਦੀ ਅਡਲਟ ਸਟੇਜਸ ਦੇ ਵਿੱਚ। ਮੂਵਿੰਗ ਔਨ ਟੂ ਦ ਫਸਟ ਫਾਈਲਮ ਦੈਟ ਇਜ਼ ਦ ਪੋਰੀਫੇਰਾ। ਜਿਹੜੇ ਮੈਂਬਰਸ ਹੁੰਦੇ ਨੇ ਪੋਰੀਫੇਰਾ ਦੇ ਉਹਨਾਂ ਨੂੰ ਕਾਮਨਲੀ ਸਪੌਂਜਸ ਕਿਹਾ ਜਾਂਦਾ ਹੈ, ਜਨਰਲੀ ਮੈਰਾਈਨ ਹੁੰਦੇ ਨੇ, ਮੋਸਟਲੀ ਐਸਿਮੈਟ੍ਰਿਕਲ ਹੁੰਦੇ ਨੇ ਤੇ ਪ੍ਰਿਮਿਟਿਵ ਮਲਟੀਸੈਲੂਲਰ ਐਨੀਮਲਸ ਹੁੰਦੇ ਨੇ ਜਿਨ੍ਹਾਂ ਦੇ ਕੋਲ ਸੈਲੂਲਰ ਲੈਵਲ ਆਫ ਆਰਗੇਨਾਈਜੇਸ਼ਨ ਹੁੰਦੀ ਆ। ਸਪੌਂਜਸ ਦੇ ਕੋਲ ਵਾਟਰ ਟਰਾਂਸਪੋਰਟ ਜਾਂ ਫਿਰ ਕੈਨਾਲ ਸਿਸਟਮ ਹੁੰਦਾ ਹੈਗਾ ਤੇ ਵਾਟਰ ਜਿਹੜਾ ਹੈ ਸਮੋਲ ਪੋਰਸ ਜਿਹਨਾਂ ਨੂੰ ਔਸਟਿਕ ਕਹਿੰਦੇ ਉਹਨਾਂ ਦੇ ਥਰੂ ਬੋਡੀ ਦੇ ਵਿੱਚ ਐਂਟਰ ਕਰਦਾ, ਠੀਕ ਹੈ, ਤੇ ਬੋਡੀ ਵਾਲ ਦੇ ਵਿੱਚ ਤੇ ਸੈਂਟਰਲ ਕੈਵਿਟੀ ਦੇ ਵਿੱਚ ਸਪੌਂਜੋਸੀਲ ਦੇ ਵਿੱਚ ਚਲਾ ਜਾਂਦਾ ਤੇ ਉੱਥੋਂ ਬਾਹਰ ਜਾਂਦਾ ਆਸਕੂਲਮ ਦੇ ਥਰੂ। ਇਸ ਪਾਥਵੇ ਨੂੰ ਕੀ ਆ, ਇਹ ਪਾਥਵੇ ਕਿਹਦੇ ਲਈ ਹੈਲਪਫੁਲ ਆ ਹੈ ਨਾ, ਇਹ ਫੂਡ ਗੈਦਰਿੰਗ, ਰੈਸਪੀਰੇਟਰੀ ਐਕਸਚੇਂਜ ਤੇ ਰਿਮੂਵਲ ਆਫ ਵੇਸਟ ਦੇ ਵਿੱਚ ਕਾਫੀ ਜ਼ਿਆਦਾ ਹੈਲਪ ਕਰਦਾ। ਟੋਨੋਸਾਈਟਸ ਜਾਂ ਫਿਰ ਕੋਲੋਸਾਈਟਸ ਜਿਹੜੇ ਆ ਸਪੌਂਜੋਸੀਲ ਨੂੰ ਜਾਂ ਇਹਨਾਂ ਦੇ ਕੈਨਾਲਸ ਨੂੰ ਕੀ ਅਲਾਈਨ ਕਰਦੇ ਨੇ, ਠੀਕ ਹੈ, ਤੇ ਇਹਨਾਂ ਦਾ ਕੰਮ ਕੀ ਹੁੰਦਾ, ਓਸਮੋ ਰੈਗੂਲੇਸ਼ਨ ਤੇ ਐਕਸਕ੍ਰੀਸ਼ਨ ਦਾ ਕੰਮ ਹੁੰਦਾ ਗਾ ਇਹਨਾਂ ਦਾ। ਡਾਈਜੈਸ਼ਨ ਇਹਨਾਂ ਵਿੱਚ ਇੰਟਰਸੈਲੂਲਰ ਹੁੰਦੀ ਹੈ ਤੇ ਜਿਹੜੀ ਬੋਡੀ ਆ ਉਹ ਕੀ ਸਕੈਲਟਨ ਨਾਲ ਸਪੋਰਟ ਹੁੰਦੀ ਹੈ, ਇਹਨਾਂ ਦੇ ਸਕੈਲਟਨ ਕਾਹਦਾ ਬਣਦਾ, ਸਪਾਈਕਿਊਲਸ ਜਾਂ ਫਿਰ ਸਪੌਂਜਨ ਫਾਈਬਰਸ ਦਾ ਬਣਦੇ। ਸੈਕਸਸ ਇਹਨਾਂ ਵਿੱਚ ਸੈਪਰੇਟ ਨਹੀਂ ਹੁੰਦਾ, ਮਤਲਬ ਇਹ hermaphrodite ਹੁੰਦੇ ਨੇ, ਮਤਲਬ ਕਿ ਐਗ ਤੇ ਸਪਰਮ ਸੇਮ ਬੋਡੀ ਦੇ ਉੱਪਰ ਸੇਮ ਇੰਡੀਵਿਜੂਅਲ ਦੇ ਉੱਪਰ ਹੀ ਬਣਦੇ ਨੇ। ਜਿਹੜੇ ਸਪੌਂਜਸ ਨੇ ਉਹ ਸੈਕਸ਼ੁਅਲੀ ਰਿਪਰੋਡਿਊਸ ਕਰਦੇ ਨੇ ਫ੍ਰੈਗਮੈਂਟੇਸ਼ਨ ਦੇ ਨਾਲ ਤੇ ਸੈਕਸ਼ੁਅਲੀ ਰਿਪਰੋਡਿਊਸ ਕਰਦੇ ਨੇ ਬਾਈ ਦ ਫਾਰਮੇਸ਼ਨ ਆਫ ਦ ਗਮੀਟਸ। ਫਰਟੀਲਾਈਜੇਸ਼ਨ ਇਹਦੇ ਵਿੱਚ ਇੰਟਰਨਲ ਹੁੰਦੀ ਹੈ, ਡਿਵੈਲਪਮੈਂਟ ਇਹਨਾਂ ਦੇ ਵਿੱਚ ਇੰਡਾਇਰੈਕਟ ਹੁੰਦੀ ਆ ਤੇ ਮਤਲਬ ਕਾਫੀ ਲਾਰਵਲ ਸਟੇਜਸ ਆਪਾਂ ਨੂੰ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਜਿਹੜੇ ਕਿ ਅਡਲਟ ਤੋਂ ਮੋਰਫੋਲੋਜੀਕਲੀ ਡਿਸਟਿੰਕਟ ਹੁੰਦੇ ਨੇ, ਅਲੱਗ ਹੁੰਦੇ ਨੇ। ਇਹਨਾਂ ਦੇ ਕੁਝ ਐਗਜ਼ਾਮਪਲਸ ਹੈਗੇ ਨੇ, ਵੀ ਹੈਵ ਮੈਨੀ ਐਗਜ਼ਾਮਪਲਸ, ਸਾਈਕਨ, ਸਕਾਈਫਾ, ਸਪੌਂਜੂਲਾ, ਫਰੈਸ਼ ਵਾਟਰ ਸਪੌਂਜ, ਐਂਡ ਯੂਸਪੌਂਜੀਆ ਬਾਥ ਸਪੌਂਜ। ਐਂਡ ਹੋਰ ਵੀ ਐਗਜ਼ਾਮਪਲ ਯੂਪੈਕਟਲਾ, ਵਿੰਗਸ ਫਲਾਵਰ ਬਾਸਕਟ ਐਂਡ ਹੀਆਲੋਨਾਮਾ। ਜਿਹੜਾ ਇਹਨਾਂ ਦੇ ਵਿੱਚ ਹੁਣ ਜਿੰਨੇ ਵੀ ਐਗਜ਼ਾਮਪਲ ਮੈਂ ਤੁਹਾਨੂੰ ਦਿੱਤੇ ਉਹਨਾਂ ਦੇ ਵਿੱਚ ਸਿਰਫ ਜਿਹੜਾ ਯੂਸਪੌਂਜੀਆ ਹੈ, ਸੌਰੀ ਜਿਹੜਾ ਸਪੌਂਜਲਾ ਹੈ ਨਾ, ਉਹੀ ਫਰੈਸ਼ ਵਾਟਰ ਸਪੌਂਜ ਆ, ਬਾਕੀ ਸਾਰੇ ਮੈਰਾਈਨ ਐਨਵਾਇਰਨਮੈਂਟ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਤੇ ਜਿੱਥੇ ਇਹਨਾਂ ਨੇ ਕਿਹਾ ਵੀ ਸੀਗਾ ਕਿ ਇਹ ਜਨਰਲੀ ਮੈਰਾਈਨ ਹੁੰਦੇ ਨੇ ਬਟ ਐਕਸਕਲੂਸਿਵਲੀ ਮੈਰਾਈਨ ਨਹੀਂ ਹੁੰਦੇ, ਮਤਲਬ ਸਾਰੇ ਮੈਰਾਈਨ ਹੁੰਦੇ ਬਟ ਜ਼ਿਆਦਾਤਰ ਮੈਰਾਈਨ ਹੁੰਦੇ ਨੇ। ਹੁਣ ਆਪਾਂ ਇੱਥੇ ਫੋਟੋ ਦੇਖ ਲੈਂਦੇ ਹਾਂ, ਦਿਸ ਇਜ਼ ਦ ਸਾਈਕਨ, ਸਕਾਈਫਾ ਐਂਡ ਦਿਸ ਇਜ਼ ਦ ਯੂਸਪੌਂਜੀਆ ਬਾਥ ਸਪੌਂਜ ਐਂਡ ਵੀ ਹੈਵ ਦ ਸਪੌਂਜਲਾ ਵਿਦ ਅਸ, ਦ ਫਰੈਸ਼ ਵਾਟਰ ਸਪੌਂਜ ਹੇਅਰ। Moving on to the next phylum, that is the phylum Coelenterata. ਜਿਹੜੇ Coelenterata ਹੁੰਦੇ ਨੇ aquatic ਹੁੰਦੇ ਨੇ, mostly marine ਹੁੰਦੇ ਨੇ, ਫ੍ਰੀ ਲਿਵਿੰਗ ਵੀ ਹੋ ਸਕਦੇ ਨੇ, ਸੈਸਾਈਲ ਵੀ ਸਕਦੇ ਨੇ, ਮਤਲਬ ਕਿ ਇਹ ਫ੍ਰੀਲੀ ਇੱਧਰ ਉੱਧਰ ਸਵਿਮ ਵੀ ਕਰ ਸਕਦੇ ਨੇ ਤੇ ਸੈਸਾਈਲ ਮਤਲਬ ਇੱਕ ਜਗ੍ਹਾ ਤੇ ਟਿਕੇ ਵੀ ਰਹਿ ਸਕਦੇ ਨੇ, ਸਬਸਟ੍ਰੇਟ ਨਾਲ ਅਟੈਚ ਹੁੰਦੇ ਨੇ। ਜਿਹੜੇ ਪੋਰੀਫੇਰਾ ਹੁੰਦੇ ਨੇ ਸਾਰੇ ਸੈਸਾਈਲ ਹੁੰਦੇ ਨੇ। ਓਕੇ, ਆਈ ਫੋਰਗਟ ਟੂ ਟੈਲ ਦੈਟ। ਓਕੇ, ਤੇ ਇਹ ਰੈਡੀਅਲੀ ਸਿਮੈਟ੍ਰਿਕਲ ਹੁੰਦੇ, ਮਤਲਬ ਕੋਈ ਵੀ ਪਲੇਨ ਇਹਨਾਂ ਨੂੰ ਕੀ ਹੈ ਦੋ ਇਕੁਅਲ ਹਾਫਸ ਦੇ ਵਿੱਚ ਡਿਵਾਈਡ ਕਰ ਦਿੰਦਾ ਹੈਗਾ। ਜਿਹੜਾ ਇਹਨਾਂ ਦਾ ਨਾਮ ਨਾਈਡੇਰੀਆ ਉਹ ਕਿੱਥੋਂ ਡਿਰਾਈਵ ਹੋਇਆ ਹੈ ਨਾ, ਇਹਨਾਂ ਦੇ ਕੋਲ ਨਾਈਡੋਬਲਾਸਟ ਜਾਂ ਨਾਈਡੋਸਾਈਟ ਸਪੈਸ਼ਲਾਈਜ਼ਡ ਸੈਲ ਪ੍ਰੈਜ਼ੈਂਟ ਹੁੰਦੇ ਨੇ ਇਹਨਾਂ ਦੇ ਟੈਂਟੀਕਲਸ ਤੇ ਬੋਡੀ ਦੇ ਉੱਪਰ, ਤੇ ਇਹਨਾਂ ਦਾ ਕੰਮ ਕੀ ਹੁੰਦਾ, ਐਨਕਰੇਜ ਡਿਫੈਂਸ ਤੇ ਕੈਪਚਰ ਆਫ ਦ ਪ੍ਰੇ ਦਾ। ਤੇ ਨਾਈਡੋਬਲਾਸਟ ਦੇ ਕੋਲ ਇੱਕ ਸਟਿੰਗਿੰਗ ਕੈਪਸੂਲ ਹੁੰਦਾ ਜਿਹਨੂੰ ਕਿ ਨੈਮੈਟੋਸਿਸਟ ਕਹਿੰਦਾ ਹੈ। ਵੀ ਹੈਵ ਦ ਡਾਇਗ੍ਰਾਮ ਆਫ ਦ ਨਾਈਡੋਬਲਾਸਟ ਵਿਦ ਅਸ। ਦਿਸ ਇਜ਼ ਦ ਥ੍ਰੈਡ ਟਿਊਬ, these are the spikelets, this is the spine, this is the operculum. So yeah, this is the nidocyle and this stinging capsule is the nematocyst. These are the retractile rods which play a major role in the contraction and relaxation of the stinging capsule. This is last one, this is the nucleus with us. The function of the naidoblasts for encourage defense and capture of the prey.
ਨਾਈਡੇਰੀਅਨਸ ਜਿਹੜੇ ਆ ਟਿਸ਼ੂ ਲੈਵਲ ਆਫ ਆਰਗੇਨਾਈਜੇਸ਼ਨ ਐਕਸਿਬਿਟ ਕਰਦੇ ਨੇ ਡਿਪਲੋਪਲਾਸਟਿਕ ਹੁੰਦੇ ਨੇ। ਇਹਨਾਂ ਦੀ ਜਿਹੜੀ ਸੈਂਟਰਲ ਇਹਨਾਂ ਦੇ ਕੋਲ ਕੀ ਹੈ, ਸੈਂਟਰਲ ਗੈਸਟ੍ਰੋਵੈਸਕੂਲਰ ਕੈਵਿਟੀ ਹੁੰਦੀ ਆ ਤੇ ਉਹਦੀ ਇੱਕ ਸਿੰਗਲ ਹੀ ਓਪਨਿੰਗ ਹੁੰਦੀ ਹੈ ਜਿਹਨੂੰ ਕਿ ਮਾਊਥ ਕਹਿੰਦੇ। ਤੇ ਮਾਊਥ ਕਿਹਦੇ ਉੱਪਰ ਪ੍ਰੈਜ਼ੈਂਟ ਆ, ਨੈਕ ਲਾਈਕ ਸਟਰਕਚਰ ਹਾਈਪੋਸਟੋਮ ਦੇ ਉੱਪਰ ਪ੍ਰੈਜ਼ੈਂਟ ਹੁੰਦੀ ਆ। ਡਾਈਜੈਸ਼ਨ ਦੇ ਵਿੱਚ ਐਕਸਟਰਾ ਸੈਲੂਲਰ ਤੇ ਇੰਟਰਸੈਲੂਲਰ ਹੁੰਦੀ ਹੈ, ਵੈਰਸ ਪੋਰੀਫੈਰਾ ਦੇ ਵਿੱਚ ਸਿਰਫ ਇੰਟਰਸੈਲੂਲਰ ਡਾਈਜੈਸ਼ਨ ਹੀ ਆਪਾਂ ਨੂੰ ਦੇਖਣ ਨੂੰ ਮਿਲਦੀ ਆ। ਕੁਝ ਨਾਈਡੇਰੀਅਨ ਜਿੱਦਾਂ ਕਿ ਕੋਰਲਸ ਹੋ ਗਏ ਉਹਨਾਂ ਦਾ ਜਿਹੜਾ ਸਕੈਲੇਟਨ ਆ ਉਹ ਕੈਲਸ਼ੀਅਮ ਕਾਰਬੋਨੇਟ ਦਾ ਬਣਿਆ ਹੁੰਦਾ ਗਾ। ਨਾਈਡੇਰੀਅਨਸ ਦੇ ਵਿੱਚ ਦੋ ਬੇਸਿਕ ਬੋਡੀ ਫਾਰਮਸ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ, ਪੋਲਿਪ ਤੇ ਮੈਡੂਸਾ। ਜਿਹੜਾ ਪੋਲੀਫਾਰਮ ਹੁੰਦੀ ਆ ਉਹ ਸਿਲੰਡਰੀਕਲ ਹੁੰਦੀ ਆ ਐਂਡ ਸੈਸਾਈਲ ਹੁੰਦੀ ਆ ਕਿ ਤੇ ਜਿਹੜੀ ਮੈਡੂਸਾ ਫਾਰਮ ਆ ਉਹ ਕੀ ਫ੍ਰੀ ਲਿਵਿੰਗ ਹੁੰਦੀ ਆ ਐਂਡ ਅੰਬਰੇਲਾ ਸ਼ੇਪ ਹੁੰਦੀ ਹੈਗੀ। ਠੀਕ ਹੈ, ਜਿਹੜੀ ਸੈਸਾਈਲ ਫਾਰਮ ਤੇ ਸਿਲੰਡਰੀਕਲ ਹੁੰਦੀ ਆ ਉਹਨੂੰ ਪੋਲਿਪ ਕਹਿੰਦੇ ਤੇ ਹਾਈਡਰਾ ਤੇ ਐਡੈਮਸੀਆ ਉਹ ਸਿਰਫ ਤੇ ਸਿਰਫ ਪੋਲੀਫਾਰਮ ਸ਼ੋ ਕਰਦੇ ਨੇ। ਵੈਰਸ ਜਿਹੜੇ ਮੈਡੂਸਾ ਫਾਰਮ ਹੁੰਦੀ ਆ ਅੰਬਰੇਲਾ ਸ਼ੇਪ ਹੁੰਦੀ ਆ ਤੇ ਫ੍ਰੀ ਸਵਿਮਿੰਗ ਹੁੰਦੀ ਆ। ਜਿਹੜੇ ਓਇਲੀ ਤੇ ਜੈਲੀਫਿਸ਼ ਨੇ ਉਹ ਮੈਡੂਸਾ ਫਾਰਮ ਸ਼ੋ ਕਰਦੇ ਨੇ। ਜਿਹੜੇ ਨਾਈਡੇਰੀਅਨਸ ਦੋਨੋਂ ਫਾਰਮਸ ਐਗਜ਼ਿਬਿਟ ਕਰਨ, ਠੀਕ ਹੈ, ਤੇ ਜਿਹਨਾਂ 'ਚ ਆਪਾਂ ਨੂੰ ਅਲਟਰਨੇਸ਼ਨ ਆਫ ਜਨਰੇਸ਼ਨ ਦੇਖਣ ਨੂੰ ਮਿਲੇ, ਮਤਲਬ ਮੈਟਾਜੈਨੇਸਿਸ ਦੇਖਣ ਨੂੰ ਮਿਲੇ। ਠੀਕ ਹੈ, ਪੋਲਿਪ ਜਿਹੜਾ ਹੈ ਉਹ ਮੈਡੂਸਾ ਪ੍ਰੋਡਿਊਸ ਕਰੇ ਏਸੈਕਸ਼ੁਅਲੀ ਤੇ ਮੈਡੂਸਾ ਜਿਹੜਾ ਹੈ ਪੋਲਿਪ ਪ੍ਰੋਡਿਊਸ ਕਰੇ ਸੈਕਸ਼ੁਅਲੀ। ਠੀਕ ਹੈ, ਉਹ ਨਾਈਡੇਰੀਅਨਸ ਆਪਾਂ ਦੇਖਣ ਨੂੰ ਮਿਲਦੇ ਨੇ। ਐਗਜ਼ਾਮਪਲ ਉਹਦਾ ਹੈਗਾ ਓਬੇਲੀਆ। ਓਬੇਲੀਆ ਦਾ ਕਾਮਨ ਨੇਮ ਕਿੰਨਾ, ਸੀਫਰ। ਠੀਕ ਹੈ, ਆਪਾਂ ਇਹਦੇ ਐਗਜ਼ਾਮਪਲਸ ਦੇਖਦੇ ਹਾਂ, ਫਾਈਸੀਲੀਆ, ਪੋਰਚੁਗੀਜ਼ ਮੈਨਾਫੋਰ, ਐਡੈਮਸੀਆ, ਸਿਆਨੇਮੋਨ, ਗੋਰਗੋਨੀਆ, ਸੇਫਾਨ, ਪੈਨੇਟੁਲਾ, ਸੀਮ pen, and the mean turner brain coral, obelia, Seafer, and Aurelia jellyfish. These are their examples. Hydra, water serpent. Okay, now moving on to the next phylum, Ctenophora. ਜਿਹੜੇ ਟੀਨੋਫੋਰਸ ਹੁੰਦੇ ਨੇ ਕਾਮਨਲੀ ਕੀ ਕਹਿੰਦੇ, ਸੀ ਵਾਲਰਸ ਤੇ ਕੌਮਚੈਰਿਸ ਕਹਿੰਦੇ ਹੈਗਾ ਤੇ ਐਕਸਕਲੂਸਿਵਲੀ ਮੈਰਾਈਨ, ਮਤਲਬ ਸਾਰੇ ਦੇ ਸਾਰੇ ਮੈਰਾਈਨ ਹੁੰਦੇ ਨੇ, ਕੋਈ ਵੀ ਇਹਨਾਂ ਦੇ ਵਿੱਚ ਫਰੈਸ਼ ਵਾਟਰ ਆਰਗੈਨਿਜ਼ਮ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ। ਇਹ ਵੀ ਰਿਡਲਸਮੈਟਰੀ ਸ਼ੋ ਕਰਦੇ ਨੇ, ਡਿਪਲੋਪਲਾਸਟਿਕ ਆਰਗੈਨਿਜ਼ਮਸ ਹੁੰਦੇ ਨੇ ਤੇ ਇਹਨਾਂ ਦੇ ਕੋਲ ਟਿਸ਼ੂ ਲੈਵਲ ਆਫ ਆਰਗੇਨਾਈਜੇਸ਼ਨ ਹੁੰਦੀ ਹੈਗੀ। ਜਿਹੜੀ ਬੋਡੀ ਹੁੰਦੀ ਹੈ ਉਹਨਾਂ ਦੇ ਕੋਲ 8 ਐਕਸਟਰਨਲ ਰੋਜ਼ ਹੁੰਦੇ ਨੇ ਸਿਲੀਏਟਡ ਕੰਪਲੀਟਸ ਤੇ, ਜਿਹੜੇ ਕਿ ਲੋਕੋਮੋਸ਼ਨ ਦੇ ਵਿੱਚ ਹੈਲਪ ਕਰਦੇ ਨੇ। ਡਾਈਜੈਸ਼ਨ ਇਹਨਾਂ ਦੇ ਵਿੱਚ ਦੋਨੋਂ ਤਰ੍ਹਾਂ ਦੇਖਣ ਨੂੰ ਮਿਲਦੀ ਹੈ ਆਪਾਂ ਨੂੰ, ਐਕਸਟਰਾ ਸੈਲੂਲਰ ਵੀ ਤੇ ਇੰਟਰਾ ਸੈਲੂਲਰ ਵੀ। ਜਿਹੜੀ ਬਾਇਓਲਿਊਮਿਨੈਸੈਂਸ ਇਹਨਾਂ ਦਾ ਕੁਝ ਡਿਸਟਿੰਕਟ ਫੀਚਰ ਆ। ਠੀਕ ਹੈ, ਮਤਲਬ ਇਹ ਕੀ ਆ, ਲਾਈਟ ਐਮਿਟ ਕਰ ਸਕਦੇ ਨੇ। ਸੈਕਸਿਸ ਇਹਨਾਂ ਦੇ ਵਿੱਚ ਸੈਪਰੇਟ ਨਹੀਂ ਹੁੰਦਾ, ਮਤਲਬ ਇਹ ਵੀ ਹਰਮਾਫਰੋਡਾਈਟ ਹੀ ਹੁੰਦੇ ਨੇ। ਰਿਪਰੋਡਕਸ਼ਨ ਜਿਹੜੀ ਸਿਰਫ ਤੇ ਸਿਰਫ ਸੈਕਸ਼ੂਅਲ ਮੀਨਸ ਨਾਲ ਹੀ ਹੁੰਦੀ ਆ। ਇਹਦੇ ਪਹਿਲਾਂ ਆਪਾਂ ਪੋਰੀਫੈਰਾ ਤੇ ਦੇਖੀਏ, ਪੋਰੀਫੈਰਾ ਦੀ ਰਿਪਰੋਡਕਸ਼ਨ ਜਿਹੜੀ ਆ ਇਹ ਸੈਕਸ਼ੂਅਲ ਮੀਨਸ ਦੇ ਨਾਲ ਕਿੱਦਾਂ ਹੁੰਦੀ ਸੀ, ਫਰੈਗਮੈਂਟੇਸ਼ਨ ਹੁੰਦੀ ਸੀ। ਤੇ ਸਿਲੰਡਰ ਦੇ ਵਿੱਚ ਏਸੈਕਸ਼ੂਅਲ ਰਿਪਰੋਡਕਸ਼ਨ ਦੇਖਣ ਨੂੰ ਮਿਲਦੀ ਸੀ। ਪੋਲਿਪ ਜਿਹੜੇ ਮੈਡੂਸਾ ਫਾਰਮ ਕਰਦੇ ਸੀ ਬਾਅਦ ਏਸੈਕਸ਼ੂਅਲ ਮੀਨਸ। ਵੈਰਸ ਜਿਹੜੇ ਟੀਨੋਫੋਰਸ ਨੇ ਉਹਨਾਂ ਦੇ ਵਿੱਚ ਕੋਈ ਵੀ ਏਸੈਕਸ਼ੂਅਲ ਰਿਪਰੋਡਕਸ਼ਨ ਦੇਖਣ ਨੂੰ ਨਹੀਂ ਮਿਲਦੀ, ਸਿਰਫ ਤੇ ਸਿਰਫ ਉਹਨਾਂ ਦੇ ਵਿੱਚ ਸੈਕਸ਼ੂਅਲ ਰਿਪਰੋਡਕਸ਼ਨ ਹੀ ਦੇਖਣ ਨੂੰ ਮਿਲਦੀ ਹੈਗੀ। ਤੇ ਫਰਟੀਲਾਈਜੇਸ਼ਨ ਇਹਦੇ ਵਿੱਚ ਐਕਸਟਰਨਲ ਹੁੰਦੀ ਆ ਤੇ ਡਿਵੈਲਪਮੈਂਟ ਡਾਇਰੈਕਟ। ਦੁਬਾਰਾ ਜਿੰਨੇ ਵੀ ਜਾਂ ਪਲੇਟੀ ਐਲੀਮੈਂਟਸ ਤੱਕ ਜਿੰਨੇ ਵੀ ਸਾਰੇ ਸਾਰਿਆਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਉਹ ਡਾਇਰੈਕਟ ਹੀ ਹੁੰਦੀ ਆ। ਠੀਕ ਆ, ਵੈਰਸ ਪੋਲੀਫੈਰਾ ਦੇ ਵਿੱਚ ਜਿਹੜੀ ਫਰਟੀਲਾਈਜੇਸ਼ਨ ਸੀ ਉਹ ਇੰਟਰਨਲ ਸੀ, ਸਿਲੰਡਰ ਦੇ ਵਿੱਚ ਗੱਲ ਨਹੀਂ ਕੀਤੀ ਹੋਈ ਐਂਡ ਇਹਨਾਂ ਦੇ ਵਿੱਚ ਐਕਸਟਰਨਲ ਫਰਟੀਲਾਈਜੇਸ਼ਨ ਹੁੰਦੀ ਆ। ਇਹਦੇ ਐਗਜ਼ਾਮਪਲ ਨੇ ਲੀਰੋਬ੍ਰੈਸ਼ੀਆ ਤੇ ਟੀਨੋਪਲਾਨਾ। ਲੀਰੋਬ੍ਰੈਸ਼ੀਆ ਦਾ ਕਾਮਨ ਨੇਮ ਕੀ ਹੁੰਦਾ ਹੈਗਾ, ਸੀਗੂਸਬੈਰੀ, ਟੀਨੋਪਲਾਨਾ ਨੂੰ ਕੀ ਕਹਿੰਦੇ, ਕੌਮਚਲੀ। And here we have the photo of the Tinoplana with us. ਨੈਕਸਟ ਮੂਵਿੰਗ ਉਹਨਾਂ ਦੇ ਫਾਈਲਮ ਪਲੈਟੀਹੈਲਮਿੰਥਸ ਜਿਹੜੇ ਇਹ ਹੁੰਦੇ ਨੇ ਡੋਰਸੋ ਵੈਂਟਰਲੀ ਪਲੈਟਨ ਬੋਡੀ ਹੁੰਦੇ ਨੇ ਇਹਦੇ ਕੋਲ, ਤਾਂ ਕਰਕੇ ਇਹਨਾਂ ਨੂੰ ਪਲੈਟਫਾਰਮਸ ਵੀ ਕਿਹਾ ਜਾਂਦਾ ਹੈਗਾ। ਇਹ ਮੋਸਟਲੀ ਐਂਡੋਪੈਰਾਸਾਈਟਸ ਹੁੰਦੇ ਨੇ ਤੇ ਇਹ ਐਜ਼ ਐਂਡੋਪੈਰਾਸਾਈਟਸ ਆਪਾਂ ਨੂੰ ਕਾਫੀ ਸਾਰੇ ਆਰਗੈਨਿਜ਼ਮਸ ਦੇ ਅੰਦਰ ਦੇਖਣ ਨੂੰ ਮਿਲਦੇ ਨੇ, ਜਿੱਦਾਂ ਕਿ ਹਿਊਮਨ ਬੀਂਗਸ ਦੇ ਅੰਦਰ ਵੀ ਇਹ ਪ੍ਰੈਜ਼ੈਂਟ ਹੁੰਦੇ ਨੇ। ਜਿਹੜੇ ਪਲੈਟਫਾਰਮਸ ਹੁੰਦੇ ਨੇ ਬਾਇਲੇਟਰਲੀ ਸਿਮੈਟ੍ਰਿਕਲ ਹੁੰਦੇ ਨੇ, ਟ੍ਰਿਪਲ ਪਲਾਸਟਿਕ ਹੁੰਦੇ ਨੇ, ਏਸੀਲਮੇਟ ਹੁੰਦੇ ਨੇ, ਮਤਲਬ ਇਹਨਾਂ ਵਿੱਚ ਬੋਡੀ ਕੈਵਿਟੀ ਜਿਹੜੀ ਆ ਉਹ ਹੁੰਦੀ ਹੀ ਨਹੀਂ ਹੈਗੀ। ਠੀਕ ਹੈ, ਆਰਗਨ ਲੈਵਲ ਆਫ ਆਰਗੇਨਾਈਜੇਸ਼ਨ ਆਪਾਂ ਨੂੰ ਇਹਦੇ ਵਿੱਚ ਦੇਖਣ ਨੂੰ ਮਿਲਦੀ ਹੈ। ਹੁਕਸ ਤੇ ਸਰਕਲਸ ਇਹਨਾਂ ਵਿੱਚ ਪ੍ਰੈਜ਼ੈਂਟ ਨੇ। ਹੁਕਸ ਕਾਦੇ ਵਾਸਤੇ ਹੁੰਦੇ ਨੇ, ਫॉर द ਐਨਕਰੇਜ ਟੂ द ਹੋਸਟ ਐਂਡ ਸਰਕਲਸ ਟੂ ਅਬਜ਼ੌਰਬ, ਠੀਕ ਹੈ, ਟੂ ਸਕ ਦ ਨਿਊਟ੍ਰੀਐਂਟਸ। ਐਂਡ ਹੁਕਸ ਤੇ ਸਰਕਲਸ ਆਪਾਂ ਨੂੰ ਕਿਹਦੇ ਵਿੱਚ ਦੇਖਣ ਨੂੰ ਮਿਲਦੇ ਨੇ, ਪੈਰਾਸਾਈਟਿਕ ਫਾਰਮਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਇਹਨਾਂ ਦੇ ਵਿੱਚ ਕੁਝ ਜਿਹੜੇ ਨਿਊਟ੍ਰੀਐਂਟਸ ਨੂੰ ਐਬਜ਼ੌਰਬ ਕਰਦੇ ਨੇ ਹੋਸਟ ਤੋਂ। ਠੀਕ ਹੈ, ਹੋਸਟ ਤੋਂ ਨਿਊਟ੍ਰੀਐਂਟਸ ਨੂੰ ਐਬਜ਼ੌਰਬ ਕਰਦੇ ਨੇ ਡਾਇਰੈਕਟਲੀ ਥਰੂ ਦੇਅਰ ਬੋਡੀ ਸਰਫੇਸ। ਸਪੈਸ਼ਲਾਈਜ਼ਡ ਸੈਲਸ ਜਿਹਨੂੰ ਫਲੇਮ ਸੈਲਸ ਕਹਿੰਦੇ ਉਹ ਹੈਲਪ ਕਰਦੇ ਨੇ ਆਸਮੋ ਰੈਗੂਲੇਸ਼ਨ ਤੇ ਐਕਸਕ੍ਰੀਸ਼ਨ ਦੇ ਵਿੱਚ। ਉਹਦੇ ਬਾਅਦ ਆਪਾਂ ਪੋਲੀਫੈਰਾ ਦੇ ਵਿੱਚ ਗੱਲ ਕੀਤੀ ਸੀ, ਉਹਨਾਂ ਦੇ ਵਿੱਚ ਆਪਾਂ ਨੇ ਆਸਮੋ ਰੈਗੂਲੇਸ਼ਨ ਐਕਸਕ੍ਰੀਸ਼ਨ ਦੇ ਲਈ ਕਾਲਰ ਸੈਲਸ ਪ੍ਰੈਜ਼ੈਂਟ ਸੀਗੇ। ਸਿਲੰਡਰ ਦੇ ਟੀਨੋਫੋਰ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਹੋਈ ਐਕਸਕ੍ਰੀਸ਼ਨ ਦੀ, ਆਸਮੋ ਰੈਗੂਲੇਸ਼ਨ ਦੀ। ਵੈਰਸ ਪਲੇਟੀਹੈਲਮਿੰਥਸ ਦੇ ਵਿੱਚ ਸਪੈਸ਼ਲਾਈਜ਼ਡ ਸੈਲਸ ਫਲੇਮ ਸੈਲਸ ਜਿਹੜੇ ਆਸਮੋ ਰੈਗੂਲੇਸ਼ਨ ਤੇ ਐਕਸਕ੍ਰੀਸ਼ਨ ਪਰਫਾਰਮ ਕਰਦੇ ਨੇ। ਸੈਕਸਿਸ ਇਹਨਾਂ ਦੇ ਵਿੱਚ ਵੀ ਸੈਪਰੇਟ ਨਹੀਂ ਹੁੰਦੇ। ਇਹਦੇ ਪਹਿਲਾਂ ਵਾਲੇ ਸਾਰੇ ਦੇ ਸਾਰੇ ਪਲੇਟੀਹੈਲਮਿੰਥਸ ਤੱਕ ਸਾਰੇ ਕੀ ਨੇ, ਹੈਰਮਾਫਰੋਡਾਈਟ ਨੇ, ਮਤਲਬ ਉਹ ਕੀ ਨੇ, ਮੋਨੋਸ਼ੀਅਸ ਨੇ। ਐਂਡ ਫਰਟੀਲਾਈਜੇਸ਼ਨ ਇਹਦੇ ਵਿੱਚ ਇੰਟਰਨਲ ਹੁੰਦੀ ਹੈ ਤੇ ਡਿਵੈਲਪਮੈਂਟ ਜਿਹੜੀ ਹੁੰਦੀ ਆ ਉਹ ਇਨਡਾਇਰੈਕਟ ਹੁੰਦੀ ਆ ਥਰੂ ਦ ਮੈਨੀ ਲਾਰਵਲ ਸਟੇਜਸ। ਮਤਲਬ ਫਰਟੀਲਾਈਜੇਸ਼ਨ ਦੇ ਮਾਮਲੇ ਦੇ ਵਿੱਚ ਇੱਕ ਆ ਕਾਫੀ ਜ਼ਿਆਦਾ ਸਿਮਿਲੈਰਿਟੀ ਸ਼ੋ ਕਰਦੇ ਨੇ ਵਿਦ ਪੋਲੀਫੈਰਾ। ਪੋਲੀਫੈਰਾ ਦੇ ਵਿੱਚ ਵੀ ਇੰਟਰਨਲ ਫਰਟੀਲਾਈਜੇਸ਼ਨ ਸੀ, ਉਹਨਾਂ ਦੇ ਵਿੱਚ ਵੀ ਇਨਡਾਇਰੈਕਟ ਡਿਵੈਲਪਮੈਂਟ ਸੀਗੀ। ਠੀਕ ਹੈ, ਐਂਡ ਕੁਝ ਮੈਂਬਰ ਜਿੱਦਾਂ ਕਿ ਪਲੈਨੇਰੀਆ ਹੋ ਗਏ, ਉਹਨਾਂ ਦੇ ਕੋਲ ਹਾਈ ਰੀਜਨਰੇਸ਼ਨ ਕੈਪੈਸਿਟੀ ਹੁੰਦੀ ਹੈ। ਰੀਜਨਰੇਸ਼ਨ ਕੈਪੈਸਿਟੀ ਨਾਲ ਸਪੌਂਜਸ ਦੇ ਕੋਲ ਵੀ ਹੁੰਦੀ ਹੈ। ਐਂਡ ਇਹਦੇ ਐਗਜ਼ਾਮਪਲਸ ਨੇ ਟੀਨੀਆ ਦਾ ਕਾਮਨ ਨੇਮ ਦਾ ਟੇਪਮ, ਐਂਡ ਫੈਸੀਲਾ, ਲੀਵਰ ਫਲੂ, ਪਲੈਨੇਰੀਆ ਡੁਗੇਸੀਆ ਇਹਨੂੰ ਕਹਿੰਦਾ। ਐਂਡ ਹੈਵੀ ਹੈਡ ਦ ਫੋਟੋ ਆਫ ਦ ਟੇਪਮ ਜਿਹੜਾ ਕਿ ਢਿੱਡ ਦੇ ਵਿੱਚ ਪਾਇਆ ਜਾਂਦਾ ਗਾ in the human gut. And this is the fasciola which causes the liver rot disease, which its common name is liver fluke. Now moving on to the next phylum Aschelanthes. ਐਸਕੈਲਮੈਂਥਸ ਜਿਹੜੇ ਆ ਡੋਰਸੀ ਵੈਂਟਰਲ ਤਾਂ ਨਹੀਂ ਹੁੰਦੇ ਹਨ, ਕ੍ਰੋਸ ਸੈਕਸ਼ਨ ਵਿੱਚ ਇਹ ਸਰਕੂਲਰ ਹੁੰਦੇ ਨੇ, ਇਸ ਕਰਕੇ ਇਹਨਾਂ ਨੂੰ ਰਾਊਂਡ ਵਾਰਮ ਕਿਹਾ ਜਾਂਦਾ ਹੈ। ਇਹ ਕਿ ਫ੍ਰੀ ਲਿਵਿੰਗ ਵੀ ਹੋ ਸਕਦੇ ਨੇ, ਐਕਵਾਟਿਕ ਵੀ ਹੋ ਸਕਦੇ ਨੇ, ਟੈਰੇਸਟਰੀਅਲ ਵੀ ਹੋ ਸਕਦੇ ਨੇ, ਐਂਡ ਪੈਰਾਸਾਈਟਿਕ ਵੀ ਹੋ ਸਕਦੇ ਨੇ ਪਲਾਂਟ ਤੇ ਐਨੀਮਲਸ ਦੇ ਉੱਪਰ। ਠੀਕ ਹੈ,
ਰਾਊਂਡਵਰਮਸ ਦੇ ਕੋਲ ਆਰਗਨ ਸਿਸਟਮ ਲੈਵਲ ਆਫ ਆਰਗੇਨਾਈਜੇਸ਼ਨ ਹੁੰਦੀ ਆ ਕਿ ਇਹ ਬਾਇਲੇਟਰਲੀ ਸਿਮੈਟ੍ਰਿਕਲ ਹੁੰਦੇ ਨੇ, ਟ੍ਰਿਪਲੋਪਲਾਸਟਿਕ ਹੁੰਦੇ ਨੇ, ਸਿਰੋਸਿਲਮੇਟ ਹੁੰਦੇ ਨੇ। ਸਿਰੋਸਿਲਮੇਟ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਮੀਜ਼ੋਡਰਮ ਆ ਉਹ ਸਕੈਟਰਡ ਪਾਊਚਸ ਪ੍ਰੈਜ਼ੈਂਟ ਆ ਬਿਟਵੀਨ ਦ ਐਕਟੋਡਰਮ ਐਂਡ ਦ ਐਂਡੋਡਰਮ। ਜਿਹੜੀ ਇਹਨਾਂ ਦੀ ਐਲੀਮੈਂਟਰੀ ਕਨਾਲ ਹੁੰਦੀ ਆ ਉਹ ਕੰਪਲੀਟ ਹੁੰਦੀ ਆ, ਮਤਲਬ ਉਹਦੇ ਕੋਲ 2 ਓਪਨਿੰਗਸ ਹੁੰਦੀਆਂ ਨੇ, ਵੈਰਐਸ ਕੰਪਲੀਟ ਹੁੰਦੀ ਆ ਬਟ ਇਹ ਪ੍ਰੋਟੋਸਟੋਮਸ ਹੁੰਦੇ, ਮਤਲਬ ਇਹਨਾਂ ਦੇ ਵਿੱਚ ਐਨਸ ਫਾਰਮ ਦਾ ਪਹਿਲਾਂ ਐਨਸ ਦੀ ਫਾਰਮੇਸ਼ਨ ਪਹਿਲਾਂ ਹੁੰਦੀ ਆ ਮਾਊਥ ਦੀ ਫਾਰਮੇਸ਼ਨ ਨਾਲੋਂ। ਅਤੇ ਇਹਨਾਂ ਦਾ ਵੈਲ ਡਿਵੈਲਪਡ ਮਸਕੂਲਰ ਫੈਰਿੰਗਸ ਹੁੰਦਾ ਇਹਨਾਂ ਦੇ ਕੋਲ। ਐਂਡ ਐਕਸਕ੍ਰੀਟਰੀ ਟਿਊਬ ਜਿਹੜੀ ਆ ਉਹ ਕੀ ਆ ਰਿਮੂਵ ਕਰਦੀ ਹੈ ਬੋਡੀ ਵੇਸਟ ਨੂੰ ਫਰੋਮ ਦ ਬੋਡੀ ਕੈਵਿਟੀ ਥਰੂ ਦ ਐਕਸਕ੍ਰੀਟਰੀ ਪੋਰ। ਐਕਸਕ੍ਰੀਟ ਹਾਂ ਕੀ ਦਿਸ ਇਜ਼ ਦ ਰਾਊਂਡ ਵਰਮ, ਇਹ ਉੱਪਰਲੀ ਬੋਡੀ ਸਮਝ ਲਓ। ਅਤੇ ਇੱਥੇ ਇਹਦੇ ਐਕਸਕ੍ਰੀਟਰੀ ਟਿਊਬ ਪ੍ਰੈਜ਼ੈਂਟ ਆ ਹੇਅਰ, ਐਕਸਕ੍ਰੀਟਰੀ ਟਿਊਬ ਇਹਦੇ ਇੱਥੇ ਐਕਸਕ੍ਰੀਟਰੀ ਟਿਊਬ ਪ੍ਰੈਜ਼ੈਂਟ ਹੈ ਅਤੇ ਉਹਦੇ ਐਂਡ 'ਤੇ ਐਕਸਕ੍ਰੀਟਰੀ ਪੋਰ ਪ੍ਰੈਜ਼ੈਂਟ ਹੈਗੀ। ਸੈਕਸ ਜਿਹੜੇ ਇਹਨਾਂ ਦੇ ਵਿੱਚ ਸੈਪਰੇਟ ਹੁੰਦੇ ਨੇ, ਮਤਲਬ ਇਹ ਡਾਇਓਸ਼ੀਅਸ ਹੁੰਦੇ ਨੇ, ਮਤਲਬ ਮੇਲ ਅਤੇ ਫੀਮੇਲ ਜਿਹੜੇ ਆ ਉਹ ਡਿਸਟਿੰਕਟ ਹੁੰਦੇ ਨੇ। ਆਫਨ ਜਿਹੜੇ ਫੀਮੇਲ ਹੁੰਦੇ ਨੇ ਲੌਂਗਰ ਹੁੰਦੇ ਨੇ ਮੇਲਸ ਦੇ ਨਾਲੋਂ। ਫਰਟੀਲਾਈਜੇਸ਼ਨ ਇਹ ਤੋਂ ਪਹਿਲਾਂ ਪਲੇਟੀਹੈਲਮਿੰਟਸ ਤੱਕ ਸਾਰੇ ਮੋਨੋਸ਼ੀਅਸ ਹੁੰਦੇ ਨੇ, ਹਾਰਮੋਫਰੋਡਾਈਟ ਹੁੰਦੇ ਨੇ, ਠੀਕ ਹੈ, ਮਤਲਬ ਸੈਕਸ ਉਹਨਾਂ ਦੇ ਵਿੱਚ ਸੈਪਰੇਟ ਨਹੀਂ ਹੁੰਦੇ ਹੈਗੇ, ਠੀਕ ਹੈ। ਅਤੇ ਐਸਕੇਹੈਲਮਿੰਟਸ ਦ ਫਰਸਟ ਡਾਇਓਸ਼ੀਅਸ ਐਨੀਮਲਸ ਰਾਈਟ। ਐਂਡ ਫਰਟੀਲਾਈਜੇਸ਼ਨ ਦੇ ਵਿੱਚ ਇੰਟਰਨਲ ਹੁੰਦੀ ਹੈ, ਡਿਵੈਲਪਮੈਂਟ ਡਾਇਰੈਕਟ ਵੀ ਹੋ ਸਕਦੀ ਹੈ, ਇਨਡਾਇਰੈਕਟ ਵੀ ਹੋ ਸਕਦੀ ਹੈ, ਠੀਕ ਹੈ। ਫਰਟੀਲਾਈਜੇਸ਼ਨ ਇੰਟਰਨਲ ਕਿਹਦੇ ਵਿੱਚ ਹੁੰਦੀ ਹੈ, ਪੋਲੀਫੇਰਾ ਦੇ ਵਿੱਚ ਵੀ ਇੰਟਰਨਲ ਹੁੰਦੀ ਆ, ਟੀਨੋਫੋਰਾ ਦੇ ਵਿੱਚ ਐਕਸਟਰਨਲ ਸੀ, ਪਲੇਟੀਹੈਲਮਿੰਟਸ ਦੇ ਵਿੱਚ ਵੀ ਇੰਟਰਨਲ ਹੁੰਦੀ ਹੈ, ਐਂਡ ਐਸਕੇਹੈਲਮਿੰਟਸ ਦੇ ਵਿੱਚ ਵੀ ਫਰਟੀਲਾਈਜੇਸ਼ਨ ਜਿਹੜੀ ਉਹ ਇੰਟਰਨਲੀ ਹੁੰਦੀ ਹੈਗੀ। ਅਤੇ ਡਿਵੈਲਪਮੈਂਟ ਪੋਲੀਫੇਰਾ ਦੇ ਵਿੱਚ ਅਤੇ ਟੀਨੋਫੋਰਾ ਦੇ ਵਿੱਚ ਐਂਡ ਪਲੇਟੀਹੈਲਮਿੰਟਸ ਦੇ ਵਿੱਚ ਇੰਡਾਇਰੈਕਟ ਸੀ, ਵੈਰਸ ਇਹਨਾਂ ਦੇ ਵਿੱਚ ਡਾਇਰੈਕਟ ਵੀ ਹੋ ਸਕਦੀ ਅਤੇ ਇੰਡਾਇਰੈਕਟ ਵੀ ਹੋ ਸਕਦੀ ਹੈ। ਇਹਦੇ ਐਗਜ਼ਾਮਪਲਸ ਹੈਗੇ ਨੇ ਐਸਕੈਰਿਸ ਜਿਹਨੂੰ ਕਿ ਰਾਊਂਡ ਵਰਮ ਕਹਿੰਦੇ, ਕਾਮਨਲੀ ਵਿਸ਼ੇਰੀਆ ਜਿਹਨੂੰ ਕਿ ਕਾਮਨਲੀ ਫਿਲੇਰੀ ਵਰਮ ਕਹਿੰਦੇ, ਐਂਡ ਸਾਈਕਲੋਸਟੋਮਾ। ਸਾਈਕਲੋਸਟੋਮਾ ਦਾ ਕਾਮਨਲੀ ਹੈਗਾ ਹੁਕ ਵਰਮ। ਰਾਊਂਡ ਵਰਮ, ਫਿਲੇਰੀ ਵਰਮ ਐਂਡ ਹੁਕ ਵਰਮ are the escahelminths, whereas acorn worm is a platyhelminth. So here we have the fourth of the ascaris with us. This is the male ascaris, ਛੋਟਾ ਹੁੰਦਾ, ਠੀਕ ਹੈ, ਆਪਾਂ ਨੇ ਪਹਿਲਾਂ ਹੀ ਦੇਖਿਆ ਫੀਮੇਲਸ ਆਰ ਲੌਂਗਰ ਦੈਨ ਦ ਮੇਲਸ। ਐਂਡ ਇਹਦੇ ਇੱਥੇ ਸਪਾਈਕਿਊਲਸ ਵੀ ਪ੍ਰੈਜ਼ੈਂਟ ਹੁੰਦੇ ਨੇ, ਜਿਸ ਆਰ ਦ ਸਪਾਈਕਿਊਲਸ, ਅਤੇ ਇਹ ਇਹਦੇ ਫੀਮੇਲ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੁੰਦੇ ਹੈਗੇ, ਓਕੇ। ਮੂਵਿੰਗ ਔਨ ਨੈਕਸਟ ਫਾਈਲਮ ਐਨਾਲੀਡਾ। ਇਹ ਐਕਵਾਟਿਕ ਵੀ ਹੋ ਸਕਦੇ ਨੇ, ਮੈਰਾਈਨ ਵਾਟਰ ਅਤੇ ਫਰੈਸ਼ ਵਾਟਰ ਦੇ ਵਿੱਚ ਰਹਿ ਸਕਦੇ ਨੇ, ਟੈਰੇਸਟਰੀਅਲ ਵੀ ਹੋ ਸਕਦੇ ਨੇ, ਫ੍ਰੀ ਲਿਵਿੰਗ ਵੀ ਹੋ ਸਕਦੇ ਨੇ, ਅਤੇ ਸਮਟਾਈਮਸ ਪੈਰਾਸਾਈਟਿਕ ਹੁੰਦੇ ਨੇ। ਇਹਨਾਂ ਵਿੱਚ ਆਰਗਨ ਸਿਸਟਮ ਲੈਵਲ ਆਫ ਆਰਗੇਨਾਈਜੇਸ਼ਨ ਆਪਾਂ ਦੇਖਣ ਨੂੰ ਮਿਲਦੀ ਆ, ਅਤੇ ਇਹੀ ਬਾਇਲੇਟਰਲ ਸਿਮੈਟਰੀ ਸ਼ੋ ਕਰਦੇ ਨੇ, ਟ੍ਰਿਪਲੋਪਲਾਸਟਿਕ ਹੁੰਦੇ ਨੇ, ਮੈਟਾਮੈਰੀਕਲ ਸੈਗਮੈਂਟ ਹੁੰਦੇ ਨੇ, ਐਂਡ ਸਿਲਮੇਟ ਐਨੀਮਲਸ ਹੁੰਦੇ ਨੇ। ਇਹਨਾਂ ਦੀ ਬੋਡੀ ਸਰਫੇਸ ਜਿਹੜੀ ਆ ਉਹ ਡਿਸਟਿੰਕਟਲੀ ਮਾਰਕਡ ਹੁੰਦੀ ਆ ਡਿਫਰੈਂਟ ਸੈਗਮੈਂਟਸ ਦੇ ਵਿੱਚ, ਜਿਹਨਾਂ ਨੂੰ ਮੈਟਾਮੀਰਸ ਵੀ ਕਹਿੰਦੇ ਹੈਗਾ। ਅਤੇ ਹੈਂਸ ਤਾਂਹੀਓ ਕਰਕੇ ਇਹਨਾਂ ਦਾ ਨਾਮ ਕੀ ਹੈ, ਐਨਲਿਡ। ਐਨਲਿਡ ਜਿਹੜਾ ਹੈ ਲੈਟਿਨ ਵਰਡ ਤੋਂ ਬਣਿਆ ਐਨਲਸ। ਐਨਲਸ ਦਾ ਮਤਲਬ ਹੁੰਦਾ ਲਿਟਲ ਰਿੰਗ। ਅਤੇ ਇਹਨਾਂ ਦੇ ਕੋਲ ਨਾ ਲੌਂਗੀਟਿਊਡਨਲ ਅਤੇ ਸਰਕੂਲਰ ਮਸਲਸ ਹੁੰਦੇ ਨੇ। ਐਸਕੈਲਮਿੰਟਸ ਦੇ ਕੋਲ ਮਸਕੂਲਰ ਫੈਰਿੰਗਸ ਹੁੰਦੇ ਨੇ, ਇਹਨਾਂ ਦੇ ਕੋਲ ਲੌਂਗੀਟਿਊਡਨਲ ਅਤੇ ਸਰਕੂਲਰ ਮਸਲ ਹੁੰਦੇ ਨੇ, ਜਿਹੜੇ ਕਿ ਇਹਨਾਂ ਦੀ ਲੋਕੋਮੋਸ਼ਨ ਦੇ ਵਿੱਚ ਹੈਲਪ ਕਰਦੇ ਨੇ। ਐਕਵਾਟਿਕ ਐਨਲਿਡਸ ਜਿਹੜੇ ਕਿ ਨੈਰਿਸ ਹੋ ਗਿਆ, ਉਹਨਾਂ ਦੇ ਕੋਲ ਲੈਟਰਲ ਅਪੈਂਡੇਜਸ ਹੁੰਦੇ ਨੇ, ਪੈਰਾਪੋਡੀਆ, ਜੋ ਕਿ ਉਹਨਾਂ ਨੂੰ ਸਵਿਮ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ। ਕਲੋਜ਼ ਸਰਕੂਲੇਟਰੀ ਸਿਸਟਮ ਇਹਨਾਂ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਨੈਫਰੀਡੀਆ ਕੀ ਹੁੰਦੇ ਨੇ, ਉਹ ਹੈਲਪ ਕਰਦੇ ਨੇ ਆਸਮੋ ਰੈਗੂਲੇਸ਼ਨ ਅਤੇ ਐਕਸਕ੍ਰੀਸ਼ਨ ਦੇ ਵਿੱਚ। ਪਲੇਟੀਹੈਲਮਿੰਟਸ ਦੇ ਵਿੱਚ ਕੀ ਸੀਗੇ, ਫਲੇਮ ਸੈਲ ਸੀਗੇ। ਐਸਕੈਲਮਿੰਟਸ ਦੇ ਵਿੱਚ ਐਕਸਕ੍ਰੀਟਰੀ ਪੋਰ, ਐਕਸਕ੍ਰੀਟਰੀ ਟਿਊਬ ਸੀਗੀ, ਐਂਡ ਪੋਲੀਫੇਰਾ ਦੇ ਵਿੱਚ ਕੋਲਰ ਸੈਲਸ, ਅਤੇ ਇਹਨਾਂ ਦੇ ਵਿੱਚ ਨੈਫਰੀਡੀਆ ਹੁੰਦੇ ਨੇ। ਨਿਊਰਲ ਸਿਸਟਮ ਦੇ ਵਿੱਚ ਕੀ ਹੁੰਦੇ ਨੇ, ਪੇਡ ਗੈਂਗਲੀਆ ਹੁੰਦੇ ਨੇ, ਜੋ ਕਿ 2 ਲਿਟਲ ਨਰਵਸ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਨੇ, 2 ਲਿਟਲ ਨਰਵ ਕੋਰਸ ਦੇ ਉੱਪਰ, ਰਾਈਟ, ਜਾਂ ਡਬਲ ਵੈਂਟਰਲ ਨਰਵ ਕੋਰਸ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਨੇ ਗੈਂਗਲੀਆ, ਠੀਕ ਹੈ, ਅਤੇ ਉੱਥੋਂ ਲਿਟਲ ਨਰਵਸ ਅਰਾਈਜ਼ ਕਰਦੀਆਂ ਨੇਗੀਆਂ। ਨੈਰਿਸ ਜਿਹੜੀ ਕਿ ਇਕੁਆਟਿਕ ਫਾਰਮ ਆਫ ਡਾਇਓਸ਼ੀਅਸ, ਵੈਰਸ ਅਰਥ ਫਾਰਮ ਤੇ ਜਿਹੜੇ ਹਾਈਡ੍ਰੋਜਨ ਬਲੱਡ ਸਰਕਿੰਗ ਲੀਚ ਨੇ ਉਹ ਕੀ ਹੁੰਦੀਆਂ ਨੇ, ਮੋਨੋਸ਼ੀਅਸ ਹੁੰਦੀਆਂ ਨੇ। ਐਂਡ ਰੀਪਰੋਡਕਸ਼ਨ ਇਹਨਾਂ ਦੀ ਸੈਕਸ਼ੁਅਲ ਹੁੰਦੀ ਆ, ਇਹ ਸੈਕਸ਼ੁਅਲ ਰੀਪਰੋਡਕਸ਼ਨ ਇੱਥੇ ਕੋਈ ਉਹ ਨਹੀਂ ਹੈਗਾ, ਰਾਈਟ। ਅਤੇ ਨਾਰੀਸ ਫੈਰੇਟੀਮਾ ਕੀ ਕਹਿੰਦੇ, ਅਰਥ ਫਾਰਮ ਹਾਈਡ੍ਰੋਜਨ ਬਲੱਡ ਸਰਕਿੰਗ ਲੀਚ ਆਰ ਦ common examples of annelida. Here we have the nares with us. These are the little appendages, parapodia of the nares, which help in swimming, and we have the blood sucking leech hydronaria with us. Now next phylum is arthropoda, which is the largest phylum of the animal kingdom, and most of the known and described organisms belong to the phylum arthropoda only. 2/3 of all the named species on the earth are arthropods, ठीक है। ਇਹਨਾਂ ਵਿੱਚ ਆਰਗਨ ਸਿਸਟਮ ਲੈਵਲ ਆਫ ਆਰਗੇਨਾਈਜੇਸ਼ਨ ਦਾ ਬਾਇਲੇਟਰਲੀ ਸਿਮੈਟ੍ਰਿਕਲ ਹੁੰਦੇ ਨੇ, ਟ੍ਰਿਪਲੋਪਲਾਸਟਿਕ ਹੁੰਦੇ ਨੇ, ਸਿਲੋਮੇਟ ਹੁੰਦੇ ਨੇ। ਐਂਡ ਜਿਹੜੀ ਬੋਡੀ ਹੁੰਦੀ ਹੈ ਆਰਥਰੋਪੋਡ ਦੀ, ਉਹ ਕੀ ਕਾਰਟੀਨੀਅਸ ਐਕਸੋਸਕੈਲੇਟਨ ਨਾਲ ਕਵਰਡ ਹੁੰਦੀ ਆ। ਬੋਡੀ ਕੋਲ ਕੀ ਹੁੰਦਾ, ਹੈਡ, ਥੋਰੈਕਸ ਅਤੇ ਐਬਡੋਮਨ ਹੁੰਦਾ ਗਾ। ਜੁਆਇੰਟਡ ਅਪੈਂਡੇਜਸ ਹੁੰਦੇ ਨੇ, ਠੀਕ ਹੈ। ਆਰਥਰੋਸ ਦਾ ਮਤਲਬ ਜੁਆਇੰਟ ਅਤੇ ਪੋਡਾ ਦਾ ਮਤਲਬ ਅਪੈਂਡੇਜਸ, ਇਸੇ ਕਰਕੇ ਇਹਨਾਂ ਦਾ ਨਾਮ ਆਰਥਰੋਪੋਡਾ ਪਿਆ ਹੈਗਾ। ਰੈਸਪੀਰੇਟਰੀ ਆਰਗਨਸ ਜਿਹੜੇ ਹੁੰਦੇ ਨੇ, ਗਿਲਸ ਹੁੰਦੇ ਨੇ ਕਰਸਟੇਸ਼ੀਅਨ ਦੇ ਵਿੱਚ, ਜਿੱਦਾਂ ਕਿ ਪ੍ਰੌਨਸ ਹੋ ਗਏ ਐਂਡ ਕ੍ਰੈਬ ਹੋ ਗਿਆ। ਬੁੱਕ ਗਿਲਸ ਪ੍ਰੈਜ਼ੈਂਟ ਹੁੰਦੇ ਲਾਈਮਲਸ ਕਿੰਗ ਕਰੈਬ ਦੇ ਵਿੱਚ। ਐਂਡ ਬੁੱਕ ਲੰਗਸ ਪ੍ਰੈਜ਼ੈਂਟ ਹੁੰਦੇ ਨੇ ਸਕੋਰਪੀਅਨ ਅਤੇ ਸਪਾਈਡਰ ਦੇ ਵਿੱਚ। ਐਂਡ ਟਰੈਕਲ ਸਿਸਟਮ ਦੇਖਣ ਨੂੰ ਮਿਲਦਾ ਪਰ ਇਨਸੈਕਟਸ ਦੇ ਵਿੱਚ, ਜਿੱਦਾਂ ਕਿ ਹੋ ਗਿਆ ਕਾਕਰੋਚ। ਅਤੇ ਸਰਕੂਲੇਟਰੀ ਸਿਸਟਮ ਜਿਹੜਾ ਹੈ ਓਪਨ ਟਾਈਪ ਦਾ ਹੁੰਦਾ। ਇਹਨਾਂ ਦੇ ਵਿੱਚ ਸੈਂਸਰੀ ਆਰਗਨਸ ਜਿਹੜੇ ਐਂਟੀਨੀ, ਆਈਸ ਕੰਪਾਊਂਡ ਜੋ ਸਿੰਪਲ ਵੀ ਦੇਖਣ ਨੂੰ ਮਿਲਦੇ ਨੇ, ਠੀਕ ਹੈ। ਸਟੈਟੋਸਿਸ ਮਤਲਬ ਬੈਲੈਂਸ ਆਰਗਨਸ, ਇਹਨਾਂ ਦੇ ਵਿੱਚ ਅਲੱਗ ਅਲੱਗ ਇਹ ਕੀ ਸੈਂਸਰੀ ਆਰਗਨਸ ਪ੍ਰੈਜ਼ੈਂਟ ਹੁੰਦੇ ਨੇ। ਐਕਸਕ੍ਰੀਸ਼ਨ ਇਹਨਾਂ ਦੇ ਵਿੱਚ ਮੈਮਫੀਜੀਅਨ ਟਿਊਬਿਊਲਸ ਦੇ ਥਰੂ ਹੁੰਦੀ ਹੈਗੀ। ਮੋਸਟਲੀ ਡਾਇਓਸ਼ੀਅਸ ਹੁੰਦੇ ਨੇ। ਫਰਟੀਲਾਈਜੇਸ਼ਨ ਇਹਨਾਂ ਵਿੱਚ ਇੰਟਰਨਲ ਹੁੰਦੀ ਆ, ਅਤੇ ਮੋਸਟਲੀ
ओवीपैरस, ठीक है। मोस्टली ओवीपैरस में मतलब अंडे ਜਾਂਦੇ ਨੇ ਤੇ ਡਿਵੈਲਪਮੈਂਟ ਇਹਨਾਂ ਦੇ ਵਿੱਚ ਡਾਇਰੈਕਟ ਵੀ ਹੋ ਸਕਦੀ ਹੈ ਤੇ ਇਨਡਾਇਰੈਕਟ ਵੀ ਹੋ ਸਕਦੀ ਹੈ, ਠੀਕ ਹੈ। ਇਕਨੋਮਿਕਲੀ ਇੰਪੋਰਟੈਂਟ ਇਨਸੈਕਟਸ ਹੈਗੇ ਨੇ ਆਪਣੇ ਕੋਲ ਐਪਲਸ, ਬੋਂਬਿਕਸ ਐਂਡ ਲੈਕਸਫਰ। ਐਪਿਸ ਕਿਹਨੂੰ ਕਿਹਾ ਜਾਂਦਾ ਹੈਗਾ, ਹਨੀ ਪੀ ਨੂੰ। ਬੋਂਬਿਕਸ ਕਿਹਾ ਜਾਂਦਾ, ਬੋਂਬਿਕਸ ਕਿਹਾ ਜਾਂਦਾ ਹੈਗਾ ਸਿਲਕਵਾਮ ਨੂੰ। ਐਂਡ ਲੈਕਸਫਰ ਕਿਹਾ ਜਾਂਦਾ ਲੈਕਿਨਸਕ ਨੂੰ। ਵੈਕਟਰਸ ਹੈਗੇ ਨੇ, ਮੋਸਕੀਟੋਜ਼ ਦੀ ਗੱਲ ਕਰਦੇ ਆ, ਠੀਕ ਹੈ। ਐਨੋਫਿਲਿਸ, ਕਿਊਲੈਕਸ ਤੇ ਏਡੀਸ, ਇਹ ਅਲੱਗ ਅਲੱਗ ਵੈਕਟਰਸ ਨੇ, ਠੀਕ ਹੈ। ਸਾਰੇ ਮੋਸਕੀਟੋਜ਼ ਨੇ ਵੈਸੇ। ਗ੍ਰੈਗੇਰੀਅਸ ਪੈਸਟ, ਲੋਕਸਟਾ ਜਿਹਦਾ ਕਾਮਨ ਨੇਮ ਹੈ ਲੋਕਸਟ। ਲਿਵਿੰਗ ਫੋਸਿਲ, ਲੈਮਲਸ, ਕਿੰਗ ਕ੍ਰੈਬ। ਇਹ ਕੀ ਹੁੰਦਾ ਇਹਦੇ ਕੋਲ, ਕੀ ਹੁੰਦੇ ਨੇ ਲਿਵਿੰਗ ਫੋਸਿਲ ਦੇ ਕੋਲ? ਬੁੱਕ ਹੁੰਦੇ ਨੇ। ਦਿਸ ਇਜ਼ ਦ ਲੋਕਸਟਾ, ਦਿਸ ਇਜ਼ ਦ ਬਟਰਫਲਾਈ, ਦਿਸ ਇਜ਼ ਦ ਦਿਸ ਇਜ਼ ਦ ਸਕੋਰਪੀਅਨ। ਸਕੋਰਪੀਅਨ ਦੇ ਕੀ ਹੁੰਦੇ ਨੇ? ਬੁੱਕ ਲੌਂਗਸ ਹੁੰਦੇ ਨੇ। ਐਂਡ ਦਿਸ ਇਜ਼ ਦ ਪ੍ਰੌਨ ਵਿਦ ਪ੍ਰੌਨ ਹੈਜ਼ ਗਿਲਸ ਐਜ਼ ਦ ਰੈਸਪੀਰੇਟਰੀ ਆਰਗਨ। ਸੈਕੰਡ ਲਾਰਜੈਸਟ ਫਾਈਲਮ ਹੈਗਾ ਮੋਲਸਕਾ। ਮੋਲਸਕੀ ਟੈਰੇਸਟਰੀਅਲ ਹੁੰਦੇ ਨੇ, ਐਕੁਆਟਿਕ ਹੁੰਦੇ ਨੇ। ਐਕੁਆਟਿਕ ਦੇ ਵਿੱਚ ਮੈਰਾਈਨ ਵਾਟਰ ਵੀ, ਫਰੈਸ਼ ਵਾਟਰ ਵੀ ਹੁੰਦੇ ਨੇ ਤੇ ਇਹਨਾਂ ਦੇ ਕੋਲ ਆਰਗਨ ਸਿਸਟਮ ਲੈਵਲ ਆਫ ਆਰਗਨਾਈਜੇਸ਼ਨ ਹੁੰਦੀ ਹੈਗੀ। ਬਾਇਲੇਟਰਲ ਸਿਮੈਟ੍ਰਿਕਲ ਹੁੰਦੇ ਨੇ, ਟ੍ਰਿਪਲੋਬਲਾਸਟਿਕ ਹੁੰਦੇ ਨੇ, ਸਿਲੋਮੇਟ ਐਨੀਮਲਸ ਹੁੰਦੇ ਨੇ। ਬੋਡੀ ਇਹਨਾਂ ਦੀ ਕੀ ਆ, ਕਾਹਦੇ ਨਾਲ ਕਵਰ ਹੁੰਦੀ ਹੈ? ਕੈਲਕੇਰੀਅਸ ਸ਼ੈਲ ਦੇ ਨਾਲ ਕਵਰ ਹੁੰਦੀ ਹੈ ਤੇ ਅਨਸੈਗਮੈਂਟਡ ਹੁੰਦੀ ਆ। ਤੇ ਇਹਦੇ ਕੋਲ ਡਿਸਟੈਂਟ ਹੈਡ, ਮਸਕੂਲਰ ਫੁੱਟ ਤੇ ਵਿਸਰਲ ਹੰਪ ਹੁੰਦਾ। ਇੱਕ ਸੌਫਟਲੀ ਸਪੌਂਜੀ ਲੇਅਰ ਕੀ ਆ, ਹੰਪ ਦੇ ਉੱਪਰ ਪ੍ਰੈਜ਼ੈਂਟ ਹੁੰਦੀ ਜਿਹਨੂੰ ਕਿ ਮੈਂਟਲ ਕਿਹਾ ਜਾਂਦਾ ਹੈਗਾ। ਐਂਡ ਮੈਂਟਲ ਤੇ ਹੰਪ ਦੇ ਵਿਚਾਲੇ ਜਗ੍ਹਾ ਜਿਹੜੀ ਪ੍ਰੈਜ਼ੈਂਟ ਹੁੰਦੀ ਹੈ ਕਿ ਮੈਂਟਲ ਕੈਵਿਟੀ ਕਿਹਾ ਜਾਂਦਾ ਹੈਗਾ। ਤੇ ਇਹਨਾਂ ਦੇ ਕੋਲ ਮੈਂਟਲ ਕੈਵਿਟੀ ਦੇ ਵਿੱਚ ਫਾਈਬਰ ਲਾਈਕ ਗਿਲਸ ਪ੍ਰੈਜ਼ੈਂਟ ਹੁੰਦੇ ਨੇ ਤੇ ਇਹਨਾਂ ਦਾ ਫੰਕਸ਼ਨ ਕੀ ਹੁੰਦਾ? ਫਾਈਬਰ ਲਾਈਕ ਗਿਲਸ ਦਾ ਰੈਸਪੀਰੇਟਰੀ ਤੇ ਐਕਸਕ੍ਰੀਟਰੀ ਫੰਕਸ਼ਨਸ ਹੁੰਦੇ ਨੇ। ਜਿਹੜਾ ਐਂਟੀਰੀਅਰ ਹੈਡ ਰੀਜਨ ਉਹਦੇ ਕੋਲ ਸੈਂਸਰੀ ਟੈਂਟੀਕਲਸ ਪ੍ਰੈਜ਼ੈਂਟ ਹੁੰਦੇ ਨੇ। ਐਂਟੀਰੀਅਰ ਹੈਡ ਰੀਜਨ ਦੇ ਕੋਲ ਜਿਹੜਾ ਮਾਊਥ ਆ ਉਹਦੇ ਕੋਲ ਫਾਈਲ ਲਾਈਕ, ਫੈਦਰ ਲਾਈਕ ਨਹੀਂ, ਫਾਈਲ ਲਾਈਕ ਰੈਸਪਿੰਗ ਆਰਗਨ ਪ੍ਰੈਜ਼ੈਂਟ ਹੁੰਦਾ ਜਿਹੜੇ ਕਿ ਫੀਡਿੰਗ ਦੇ ਲਈ ਯੂਜ਼ ਕੀਤੇ ਜਾਂਦੇ ਜਿਹਨੂੰ ਕਿ ਰੈਡੀਓਲਾ ਕਿਹਾ ਜਾਂਦਾ ਹੈਗਾ। Here are the some photos. This is the pila apple snail and this is the octopus devilfish. So now moving on to the examples of the mollusks. Students often confuse between the examples of mollusks, coelotrids and echinoderms. So remember with them with some consciousness, okay? ਤੇ ਜਿਹੜੇ ਮੋਲਸਕ ਹੁੰਦੇ ਨੇ ਯੂਜੂਅਲੀ ਡਾਇਓਸ਼ੀਅਸ ਹੁੰਦੇ ਨੇ ਐਂਡ ਓਵੀਪੈਰਸ ਹੁੰਦੇ ਨੇ ਤੇ ਇਨਡਾਇਰੈਕਟ ਡਿਵੈਲਪਮੈਂਟ ਆਪਾਂ ਨੂੰ ਇਹਨਾਂ ਵਿੱਚ ਦੇਖਣ ਨੂੰ ਮਿਲਦੀ ਹੈ। ਐਗਜ਼ਾਮਪਲਸ ਕੀ ਨੇ? ਪਾਇਲਾ ਐਪਲ ਸਨੇਲ, ਪਿੰਟਾਡਾ ਪਿਅਲੋਸਟਰ, ਆਕਟੋਪਸ, ਡੈਵਲਫਿਸ਼, ਡੈਂਡੇਲੀਅਮ, ਟਸਕ ਸ਼ੈਲ, ਏਪਲਾਈਜ਼ੀਆ ਤਾਂ ਏਪਲਾਈਜ਼ੀਆ ਸੀ ਹੇਅਰ, ਲਾਲੀਗੋਸ ਸquid and cuttlefish ਵੀ ਆਉਂਦੀ ਹੈ ਨਾ, ਸੇਪੀਆ cuttlefish, caterpillar chitin, ਹੋ ਗਏ ਸਾਰੇ। Pila, apple snail, pinctada, pialoster, sepia, cuttlefish, lolligo squid, octopus, devilfish, Aplysia, sea hare, Dandelion, duskshell, caterpillar, chitin. These are their examples. Moving on to the next phylum, Echinodermata. ਇਹ ਇਹਨਾਂ ਦੇ ਕੋਲ ਐਂਡੋਸਕੈਲੇਟਨ ਹੁੰਦਾ, ਕੈਲਕੇਰੀਅਸ ਓਸੀਕਲਸ ਦਾ। ਜਿਹੜੇ ਮੋਲਸਕਸ ਹੁੰਦੇ ਨੇ ਉਹਨਾਂ ਦੇ ਕੋਲ ਕੀ ਹੁੰਦਾ ਹੈਗਾ? ਕੈਲਕੇਰੀਅਸ ਸ਼ੈਲ ਹੁੰਦਾ ਹੈਗਾ। ਵੈਰਸ ਇਕੈਨੋਡਰਮਸ ਦੇ ਕੋਲ ਐਂਡੋਸਕੈਲੇਟਨ ਹੁੰਦਾ, ਕੈਲਕੇਰੀਅਸ ਓਸੀਕਲਸ ਦਾ। ਤਾਈਓ ਕਰਕੇ ਇਹਨਾਂ ਦਾ ਇਕੈਨੋਡਰਮੇਟਾ ਨਾਮ ਪਿਆ ਕਿਉਂਕਿ ਇਕੈਨੋਡਰਮੇਟਾ ਦਾ ਮਤਲਬ ਹੁੰਦਾ ਸਪਾਈਨੀ ਬੋਡੀ, ਠੀਕ ਹੈ। ਸਾਰੇ ਮੈਰਾਈਨ ਹੁੰਦੇ ਨੇ। ਪਹਿਲਾਂ ਸਾਰੇ ਮੈਰਾਈਨ ਕਿਹੜੇ ਸੀ? ਟੀਨੋਫੋਰ ਸੀਗੇ, ਠੀਕ ਹੈ। ਸੈਕਿੰਡ ਨੰਬਰ ਤੇ ਕੌਣ ਨੇ? ਇਹ ਸਾਰੇ ਮੈਰਾਈਨ ਨੇ। ਆਰਗਨਾਈਜੇਸ਼ਨ ਲੈਵਲ ਆਰਗਨਾਈਜੇਸ਼ਨ ਆਪਾਂ ਨੂੰ ਇਹਦੇ ਵਿੱਚ ਦੇਖਣ ਨੂੰ ਮਿਲਦੀ ਆ। ਅਡਲਟ ਇਕੈਨੋਡਰਮਸ ਜਿਹੜੇ ਹੁੰਦੇ ਉਹ ਰੇਡੀਅਲ ਸਿਮੈਟ੍ਰਿਕਲ ਹੁੰਦੇ ਨੇ, ਵੈਰਸ ਜਿਹੜੇ ਲਾਰਵਾ ਹੁੰਦੇ ਉਹ ਬਾਇਲੇਟਰਲ ਸਿਮੈਟ੍ਰਿਕਲ ਹੁੰਦਾ ਹੈਗਾ। ਟ੍ਰਿਪਲੋਬਲਾਸਟਿਕ ਹੁੰਦੇ ਨੇ, ਸਿਲੋਮੇਟ ਐਨੀਮਲਸ ਨੇ। ਡਾਈਜੈਸਟਿਵ ਸਿਸਟਮ ਇਹਨਾਂ ਦੇ ਵਿੱਚ ਕੰਪਲੀਟ ਹੁੰਦਾ ਹੈਗਾ। ਮਾਊਥ ਜਿਹੜਾ ਥੱਲੇ ਪ੍ਰੈਜ਼ੈਂਟ ਹੁੰਦਾ ਵੈਂਟਰਲ ਸਾਈਡ ਦੇ ਉੱਪਰ ਐਂਡ ਐਨਸ ਉੱਪਰ ਪ੍ਰੈਜ਼ੈਂਟ ਹੁੰਦਾ ਡੋਰਸਲ ਸਾਈਡ ਦੇ ਉੱਪਰ, ਠੀਕ ਹੈ। ਮੋਸਟ ਡਿਸਟਿੰਕਟਿਵ ਫੀਚਰ ਕੀ ਇਹਨਾਂ ਦਾ? ਵਾਟਰ ਵੈਸਕੂਲਰ ਸਿਸਟਮ ਇਜ਼ ਦ ਮੋਸਟ ਡਿਸਟਿੰਕਟਿਵ ਫੀਚਰ ਜਿਹੜਾ ਕਿ ਲੋਕੋਮੋਸ਼ਨ ਦੇ ਵਿੱਚ ਹੈਲਪ ਕਰਦੇ, ਕੈਪਚਰ ਐਂਡ ਟਰਾਂਸਪੋਰਟ ਆਫ ਦ ਫੂਡ ਦੇ ਵਿੱਚ ਹੈਲਪ ਕਰਦਾ ਹੈਗਾ ਐਂਡ ਰੈਸਪੀਰੇਸ਼ਨ ਦੇ ਵਿੱਚ ਹੈਲਪ ਕਰਦਾ। ਵਾਟਰ ਵੈਸਕੂਲਰ ਸਿਸਟਮ ਦੇ ਬਹੁਤ ਸਾਰੇ ਫੰਕਸ਼ਨਸ ਇਹਨਾਂ ਦੇ ਵਿੱਚ। ਐਕਸਕ੍ਰੀਟਿਵ ਸਿਸਟਮ ਇਹਨਾਂ ਵਿੱਚ ਐਬਸੈਂਟ ਹੁੰਦਾ ਹੈਗਾ। ਸੈਕਸਿਸ ਜਿਹੜੇ ਇਹਨਾਂ ਵਿੱਚ ਸੈਪਰੇਟ ਹੁੰਦੇ ਨੇ। ਰੀਪਰੋਡਕਸ਼ਨ ਸੈਕਸ਼ੁਅਲ ਹੁੰਦੀ ਆ, ਠੀਕ ਹੈ। ਇਹ ਸੈਕਸ਼ੁਅਲ ਰੀਪਰੋਡਕਸ਼ਨ ਇਹਨਾਂ ਦੇ ਵਿੱਚ ਨਹੀਂ ਹੁੰਦੀ। ਇਹਦੇ ਪਹਿਲਾਂ ਆਪਾਂ ਕਿਤੇ ਵਿੱਚ ਦੇਖਿਆ ਇਹ ਸੈਕਸ਼ੁਅਲ ਰੀਪਰੋਡਕਸ਼ਨ ਟੀਨੋਫੋਰਸ ਦੇ ਵਿੱਚ ਵੀ ਨਹੀਂ ਹੁੰਦੀ ਹੈ, ਠੀਕ ਹੈ। ਮਤਲਬ ਟੀਨੋਫੋਰਸ ਤੇ ਇਹਨਾਂ ਦੇ ਵਿੱਚ ਕੀ ਸਿਮਿਲੈਰਿਟੀਜ਼ ਨੇ ਕਿ ਇਹਨਾਂ ਦੇ ਵਿੱਚ ਸਿਰਫ ਸੈਕਸ਼ੁਅਲ ਰੀਪਰੋਡਕਸ਼ਨ ਹੁੰਦੀ ਆ ਐਂਡ ਇਹਨਾਂ ਦੇ ਵਿੱਚ ਐਕਸਟਰਨਲ ਫਰਟੀਲਾਈਜੇਸ਼ਨ ਹੁੰਦੀ ਆ ਐਂਡ ਇਹ ਐਕਸਕਲੂਸਿਵਲੀ ਮੈਰਾਈਨ ਹੁੰਦੇ ਨੇਗੇ। ਐਂਡ ਡਿਵੈਲਪਮੈਂਟ ਕੀ ਹੁੰਦੀ ਆ? ਇਨਡਾਇਰੈਕਟ ਹੁੰਦੀ ਹੈ ਦੋਨਾਂ ਦੇ ਵਿੱਚ। ਤੇ ਹੋਰ ਸਿਰਫ ਤੇ ਸਿਰਫ ਸੈਕਸ਼ੁਅਲ ਰੀਪਰੋਡਕਸ਼ਨ ਆਪਾਂ ਨੇ ਕਿਹਦੇ ਵਿੱਚ ਦੇਖੀ ਸੀਗੀ? ਐਲਿਡਾ ਨਾ, ਉਹਨਾਂ ਦੇ ਸਿਰਫ ਸੈਕਸ਼ੁਅਲ ਰੀਪਰੋਡਕਸ਼ਨ ਮਤਲਬ ਜ਼ਿਆਦਾਤਰ ਜਿਹੜੇ ਆਰਥੋਪੋਡਾ ਸਾਰੇ ਮਤਲਬ ਸੈਕਸ਼ੁਅਲ ਰੀਪਰੋਡਕਸ਼ਨ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ। ਤੇ ਇਹਨਾਂ ਦੇ ਵਿੱਚ ਸੈਪਰੇਟ ਰੀਪਰੋਡਕਸ਼ਨ ਸੈਕਸ਼ੁਅਲ ਆ, ਫਰਟੀਲਾਈਜੇਸ਼ਨ ਐਕਸਟਰਨਲ ਹੁੰਦੀ ਹੈ, ਡਿਵੈਲਪਮੈਂਟ ਇਨਡਾਇਰੈਕਟ ਹੁੰਦੀ ਹੈ। ਤੇ ਜਿਹੜਾ ਲਾਰਵਾ ਫ੍ਰੀ ਲਿਵਿੰਗ ਹੁੰਦਾ ਤੇ ਬਾਇਲੇਟਰਲ ਹੁੰਦਾ ਹੈਗਾ, ਠੀਕ ਹੈ। ਬਾਇਲੇਟਰਲ ਸਿਮੈਟਰੀ ਸ਼ੋ ਕਰਦਾ ਹੈਗਾ। ਤੇ ਐਗਜ਼ਾਮਪਲਸ ਨੇ ਐਸਟੀਰੀਅਸ, ਸਟਾਰਫਿਸ਼, ਏਕਾਈਨਸ, ਸੀ ਅਰਚਿਨ, ਬ੍ਰਿਟਲ ਸਟਾਰ ਕਿਹਦਾ ਨਾਮ ਆ? ਬ੍ਰਿਟਲ ਸਟਾਰ ਕਿਹਨੂੰ ਕਿਹਾ ਜਾਂਦਾ? ਓਫੀਰਾ ਨੂੰ। ਐਂਟੀਡੋਨ, ਸੀਰੀਲੀ ਐਂਡ ਕਿਊਕਮਰਿਆ, ਸੀ ਕਿਊਕੰਬਰ। Asterias, starfish, echinus, sea urchin, Antedon, Cerealia, Cucumber, cucumber, and a few Brittle star. And here we have the features of them. This is the starfish Asterias, and this is the Brittle star of Eura. Moving on to the next phylum, which is Hemichordata. Hemichordata really ਕੀ ਹੈ subphylum ਸੀਗਾ under phylum Chordata, but now ਕੀ ਇਹਨੂੰ separate phylum non Chordata ਦੇ ਵਿੱਚ ਪਾ ਦਿੱਤਾ ਗਿਆ ਹੈਗਾ।
है ना। ਹੈਮੀਕੌਰਡੇਟਸ ਦੇ ਕੋਲ ਇੱਕ ਰੀਡੀਮੈਂਟਰੀ ਮਤਲਬ ਕਿ ਜਿਹੜਾ ਕੋਈ ਕੰਮ ਨਾ ਆਵੇ ਉਹ ਸਟਰਕਚਰ ਪੈਦਾ ਹੁੰਦੇ ਕੋਲਰ ਰੀਜਨ ਦੇ ਵਿੱਚ, ਜਿਹਨੂੰ ਕਿ ਸਟੋਮੋਕੋਡ ਕਹਿੰਦਾ। ਸਟੋਮੋਕੋਡ ਕਾਫੀ ਸਿਮਿਲਰ ਹੁੰਦੇ ਨੋਟੋਕੋਡ ਦੇ, ਬਟ ਇਹ ਨੋਟੋਕੋਡ ਨਹੀਂ ਹੁੰਦੀ, ਇਸ ਕਰਕੇ ਉਹਨਾਂ ਨੂੰ ਕੋਰਡੇਟ ਦੇ ਵਿੱਚ ਕੱਢ ਦਿੱਤਾ ਗਿਆ ਸੀਗਾ। ਇਹਦੇ ਵਿੱਚ ਕੀ ਆ, ਸਮੋਲ ਗਰੁੱਪ ਆ, ਠੀਕ ਹੈ, ਜਿਹੜਾ ਹੈਮੀਕੌਰਡੇਟ ਸਮੋਲ ਗਰੁੱਪ ਆ ਬੋਮਲੇ ਮੈਰਾਈਨ ਐਨੀਮਲਸ ਆ। ਨੈਕਸਟ ਐਕਸਕਲੂਸਿਵਲੀ ਮੈਰਾਈਨ, ਠੀਕ ਹੈ, ਟੀਨੋਫੋਰਸ, ਇਕੈਨੋਡਰਮਸ, ਉਹਦੇ ਬਾਅਦ ਐਕਸਕਲੂਸਿਵਲੀ ਮੈਰਾਈਨ ਹੋ ਗਏ ਸਾਰੇ ਦੇ ਸਾਰੇ ਹੈਮੀਕੌਰਡੇਟਸ, ਠੀਕ ਹੈ। ਇਹਨਾਂ ਦੇ ਵਿੱਚ ਆਪਾਂ ਨੂੰ ਆਰਗਨ ਸਿਸਟਮ ਲੈਵਲ ਆਫ ਆਰਗੇਨਾਈਜੇਸ਼ਨ ਦੇਖਣ ਨੂੰ ਮਿਲਦੀ ਆ। ਬਾਇਲੇਟਰਲ ਸਿਮੈਟਰੀ, ਟ੍ਰਿਪਲੋਪਲਾਸਟਿਕ, ਸਿਲੋਮੇਟ, ਦੀ ਬੋਡੀ ਇਹਨਾਂ ਦੀ ਸਿਲੰਡਰੀਕਲ ਹੁੰਦੀ ਹੈ, ਸਿਲੰਡਰੀਕਲ ਬੋਡੀ ਹੁੰਦੀ ਆ। ਤੇ ਪ੍ਰੋਬੋਸਕਿਸ, ਕਾਲਰ ਤੇ ਟਰੰਕ ਦੇ ਬੋਡੀ ਪਾਰਟਸ, ਠੀਕ ਹੈ। ਸਰਕੂਲੇਟਰੀ ਸਿਸਟਮ ਇਹਨਾਂ ਵਿੱਚ ਓਪਨ ਟਾਈਪ ਦਾ ਹੁੰਦਾ। ਰੈਸਪੀਰੇਸ਼ਨ ਇਹਨਾਂ ਦੇ ਵਿੱਚ ਕੀ ਹੈ, ਗਿਲਸ ਦੇ ਥਰੂ ਹੁੰਦੀ ਆ। ਐਕਸਕ੍ਰੀਟਰੀ ਆਰਗਨ ਜਿਹੜਾ ਇਹਨਾਂ ਦੇ ਵਿੱਚ ਪ੍ਰੋਬੋਸਕਿਸ ਗਲੈਂਡ ਹੁੰਦਾ ਹੈਗਾ। ਸੈਕਸਿਸ ਇਹਨਾਂ ਦੇ ਸੈਪਰੇਟ ਹੁੰਦੇ ਨੇ, ਡਾਇਓਸ਼ੀਅਸ ਹੁੰਦੇ ਨੇ। ਫਰਟੀਲਾਈਜੇਸ਼ਨ ਇਹਨਾਂ ਦੇ ਵਿੱਚ ਐਕਸਟਰਨਲ ਹੁੰਦੀ ਹੈ, ਡਿਵੈਲਪਮੈਂਟ ਇਹਨਾਂ ਦੇ ਵਿੱਚ ਇਨਡਾਇਰੈਕਟ ਹੁੰਦੀ ਹੈਗੀ। Examples ਕੀ ਨੇ, balanoglossals and sacroglossus. Here we have the photo of balanoglossals with us. Then body parts ਨੇ proboscis, collar and trunk, and collar region ਦੇ ਵਿੱਚ stomach present ਹੁੰਦੀ ਹੈਗੀ, and trunk ਬਹੁਤ ਲੰਬਾ ਦਾ ਲਈ ਹੁੰਦਾ ਹੈਗਾ। balanoglossals ਦੀ ਫੋਟੋ ਹੈਗੀ। Now moving to the next and the last phylum of the animal kingdom, that is the chordata. ਜਿਹੜੇ chordata ਹੁੰਦੇ ਨੇ ਉਹਨਾਂ ਦੇ ਕੁਝ ਫੰਡਾਮੈਂਟਲ ਕਰੈਕਟਰਿਸਟਿਕਸ ਹੁੰਦੇ ਨੇ, ਜਿੱਦਾਂ ਪ੍ਰੈਜ਼ੈਂਸ ਆਫ ਨੋਟੋਕੋਡ, ਡੋਰਸਲ ਹੋਲੋ ਨਿਊਰਲ ਸਿਸਟਮ, ਡੋਰਸਲ ਹੋਲੋ ਨਰਵ ਕੋਡ ਐਂਡ ਪੈਰੀਫੇਰੈਂਸ਼ੀਅਲ ਗਿਲ ਸਲਿਟਸ, ਠੀਕ ਹੈ। ਇਹ ਬਾਇਲੇਟਰਲ ਸਿਮੈਟ੍ਰਿਕਲ ਹੁੰਦੇ ਨੇ, ਟ੍ਰਿਪਲੋਪਲਾਸਟਿਕ ਤੇ ਸਿਲੋਮੇਟ ਐਨੀਮਲਸ ਹੁੰਦੇ ਨੇ, ਤੇ ਇਹਨਾਂ ਦੇ ਵਿੱਚ ਆਰਗਨ ਸਿਸਟਮ ਲੈਵਲ ਆਫ ਆਰਗੇਨਾਈਜੇਸ਼ਨ ਹੁੰਦੀ ਹੈਗੀ। ਇਹਨਾਂ ਦੇ ਕੋਲ ਪੋਸਟ ਚੈਨਲ ਟੇਲ ਵੀ ਪ੍ਰੈਜ਼ੈਂਟ ਹੁੰਦੀ ਹੈ ਤੇ ਕਲੋਜ਼ਡ ਸਰਕੂਲੇਟਰੀ ਸਿਸਟਮ ਪ੍ਰੈਜ਼ੈਂਟ ਹੁੰਦਾ ਹੈਗਾ। ਦਿਸ ਆਰ ਦ chordata characteristics depicted in a picture. Here we have the peripheral gill slits, ਇੱਥੇ ਆ ਨੋਟੋਕੋਡ ਆ ਤੇ ਆਹ ਨਰਵ ਕੋਡ ਹੈਗੀ। ਨਰਵ ਕੋਡ ਅੰਦਰੋਂ ਖਾਲੀ ਹੁੰਦੀ ਆ, ਹੋਲੋ ਹੁੰਦੀ ਆ, and this is a post channel part called as tail. Here is the comparison of chordates and non-chordates. Chordates ਦੇ ਕੋਲ ਨੋਟੋਕੋਡ ਹੁੰਦੀ ਆ, non-chordates ਕੋਲ ਨਹੀਂ ਹੁੰਦੀ। chordates ਦੇ ਕੋਲ ਸੈਂਟਰਲ ਨਰਵਸ ਸਿਸਟਮ ਜਿਹੜਾ ਹੁੰਦਾ ਉਹ ਡੋਰਸਲ ਹੋਲੋ ਤੇ ਸਿੰਗਲ ਹੁੰਦਾ, whereas non-chordates ਦਾ ਜਿਹੜਾ ਸੈਂਟਰਲ ਨਰਵਸ ਸਿਸਟਮ ਉਹ ਵੈਂਟਰਲ ਸੋਲਿਡ ਤੇ ਡਬਲ ਹੁੰਦਾ ਹੈਗਾ। ਫਾਇਰਿੰਗਸ ਇਹਨਾਂ ਦਾ ਗਿਲ ਸਲਿਟਸ ਦੇ ਨਾਲ ਪਰਫੋਰੇਟਡ ਹੁੰਦਾ, whereas ਤੇ ਗਿਲਸ ਜਿਹੜੇ ਆ ਉਹ non-chordates ਦੇ ਵਿੱਚ ਨਹੀਂ ਹੁੰਦੇ ਹੈਗੇ। ਹਰਡ ਇਨ chordates ਦਾ ਵੈਂਟਰਲ ਹੁੰਦਾ, non-chordates ਦਾ ਕੀ ਹੁੰਦਾ ਡੋਰਸਲ, ਜੇ ਉਹਨਾਂ ਦੇ ਵਿੱਚ ਪ੍ਰੈਜ਼ੈਂਟ ਹੋਵੇ ਤਾਂ। ਤੇ ਪੋਸਟ ਚੈਨਲ ਪਾਰਟ ਟੇਲ ਪ੍ਰੈਜ਼ੈਂਟ ਹੁੰਦੀ ਹੈਗੀ chordates ਦੇ ਵਿੱਚ, whereas non-chordates ਦੇ ਵਿੱਚ ਪੋਸਟ ਚੈਨਲ ਪਾਰਟ ਮਤਲਬ ਕਿ ਟੇਲ ਇਹਨਾਂ ਦੇ ਵਿੱਚ ਐਬਸੈਂਟ ਹੁੰਦੀ ਹੈਗੀ। ਫਾਈਲਮ chordata ਕੀ ਹੈ, ਤਿੰਨ ਸੈਫਾਲਾ ਦੇ ਵਿੱਚ ਡਿਵਾਈਡ ਹੈ। ਯੂਰੀਕੌਰਡੇਟਾ, ਜਿਹਨੂੰ ਕਿ ਟਿਊਨੀਕੌਰਡਾ ਵੀ ਕਹਿੰਦੇ, ਸਫੈਲੋਕੌਰਡੇਟਾ ਤੇ ਵਰਟੀਬ੍ਰੇਟਾ। ਯੂਰੀਕੌਰਡੇਟਾ ਤੇ ਸਫੈਲੋਕੌਰਡੇਟਾ ਨੂੰ ਕੋਲੈਕਟਿਵਲੀ ਪ੍ਰੋਟੋਕੌਰਡੇਟਸ ਕਹਿੰਦੇ, ਤੇ ਪ੍ਰੋਟੋਕੌਰਡੇਟਸ ਜਿਹੜੇ ਹੁੰਦੇ ਨੇ ਐਕਸਕਲੂਸਿਵਲੀ ਮੈਰਾਈਨ ਹੁੰਦੇ ਨੇ। ਇਹਦੇ ਪਹਿਲਾਂ ਟੀਨੋਫੋਰਸ, ਇਕੈਨੋਡਰਮਸ, ਉਹਦੇ ਬਾਅਦ ਹੈਮੀਕੌਰਡੇਟਾ, ਜਿਸ ਇਜ਼ ਦ ਪ੍ਰੋਟੋਕੌਰਡਸ, ਫੋਰਥ ਵਨ, ਠੀਕ ਹੈ, ਜਿਹੜਾ ਐਕਸਕਲੂਸਿਵਲੀ ਮੈਰਾਈਨ ਨੇ। ਯੂਰੀਕੌਰਡਾ ਦੇ ਜਿਹੜੇ ਨੋਟੋਕੋਡ ਆ, ਠੀਕ ਹੈ, ਯੂਰੀਕੌਰਡੇਟ ਦੇ ਵਿੱਚ ਨੋਟੋਕੋਡ ਸਿਰਫ ਤੇ ਸਿਰਫ ਲਾਰਵਲ ਟੇਲ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਆ। ਵਾਇਲ ਸਫੈਲੋਕੌਰਡੇਟ ਦੇ ਵਿੱਚ ਜਿਹੜੀ ਉਹ ਨੋਟੋਕੋਡ ਆ ਉਹ ਹੈਡ ਤੋਂ ਟੇਲ ਦੇ ਰੀਜਨ ਦੇ ਵਿੱਚ ਐਕਸਟੈਂਡ ਕਰਦੀ ਆ ਤੇ ਥਰੂ ਆਊਟ ਦੀ ਲਾਈਫ ਪਰਸਿਸਟੈਂਟ ਹੁੰਦੀ ਆ। ਯੂਰੀਕੌਰਡੇਟ ਦੇ ਐਗਜ਼ਾਮਪਲ ਹੈਗੇ ਐਸਿਡੀ, ਸਰਪਲ ਤੇ ਜੋਲੀਅਨਮ, ਵੈਰਸ ਇਹਦਾ ਹੈਗਾ ਬ੍ਰਾਂਸ਼ੀਓਸਟੋਮਾ। ਬ੍ਰਾਂਸ਼ੀਓਸਟੋਮਾ ਕੀ ਜਾਏਗਾ, ਸਫੈਲੋਕੌਰਡੇਟ ਦਾ, ਜਿਹਨੂੰ ਕਿ ਐਮਫੀਓਕਸਸ ਤੇ ਲੈਂਸਲਰ ਵੀ ਕਹਿੰਦਾ। ਤੇ ਇੱਥੇ ਕੀ ਆ, ਅਸੀਂ ਏਰੀਆ ਦੀ ਫੋਟੋ ਦਿੱਤੀ ਹੋਈ ਹੈਗੀ। ਜਿਹੜੇ ਸਫਾਈਲਮ ਵਰਟੀਬ੍ਰੇਟਾ ਦੇ ਮੈਂਬਰ ਨੇ ਉਹਨਾਂ ਦੇ ਕੋਲ ਨਾ ਨੋਟੋਕੋਡ ਪ੍ਰੈਜ਼ੈਂਟ ਹੁੰਦੀ ਹੈਗੀ ਐਮਬ੍ਰਿਓਨਿਕ ਪੀਰੀਅਡ ਦੇ ਵਿੱਚ। ਫਿਰ ਉਹਦੇ ਬਾਅਦ ਨੋਟੋਕੋਡ ਜਿਹੜੀ ਵਰਟੀਬ੍ਰੇਟ ਕਾਲਮ ਦੇ ਨਾਲ, ਠੀਕ ਹੈ, ਕਾਰਟਿਲੇਜੀਨਸ ਜਾਂ ਫਿਰ ਬੋਨੀ ਵਰਟੀਬ੍ਰੇਟ ਕਾਲਮ ਦੇ ਨਾਲ ਰਿਪਲੇਸ ਹੋ ਜਾਂਦੀ ਹੈਗੀ, ਠੀਕ ਹੈ, ਅਡਲਟਸ ਦੇ ਵਿੱਚ। ਜਿਹੜੇ ਵਰਟੀਬ੍ਰੇਟਸ ਹੁੰਦੇ ਨੇ ਉਹ ਸਾਰੇ ਦੇ ਸਾਰੇ ਵਰਟੀਬ੍ਰੇਟਸ ਕੌਰਡੇਟਸ ਹੁੰਦੇ ਨੇ, ਬਟ ਸਾਰੇ ਦੇ ਸਾਰੇ ਕੌਰਡੇਟਸ ਵਰਟੀਬ੍ਰੇਟਸ ਨਹੀਂ ਹੁੰਦੇ ਹੈਗੇ, ਠੀਕ ਹੈ। ਬੇਸਿਕ ਕੌਰਡੇਟ ਕਰੈਕਟਰਿਸਟਿਕਸ ਤੋਂ ਇਲਾਵਾ ਵਰਟੀਬ੍ਰੇਟਸ ਕੁਝ ਹੋਰ ਵੀ ਕਰੈਕਟਰਿਸਟਿਕਸ ਐਗਜ਼ਿਬਿਟ ਕਰਦੇ ਨੇ, ਜਿਵੇਂ ਕਿ ਵੈਂਟਰਲ ਮਸਕੂਲਰ ਹਾਰਟ ਹੁੰਦਾ ਹੈ ਇਹਨਾਂ ਦੇ ਵਿੱਚ, ਦੇ ਹਾਰਟ ਦੇ ਕੋਲ 2, 3 ਜਾਂ 4 ਚੈਂਬਰਸ ਪ੍ਰੈਜ਼ੈਂਟ ਹੁੰਦੇ ਨੇ। ਕਿਡਨੀਸ ਹੁੰਦੇ ਨੇ ਐਕਸਕ੍ਰੀਸ਼ਨ ਦੇ ਲਈ ਤੇ ਓਸਮੋ ਰੈਗੂਲੇਸ਼ਨ ਦੇ ਲਈ। ਤੇ ਪੇਡ ਅਪੈਂਡੇਜਸ ਹੁੰਦੇ ਨੇ, ਤੇ ਪੇਡ ਅਪੈਂਡੇਜਸ ਕੀ ਹੋ ਸਕਦੀਆਂ ਨੇ, ਫਿਨਸ ਵੀ ਹੋ ਸਕਦੀਆਂ ਨੇ ਐਂਡ ਲਿੰਬਸ ਵੀ ਹੋ ਸਕਦੀਆਂ ਨੇ। ਸੋ ਜਿਹੜਾ ਸਫਾਈਲਮ ਵਰਟੀਬ੍ਰੇਟਾ ਉਹ ਦੋ ਡਿਵੀਜ਼ਨਸ ਦੇ ਵਿੱਚ ਡਿਵਾਈਡਡ ਆ, ਇਗਨਾਥਾ ਤੇ ਗਨਾਥੋਸਟੋਮਾਟਾ। ਇਗਨਾਥਾ ਦੇ ਵਿੱਚ ਉਹ ਆਰਗੈਨਿਜ਼ਮਸ ਪਾਏ ਜਾਂਦੇ ਨੇ ਜਿਨ੍ਹਾਂ ਦੇ ਕੋਲ ਜੋ ਨਹੀਂ ਹੁੰਦਾ, ਤੇ ਗਨਾਥੋਸਟੋਮਾਟਾ ਦੇ ਵਿੱਚ ਕੀ ਹੁੰਦਾ, ਜੋ ਹੁੰਦਾ ਹੈਗਾ। ਇਗਨਾਥਾ ਦੇ ਵਿੱਚ ਕਲਾਸ ਸਾਈਕਲੋਸਟੋਮਾਟਾ ਹੁੰਦੀ ਹੈ, ਵੈਰਸ ਗਨਾਥੋਸਟੋਮਾਟਾ ਦੋ ਸਬ ਕਲਾਸਿਸ ਦੇ ਵਿੱਚ ਡਿਵਾਈਡ ਹੈ, ਪਾਈਸੀਅਸ ਤੇ ਟੈਟਰਾਪੋਡਾ। ਪਾਈਸੀਅਸ ਦੇ ਕੋਲ ਫਿਨਸ ਹੁੰਦੇ ਨੇ, ਟੈਟਰਾਪੋਡਾ ਦੇ ਵਿੱਚ ਲਿੰਬਸ ਹੁੰਦੇ ਨੇ। ਪਾਈਸੀਅਸ ਦੇ ਵਿੱਚ ਦੋ ਕਲਾਸਿਸ ਹੁੰਦੇ, ਕੌਂਡਿਸਟਾਈਸ ਤੇ ਆਸਟ੍ਰਿਚਟਾਈਸ, ਤੇ ਟੈਟਰਾਪੋਡਾ ਦੇ ਵਿੱਚ 4 ਕਲਾਸਿਸ ਹੁੰਦੇ, ਐਮਫੀਬੀਆ, ਰੈਪਟੀਲੀਆ, ਐਵਿਸਟਿਕ, ਮੈਮਲਸ। ਸਾਈਕਲੋਸਟੋਮਾਟਾ, ਸਾਰੇ ਲਿਵਿੰਗ ਮੈਂਬਰ ਜਿਹੜੇ ਸਾਈਕਲੋਸਟੋਮਾਟਾ ਦੇ ਉਹ ਕਹਿੰਦੇ ਐਕਟੋਪੈਰਾਸਾਈਟਸ ਹੁੰਦੇ ਨੇ, ਸਮ ਦਾ ਫਿਸ਼ਿਸ, ਠੀਕ ਹੈ। ਤੇ ਇਹਨਾਂ ਦੀ ਐਲੋਂਗੇਟਡ ਬਾਡੀ ਹੁੰਦੀ ਆ ਤੇ 6 ਤੋਂ 15 ਪੇਅਰ ਆਫ ਗਿਲ ਸਲਿਟਸ ਪ੍ਰੈਜ਼ੈਂਟ ਹੁੰਦੇ ਨੇ ਰੈਸਪੀਰੇਸ਼ਨ ਦੇ ਲਈ। ਸਾਈਕਲੋਸਟੋਮਾਟਾ ਦੇ ਕੋਲ ਸੈਕਿੰਗ ਤੇ ਸਰਕੂਲਰ ਮਾਊਥ ਹੁੰਦਾ ਹੈਗਾ ਤੇ ਜੌਸ ਐਬਸੈਂਟ ਹੁੰਦੇ ਨੇ। ਇਹਨਾਂ ਦੀ ਬਾਡੀ ਦੇ ਕੋਲ ਕੋਈ ਵੀ ਸਕੇਲਸ ਨਹੀਂ ਹੁੰਦੇ ਤੇ ਪੇਅਰਡ ਫਿਨਸ ਵੀ ਨਹੀਂ ਹੁੰਦੇ, ਫਿਨਸ ਇਹਨਾਂ ਦੇ ਅਨਪੇਅਰਡ ਹੁੰਦੇ ਨੇ। ਕ੍ਰੇਨੀਅਮ ਤੇ ਵਰਟੇਬਰਲ ਕਾਲਮ ਜਿਹੜਾ ਇਹਨਾਂ ਦਾ ਕਾਰਟਿਲੇਜੀਨੀਅਸ ਹੁੰਦਾ ਹੈਗਾ, ਠੀਕ ਹੈ, ਇਹਨਾਂ ਦਾ ਐਂਡੋਸਕੇਲੇਟਨ ਕ੍ਰੇਨੀਅਮ ਵਰਟੇਬਰਲ ਕਾਲਮ ਕਾਰਟਿਲੇਜੀਨੀਅਸ ਹੁੰਦਾ। ਸਰਕੂਲੇਸ਼ਨ ਇਹਨਾਂ ਦੇ ਵਿੱਚ ਕਲੋਜ਼ਡ ਟਾਈਪ ਦੀ ਹੁੰਦੀ ਹੈ। ਸਾਈਕਲੋਸਟੋਮ ਜਿਹੜੇ ਆ ਉਹ ਮੈਰਾਈਨ ਹੁੰਦੇ ਨੇ, ਬਟ ਕੀ ਆ ਸਪੌਨਿੰਗ ਦੇ ਲਈ ਫਰੈਸ਼ ਵਾਟਰ ਦੇ ਵਿੱਚ, ਮਤਲਬ ਐਗ ਲੇ ਕਰਨ ਦੇ ਲਈ ਫਰੈਸ਼ ਵਾਟਰ 'ਚ ਮਾਈਗ੍ਰੇਟ ਕਰਦੇ ਨੇ, ਤੇ ਸਪੌਨਿੰਗ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਮਰ ਜਾਂਦੇ ਨੇ ਡਿਊ ਟੂ ਦਾ ਐਲਡਰੇਸ਼ਨ ਇਨ ਦਾ ਆਸਮੋਟਿਕ ਬੈਲੈਂਸ, ਠੀਕ ਹੈ। ਉਹਦੇ ਬਾਅਦ ਲਾਰਵੇ ਮੈਟਾਮੋਰਫੋਸਿਸ ਬਾਅਦ ਮਤਲਬ ਐਡਲਟ ਦੇ ਵਿੱਚ ਗਰੋ ਹੋਣ ਤੋਂ ਬਾਅਦ ਉਹ ਕੀ ਹੈ ਓਸ਼ਨ ਦੇ ਵਿੱਚ ਆ ਜਾਂਦੇ ਨੇ। ਐਗਜ਼ਾਮਪਲ ਕੀ ਨੇ, ਪੈਟਰੋਮਾਈਜ਼ਨ ਦਾ ਕਾਮਨ ਨੇਮ ਲੈਂਪਰੀ ਐਂਡ ਮਾਈਕਸਿਨ ਦਾ ਕਾਮਨ ਨੇਮ ਹੈਗਫਿਸ਼। ਐਂਡ ਇੱਥੇ ਆਪਾਂ ਨੂੰ ਜੋਲਸ ਵਰਟੇਬ੍ਰੇਟ ਪੈਟਰੋਮਾਈਜ਼ਨ ਦੀ ਫੋਟੋ ਦਿੱਤੀ ਹੋਈ ਹੈ, ਕੀ ਆ ਪੈਟਰੋਮਾਈਜ਼ਨ ਆ, ਮਾਈਕਸਿਨ ਨਹੀਂ ਹੈ, ਠੀਕ ਹੈ।
And next is the class currently studies first class of the Pisces, and comes under the division Granthostromata. Marine animals ਹੁੰਦੇ ਨੇ, fifth one marine Ctenophora, Canadamata, Hemicrodata, Protocots of that fifth exclusively marine। ਵੈਸੇ ਤਾਂ ਮੈਰਾਈਨ ਤਾਂ ਸਾਈਕਲੋਸਟੋਮਾਟਾ ਵਿੰਦਨ ਬਹੁਤ ਸਪੌਨਿੰਗ ਦੇ ਲਈ ਫਰੈਸ਼ ਵਾਟਰ ਦੇ ਵਿੱਚ ਆਉਂਦੇ ਨੇ ਨਾ, ਠੀਕ ਹੈ। ਤੇ ਇਹਨਾਂ ਦੇ ਕੋਲ ਸਟ੍ਰੀਮਲਾਈਨ ਬੋਡੀ ਹੁੰਦੀ ਹੈ, ਕਾਰਟਿਲੇਜੀਨਸ ਇਹਨਾਂ ਦਾ ਐਂਡੋਸਕੇਲੇਟਨ ਹੁੰਦਾ, ਮਾਊਥ ਜਿਹੜਾ ਹੈ ਵੈਂਟਰਲੀ ਲੋਕੇਟਡ ਹੁੰਦਾ ਗਾ, ਮਤਲਬ ਥੱਲੇ ਨੂੰ ਲੋਕੇਟਡ ਹੁੰਦਾ ਗਾ, ਐਂਡ ਨੋਟੋਕੋਟ ਜਿਹੜੀ ਥਰੂ ਆਊਟ ਦ ਲਾਈਫ ਪਰਸਿਸਟ ਕਰਦੀ ਹੈਗੀ, ठीक है। नोटोकोर थ्रू आउट लाइफ परसिस्ट कर दिया है, जब वर्टिब्रेट्स ਜਿਹਦੀ नोटोकोर थ्रू आउट लाइफ परसिस्ट कर दिया। कॉन्ट्रेज टाइप्स ਦੇ एग्जांपल्स भी पूछते हैं, राइट। ग्रेट वाइट शार्क हो गया, प्रेस्टिस, सॉफिश, डॉगफिश, ठीक है, ये सारे हो गए। ਐਂਡ ਜਿਹੜੇ ਗਿਲਸ ਹੁੰਦੇ ਨੇ ਉਹਨਾਂ ਦੇ ਉੱਪਰ ਓਪਰਕਿਊਲਮ ਜਿਹੜਾ ਨਹੀਂ ਪ੍ਰੈਜ਼ੈਂਟ ਹੁੰਦਾ, ਗਿਲਸ ਜਿਹੜੇ ਸੈਪਰੇਟ ਹੁੰਦੇ ਨੇ। ਸਕਿਨ ਟਫ ਹੁੰਦੀ ਹੈ ਕਿਉਂਕਿ ਉਹਦੇ ਕੋਲ ਕੀ ਮਾਈਨਿਊਟ ਸਕੇਲਸ ਪ੍ਰੈਜ਼ੈਂਟ ਨੇ, ਪਲੈਕਵਰਡ ਸਕੇਲਸ ਪ੍ਰੈਜ਼ੈਂਟ ਹੁੰਦੇ ਨੇ, ਟੀਥ ਵੀ ਪਲੈਕਵਰਡ ਮੋਡੀਫਾਈਡ ਪਲੈਕਵਰਡ ਸਕੇਲਸ ਹੁੰਦੇ ਨੇ, ਤੇ ਬੈਕਵਰਡਲੀ ਡਾਇਰੈਕਟਡ ਟੀਥ ਪ੍ਰੈਜ਼ੈਂਟ ਹੁੰਦੇ ਨੇ ਉਹਦੇ ਵਿੱਚ। ਜੌਸ ਇਹਨਾਂ ਦੇ ਕਾਫੀ ਪਾਵਰਫੁਲ ਹੁੰਦੇ ਨੇ, ਅਤੇ ਇਹ ਐਨੀਮਲਸ ਪ੍ਰੈਡੀਸ਼ੀਅਸ ਹੁੰਦੇ ਨੇ, ਮਤਲਬ ਦੂਸਰੇ ਨੂੰ ਚਬਾਉਣ ਦੇ ਲਈ ਬਣੇ ਹੁੰਦੇ ਨੇ। ਅਤੇ ਐਬਸੈਂਸ ਆਫ ਏਅਰ ਬਲੈਡਰ ਦੇ ਕਰਕੇ ਇਹ ਕੌਨਸਟੈਂਟਲੀ ਸਵਿਮ ਇਹਨਾਂ ਨੂੰ ਕਰਨਾ ਪੈਂਦਾ ਗਾ, ਤਾਂ ਕਰਕੇ ਡੁੱਬ ਨਾ ਜਾਣ, ਠੀਕ ਹੈ। ਜੇ ਏਅਰ ਬਲੈਡਰ ਪ੍ਰੈਜ਼ੈਂਟ ਹੋਊਗਾ ਤਾਂ ਬਾਇਐਂਸੀ ਮੇਨਟੇਨ ਹੋ ਜਾਊਗੀ, ਜਿਸ ਕਰਕੇ ਡੁੱਬਣਗੇ ਨਹੀਂ, ਬਟ ਇਹਨਾਂ ਦੇ ਕੋਲ ਤਾਂ ਏਅਰ ਬਲੈਡਰ ਪ੍ਰੈਜ਼ੈਂਟ ਨਹੀਂ ਹੈਗਾ, ਇਸ ਕਰਕੇ ਇਹਨਾਂ ਨੂੰ ਕੌਨਸਟੈਂਟਲੀ ਸਵਿਮ ਕਰਨਾ ਪੈਂਦਾ ਗਾ। ਹਾਰਟ ਇਹਨਾਂ ਦਾ ਟੂ ਚੈਂਬਰਡ ਹੁੰਦਾ, ਇੱਕ ਕੋਰਿਕਲ ਤੇ ਇੱਕ ਵੈਂਟਰੀਕਲ ਹੁੰਦਾ ਗਾ, ਅਤੇ ਕੁਝ ਦੇ ਕੋਲ ਇਲੈਕਟ੍ਰਿਕ ਔਰਗਨਸ ਪ੍ਰੈਜ਼ੈਂਟ ਹੁੰਦੇ ਜਿਵੇਂ ਕਿ ਟੋਰਪੈਡੋ, ਐਂਡ ਕੁਝ ਦੇ ਕੋਲ ਪਾਇਜ਼ਨ ਸਟਿੰਗ ਪ੍ਰੈਜ਼ੈਂਟ ਜਿਹੜੇ ਕਿ ਡਰੈਗਨ ਦੇ ਕੋਲ, ਠੀਕ ਹੈ। ਕੋਲਡ ਬਲੱਡਡ ਹੁੰਦੇ ਨੇ, ਪੋਇਕਲੋਥਰਮਸ ਹੁੰਦੇ ਨੇ, ਮਤਲਬ ਇਹ ਆਪਦੀ ਬੋਡੀ ਟੈਂਪਰੇਚਰ ਰੈਗੂਲੇਟ ਨਹੀਂ ਕਰ ਸਕਦੇ, ਠੀਕ ਹੈ। ਸੈਕਸਸ ਇਹਨਾਂ ਦੇ ਸੈਪਰੇਟ ਹੁੰਦਾ, ਮਤਲਬ ਇਹ ਡਾਇਓਸ਼ੀਅਸ ਹੁੰਦੇ ਨੇ। ਮੇਲ ਦੇ ਕੋਲ ਕੀ ਪੈਲਵਿਕ ਫੈਂਸ ਹੁੰਦੇ ਨੇ, ਜਿਹਨਾਂ ਦੇ ਕਲਾਸਪਰ ਕਿਹਾ ਹੁੰਦਾ ਗਾ, ਅਤੇ ਇਹਨਾਂ ਦੇ ਵਿੱਚ ਇੰਟਰਨਲ ਫਰਟੀਲਾਈਜੇਸ਼ਨ ਹੁੰਦੀ ਹੈਗੀ, ਅਤੇ ਇਹਨਾਂ ਦੇ ਵਿੱਚੋਂ ਕਾਫੀ ਜ਼ਿਆਦਾ ਜਿਹੜੇ ਹੁੰਦੇ ਨੇ ਵਿਵੀਪੈਰਸ ਹੁੰਦੇ ਨੇ। ਇਹ ਤਾਂ ਮੈਨੂੰ ਫੋਟੋ ਦਿੱਤੀ ਹੋਈ ਆ, ਉੱਪਰ ਵਾਲੀ ਕੀ ਆ ਸਕੋਲੀਓਡੋਨਾ ਡੌਗਫਿਸ਼ ਆ, ਥੱਲੇ ਵਾਲੀ ਪ੍ਰਿਸਟਿਸ ਆ ਸੌਫਿਸ਼ ਆ, ਠੀਕ ਹੈ। एग्जाम्पल स्कोलिडोन, डॉगफिश, ब्रिस्टल सॉफिश, कार्चारोडोन, टेडोप्लेरा कार्चारोडोन ਵਿੱਚ ਕਨਫਿਊਜ਼ਨ ਹੋਣਾ, कार्चारोडोन, ग्रेट वाइट शार्क, एंड ट्राइगन स्टिंगरे। ਹੁਣ ਆਪਾਂ ਗੱਲ ਕਰਦੇ ਹਾਂ ਆਸਟੀਚਥਾਈਸ ਦੀ। ਆਸਟੀਚਥਾਈਸ ਦੇ ਨਾਮ ਕਿਉਂ ਪਿਆ ਹੈ, ਕਿਉਂਕਿ ਇਹਨਾਂ ਦਾ ਬੋਨੀ ਐਂਡੋਸਕੈਲੇਟਨ ਹੁੰਦਾ ਗਾ। ਇਹ ਮੈਰਾਈਨ ਵੀ ਹੁੰਦੇ ਨੇ, ਫਰੈਸ਼ ਵਾਟਰ ਵੀ ਹੁੰਦੇ ਨੇ, ਐਕੁਆਰੀਅਮ ਦੇ ਵਿੱਚ ਰਹਿ ਜਾਂਦੇ ਨੇ। ਇਹਨਾਂ ਦੀ ਬੋਡੀ ਜਿਹੜੀ ਸਟ੍ਰੀਮਲਾਈਨ ਹੁੰਦੀ ਆ। ਮਾਊਥ ਇਹਨਾਂ ਦਾ ਮੋਸਟਲੀ ਟਰਮੀਨਲ ਹੁੰਦਾ, ਮਤਲਬ ਬਿਲਕੁਲ ਟਿਪ ਦੇ ਉੱਪਰ ਪ੍ਰੈਜ਼ੈਂਟ ਹੁੰਦਾ ਗਾ, ਅਤੇ ਇਹਨਾਂ ਦੇ ਕੋਲ 4 ਪੇਅਰਸ ਆਫ ਗਿਲਸ ਹੁੰਦੇ ਨੇ, ਜਿਹੜੇ ਕਿ ਓਪਰਕਿਊਲਮ ਨਾਲ ਕਵਰ ਹੁੰਦੇ ਨੇ, ਇਹ ਦੋਨੋਂ ਸਾਈਡਸ ਦੇ ਉੱਪਰ। ਸਕਿਨ ਇਹਨਾਂ ਦੀ ਸਾਈਕਲੋਇਡ ਜਾਂ ਟੀਨੋਇਡ ਸਕੈਲਸ ਨਾਲ ਕਵਰ ਹੁੰਦੀ ਆ। ਏਅਰ ਬਲੈਡਰ ਇਹਨਾਂ ਵਿੱਚ ਪ੍ਰੈਜ਼ੈਂਟ ਹੁੰਦਾ, ਜਿਹੜਾ ਕਿ ਬਾਇਓਂਸੀ ਨੂੰ ਰੈਗੂਲੇਟ ਕਰਦਾ ਗਾ। ਹਾਰਟ ਇਹਨਾਂ ਦਾ ਟੂ ਚੈਂਬਰਡ ਹੁੰਦਾ ਗਾ, ਇੱਕ ਔਰੀਕਲ ਅਤੇ ਇੱਕ ਵੈਂਟਰੀਕਲ, ਠੀਕ ਹੈ। ਇਹ ਕੋਲਡ ਬਲੱਡਡ ਐਨੀਮਲਸ ਹੁੰਦੇ ਨੇ। ਸੈਕਸਿਸ ਇਹਨਾਂ ਦੇ ਵਿੱਚ ਸੈਪਰੇਟ ਹੁੰਦੇ ਨੇ, ਸੈਕਸਿਸ ਦੋਨਾਂ ਦੇ ਵਿੱਚ ਸੈਪਰੇਟ ਹੁੰਦੇ ਨੇ, ਆਸਟੀਚਥਾਈਸ ਦੇ ਵਿੱਚ ਵੀ, ਕੌਂਡੀਚਥਾਈਸ ਦੇ ਵਿੱਚ, ਮਤਲਬ ਦੋਨੋਂ ਦੇ ਦੋਨੋਂ ਕੀ ਹੁੰਦੇ ਨੇ ਡਾਇਓਸ਼ੀਅਸ ਹੁੰਦੇ ਨੇ, ਰਾਈਟ, ਠੀਕ ਹੈ। ਬਟ ਫਰਟੀਲਾਈਜੇਸ਼ਨ ਕੀ ਆ, ਕੌਂਡੀਚਥਾਈਸ ਦੇ ਵਿੱਚ ਇੰਟਰਨਲ ਸੀ, ਇਹਨਾਂ ਦੇ ਵਿੱਚ ਐਕਸਟਰਨਲ ਹੁੰਦੀ ਆ, ਅਤੇ ਉਹ ਵਿਵੀਪੈਰਸ ਸੀਗੀ, ਠੀਕ ਹੈ। ਅਤੇ ਇਹ ਮੋਸਟਲੀ ਕੀ ਹੁੰਦੇ ਨੇ, ਉਹ ਵਿਵੀਪੈਰਸ ਹੁੰਦੇ ਨੇ, ਅਤੇ ਇਹਨਾਂ ਦੀ ਡਿਵੈਲਪਮੈਂਟ ਜਿਹੜੀ ਆ ਉਹ ਡਾਇਰੈਕਟ ਹੁੰਦੀ ਆ, ਉਹਨਾਂ ਦੇ ਵਿੱਚ ਵੀ ਡਾਇਰੈਕਟ, ਇਹਨਾਂ ਦੇ ਵਿੱਚ ਵੀ ਡਾਇਰੈਕਟ ਆ। ਐਂਡ ਇਹਦੇ ਐਗਜ਼ਾਮਪਲਸ ਦੇਖ ਲੈਂਦੇ ਹਾਂ। ਫਸਟ ਆਫ ਆਲ ਆਪਾਂ ਦੇਖਦੇ ਹਾਂਗੇ ਮੈਰਾਈਨ ਫਿਸ਼ਿਸ ਦੇ। ਮੈਰਾਈਨ ਦੇ ਉਹਨਾਂ ਨੇ ਐਕਸੋਸਿਟਸ flying fish, and hippocampus sea horse, ठीक है। फ्रेश वाटर ਦੇ ਹੁੰਦੇ ਨੇ ਲੋਬੀਓ ਕੈਟਲਾ ਅਤੇ ਕਲੈਰੀਅਸ, ਲੋਬੀਓ ਰੋਹੂ ਕੈਟਲਾ ਕਲੈਰੀਅਸ ਮੈਗੂਰੀ, ਐਂਡ ਐਕੁਆਰੀਅਮ ਦੇ ਹੁੰਦੇ ਨੇ ਬੈਟਾ ਫਾਈਟਿੰਗ ਫਿਸ਼, ਐਂਡ ਡਿਨੋਫਾਈਲਮ ਫਲਾਈਂਗ ਫਿਸ਼, ਐਂਜਲ ਫਿਸ਼ ਫਲਾਈਂਗ ਫਿਸ਼ ਟੈਕਸੋਸਿਟਸ ਨੂੰ ਕਹਿੰਦੇ ਨੇ, ਯਾ ਓਕੇ। ਸੋ ਇੱਥੇ ਆਪਾਂ ਫੋਟੋ ਦਿੱਤੀ ਹੋਈ ਹੈ ਹਿਪੋਕੈਂਪਸ, ਜੋ ਕਿ ਮੈਰਾਈਨ ਫਾਰਮ ਆ, ਸੀ ਹੋਰਸ, ਐਂਡ ਹੇਅਰ ਵੀ ਹੈਵ ਦ ਕੈਟਲਾ ਵਿਚ ਇਜ਼ ਦ ਫਰੈਸ਼ ਵਾਟਰ ਫਾਰਮ। ਮਾਊਥ ਇਹਨਾਂ ਦਾ ਟਰਮੀਨਲ ਹੁੰਦਾ, ਮਤਲਬ ਬਿਲਕੁਲ ਟਿਪ ਦੇ ਪ੍ਰੈਜ਼ੈਂਟ ਹੁੰਦਾ, ਓਕੇ। मूविंग ऑन द नेक्स्ट क्लास एम्फीबिया, ठीक है। यह ग्रीक वर्ड एम्फी ਦਾ ਮਤਲਬ ਡੂਅਲ, ਬਾਇਸ ਮਤਲਬ ਲਾਈਫ, ਗ੍ਰੀਕ ਵਰਡ ਤੋਂ ਬਣਿਆ। ਇਹ ਤੋਂ ਪਹਿਲਾਂ ਆਪਾਂ ਲੈਟਿਨ ਦੇਖਿਆ ਸੀ ਐਨੀਲਿਡਾ, ਠੀਕ ਹੈ। ਐਨੀਲਿਡਾ ਲੈਟਿਨ ਵਰਡ ਤੋਂ ਬਣਿਆ ਸੀਗਾ। ਐਮਫੀਬੀਅਨ ਜਿਹੜੇ ਐਕੁਆਟਿਕ ਤੇ ਟੈਰੇਸਟਰੀਅਲ ਦੋਨੋਂ ਹੈਬਿਟੇਟਸ ਵਿੱਚ ਰਹਿ ਸਕਦੇ ਨੇ। ਮੋਸਟ ਆਫ ਦੈਮ ਕੋਲ ਕੀ ਹੁੰਦਾ, 2 ਪੇਅਰਸ ਆਫ ਲਿੰਬਸ ਹੁੰਦੇ ਨੇ, ਬੋਡੀ ਹੈਡ ਤੇ ਟਰੰਕ ਦੇ ਵਿੱਚ ਡਿਵਿਜ਼ੀਬਲ ਹੁੰਦੀ ਹੈ। ਟੇਲ ਕਿਸੇ ਕੋਲ ਹੁੰਦੀ ਹੈ, ਕਿਸੇ ਕੋਲ ਨਹੀਂ ਹੁੰਦੀ ਹੈਗੀ। ਐਮਫੀਬੀਅਨ ਦੀ ਸਕਿਨ ਜਿਹੜੀ ਹੈ ਮੋਇਸਟ ਹੁੰਦੀ ਹੈ, ਅਤੇ ਸਕੇਲਸ ਉਹਦੇ ਕੋਲ ਪ੍ਰੈਜ਼ੈਂਟ ਨਹੀਂ ਹੁੰਦੀ ਹੈਗੇ। ਆਈਜ਼ ਦੇ ਕੋਲ ਆਈਲੈਟਸ ਹੁੰਦੀਆਂ ਨੇ, ਅਤੇ ਟਿੰਪੈਰਮ ਉਹਨਾਂ ਦੀ ਕੰਨ ਨੂੰ ਰਿਪਰੈਜ਼ੈਂਟ ਕਰਦੇ। ਐਲੀਮੈਂਟਰੀ ਕੈਨਾਲ, ਯੂਰੀਨਰੀ ਅਤੇ ਰਿਪਰੋਡਕਟਿਵ ਟਰੈਕਟ ਜਿਹੜੇ ਤਿੰਨੋਂ ਇੱਕੋ ਕਾਮਨ ਓਪਨਿੰਗ ਦੇ ਵਿੱਚ ਆ ਕੇ ਖੁੱਲ੍ਹਦੇ ਨੇ, ਜਿਹੜਾ ਕਿ ਕਲੋਇਕਾ ਕਿਹਾ ਜਾਂਦਾ ਗਾ, ਠੀਕ ਹੈ। ਅਤੇ ਰੈਸਪੀਰੇਸ਼ਨ ਇਹਨਾਂ ਦੇ ਵਿੱਚ ਕੀ ਹੈ, ਗਿਲਸ, ਲੰਗਸ ਅਤੇ ਸਕਿਨ ਦੇ ਥਰੂ ਹੁੰਦੀ ਹੈ। ਹਾਰਟ ਇਹਨਾਂ ਦਾ 3 ਚੈਂਬਰਡ ਹੁੰਦਾ, 2 ਔਰੀਕਲ ਅਤੇ ਇੱਕ ਵੈਂਟਰੀਕਲ। ਇਹਨਾਂ ਦੇ ਇਹ ਵੀ ਕੋਲਡ ਬਲੱਡਡ ਐਨੀਮਲਸ ਹੁੰਦੇ, ਪੋਇਕਲੋਥਰਮਸ ਹੁੰਦੇ ਨੇ, ਐਂਡ ਸੈਕਸਸ ਇਹਨਾਂ ਦੇ ਸੈਪਰੇਟ ਹੁੰਦੇ, ਮਤਲਬ ਇਹ ਵੀ ਡਾਇਓਸ਼ੀਅਸ ਹੁੰਦੇ ਨੇ। ਹੁਣ ਤੱਕ ਆਪਾਂ ਜਿਹਨੇ ਦੇਖੇ ਨੇ ਨਾ ਕੋਰਡਿਟਸ ਦੇ ਵਿੱਚ ਸਾਰੇ ਡਾਇਓਸ਼ੀਅਸ ਸੀਗੇ, ਰਾਈਟ। ਸਾਈਕਲੋਸਟੋਮੈਟਾ ਨਹੀਂ ਸੀਗੇ, ਸਾਈਕਲੋਸਟੋਮੈਟਾ ਦੇ ਵਿੱਚ ਕੁਝ ਵੀ ਰੈਫਰ ਨਹੀਂ ਕੀਤਾ ਹੋਇਆ ਸੀ, ਰਾਈਟ। ਫਰਟੀਲਾਈਜੇਸ਼ਨ ਇਹਦੇ ਵਿੱਚ ਐਕਸਟਰਨਲ ਹੁੰਦੀ ਆ, ਮਤਲਬ ਕਿ ਆਸਟੀਚਾਈਜ਼ ਦੇ ਵਾਂਗੂ ਓਵੀਪੈਰਸ ਹੁੰਦੇ ਨੇ। ਆਸਟੀਚਾਈਜ਼ ਦੇ ਵਾਂਗੂ ਡਿਵੈਲਪਮੈਂਟ ਇਹਨਾਂ ਦੇ ਵਿੱਚ ਇਨਡਾਇਰੈਕਟ ਹੁੰਦੀ, ਆਸਟੀਚਾਈਜ਼ ਵਿੱਚ ਡਾਇਰੈਕਟ ਸੀਗੀ, ਰਾਈਟ। ਐਂਡ ਇਹਦੇ ਐਗਜ਼ਾਮਪਲ ਨੇ ਬੂਫਰ ਰੋਡ, ਰਾਣਾ ਫਰੋਗ, ਹਾਈਲਾ ਟਰੀ ਫਰੋਗ, ਔਰ ਸੈਲਮੈਂਡਰ ਸਟਫਿਸ, ਲੈਮਲੈਸ, ਐਮਫੀਬੀਆ। ਇਹਨਾਂ ਨੇ ਕਿਹਾ ਸੀ ਨਾ ਕੁਝ ਦੇ ਕੋਲ ਲਿੰਬਸ ਹੁੰਦੇ ਨੇ, ਕੁਝ ਦੇ ਕੋਲ ਨਹੀਂ ਵੀ ਹੋ ਸਕਦੇ, ਜਿਹਦੇ ਕਿ ਸਟਫਿਸ ਹੋ ਗਿਆ। ਦਿਸ ਇਜ਼ ਦ ਸੈਲਮੈਂਡਰ ਕੋਲ ਟੇਲ ਹੈਗੀ ਆ, ਕੁਝ ਦੇ ਕੋਲ ਟੇਲ ਹੁੰਦੀ ਹੈ ਅਤੇ ਕੁਝ ਦੇ ਕੋਲ ਨਹੀਂ ਹੁੰਦੀ। ਦਿਸ ਇਜ਼ ਦ ਫਰੋਗ, ਰਾਣਾ ਵੀ 10।
ਨੈਕਸਟ ਕਲਾਸ ਇਜ਼ ਰੈਪਟੀਲੀਆ। ਇਹ ਕਿਤੋਂ ਬਣੇਗਾ, ਲੈਟਿਨ ਵਰਡ ਰੈਪਰ ਹੈ ਜਾਂ ਰੈਪਟਨ ਤੋਂ ਬਣਿਆ, ਜਿਹਦਾ ਮਤਲਬ ਹੁੰਦਾ ਟੂ ਕ੍ਰੀਪ ਔਰ ਕਰੋ। ਇਹਨਾਂ ਦਾ ਕ੍ਰੀਪਿੰਗ ਜਾਂ ਕਰੋਲਿੰਗ ਮੋਡ ਆਫ ਲੋਕੋਮੋਸ਼ਨ ਹੁੰਦਾ, ਇਸੇ ਕਰਕੇ ਇਹਨਾਂ ਦਾ ਨਾਮ ਰੈਪਟੀਲੀਆ ਬਣਿਆ, ਲੈਟਿਨ ਵਰਡ ਤੋਂ ਬਣਿਆਗਾ। ਐਮਫੀਬੀਆ ਦਾ ਨਾਮ ਗ੍ਰੀਕ ਵਰਡ ਤੋਂ ਬਣਿਆ, ਇਹਨਾਂ ਦਾ ਨਾਮ ਲੈਟਿਨ ਵਰਡ ਤੋਂ ਬਣਿਆਗਾ। ਤੇ ਮੋਸਟਲੀ ਟੈਰੇਸਟਰੀਅਲ ਹੁੰਦੇ ਨੇ, ਠੀਕ ਹੈ। ਇਹਨਾਂ ਦੀ ਬੋਡੀ ਜਿਹੜੀ ਹੈ ਡਰਾਈ ਤੇ ਕੁਆਲੀਫਾਈਡ ਸਕਿਨ ਦੇ ਨਾਲ ਕਵਰਡ ਹੁੰਦੀ ਹੈ। ਐਪੀਡਰਮਲ ਸਕੇਲ ਜਾਂ ਸਕੂਟਸ ਇਹਨਾਂ ਦੇ ਕੋਲ ਪ੍ਰੈਜ਼ੈਂਟ ਹੁੰਦੇ ਨੇ। ਇਹਨਾਂ ਦੇ ਕੋਲ ਐਕਸਟਰਨਲ ਈਅਰ ਓਪਨਿੰਗਸ ਪ੍ਰੈਜ਼ੈਂਟ ਨਹੀਂ ਹੁੰਦੀਆਂ। ਟਿੰਪੈਨਮ ਹੀ ਇਹਨਾਂ ਦਾ ਈਅਰ ਨੂੰ ਰਿਪਰੈਜ਼ੈਂਟ ਕਰਦਾ। ਲਿੰਬਸ ਜੇ ਹੁਣ ਤੇ 2 ਪੇਅਰਸ ਪ੍ਰੈਜ਼ੈਂਟ ਹੋਣਗੇ, ਠੀਕ ਹੈ। ਹਾਰਟ ਇਹਨਾਂ ਦਾ ਜਿਹੜਾ ਯੂਜਲੀ 3 ਚੈਂਬਰਡ ਹੁੰਦਾ, ਬਟ ਕ੍ਰੋਕੋਡਾਈਲ ਦੇ ਵਿੱਚ 4 ਚੈਂਬਰਡ ਹੁੰਦਾ ਗਾ। ਰੈਪਟਾਈਲ ਜਿਹੜੇ ਪੋਈਕਲੋਥਰਮਸ ਹੁੰਦੇ, ਮਤਲਬ ਕੋਈ ਵੀ ਆਪਦੀ ਬੋਡੀ ਟੈਂਪਰੇਚਰ ਨੂੰ ਰੈਗੂਲੇਟ ਨਹੀਂ ਕਰ ਸਕਦੇ। ਸਨੇਕਸ ਤੇ ਲਿਜ਼ਾਰਡਸ ਜਿਹੜੇ ਹੁੰਦੇ ਨੇ, ਉਹ ਆਪਦੀ ਸਕਿਨ ਨੂੰ ਐਜ਼ ਦ ਸਕਿਨ ਕਾਸਟ, ਆਪਦੀ ਸਕੇਲਸ ਨੂੰ ਐਜ਼ ਦ ਸਕਿਨ ਕਾਸਟ ਸ਼ੈਡ ਕਰਦੇ ਨੇ। ਸੈਕਸਿਸ ਇਹਨਾਂ ਦੇ ਵਿੱਚ ਸੈਪਰੇਟ ਹੁੰਦੇ ਨੇ, ਮਤਲਬ ਇਹ ਵੀ ਡਾਇਓਸ਼ਸ ਹੁੰਦੇ ਨੇ ਸਾਰੇ। ਕੌਂਡਿਸ਼ ਥਾਈਸ, ਆਸਟ੍ਰਿਚ ਥਾਈਸ, ਐਮਫੀਬੀਆ ਆਂਡਰਪੈਲ ਸਾਰੇ ਡਾਇਓਸ਼ਸ ਹੁੰਦੇ ਨੇ। ਫਰਟੀਲਾਈਜੇਸ਼ਨ ਇਹਦੇ ਵਿੱਚ ਇੰਟਰਨਲ ਹੁੰਦੀ ਹੈਗੀ, ਠੀਕ ਹੈ। ਮਤਲਬ ਕੌਂਡਿਸ਼ ਥਾਈਸ ਦੇ ਵਾਂਗੂ। ਐਂਡ ਓਵੀਪੈਰਸ ਹੁੰਦੇ ਨੇ। ਓਵੀਪੈਰਸ ਤਾਂ ਉਹਦਾ ਹੁੰਦੇ ਨੇ ਨਾ, ਇਹ ਆਸਟ੍ਰਿਚ ਥਾਈਸ ਤੇ ਉਹਦਾ ਐਮਫੀਬੀਆ ਵਾਂਗੂ। ਡਿਵੈਲਪਮੈਂਟ ਇਹਨਾਂ ਵਿੱਚ ਡਾਇਰੈਕਟ ਹੁੰਦੀ ਆ, ਮਤਲਬ ਫਰਟੀਲਾਈਜੇਸ਼ਨ ਇਹਨਾਂ ਦੇ ਵਿੱਚ ਇੰਟਰ ਹੁੰਦੀ ਆ। ਓਵੀਪੈਰਸ ਹੁੰਦੇ ਨੇ, ਡਿਵੈਲਪਮੈਂਟ ਡਾਇਰੈਕਟ ਹੁੰਦੀ ਆ। ਐਗਜ਼ਾਮਪਲਸ ਕੀ ਨੇ? ਕੀਲੋਟਰਲ, ਟੈਸਟੂਰੋ, ਟੋਟੋਇਸ, ਕੈਮੇਲੀਅਨ, ਟ੍ਰੀ ਲਿਜ਼ਾਰਡ, ਹੈਮਿਡਿਪਟੇਰਿਸ, ਬॉल ਲਿਜ਼ਾਰਡ, ਐਂਡ कैलोट्स, गार्डन लिजार्ड, क्रोकोडाइल क्रोकोडाइल, गार्डन लिजार्ड कैलोट्स में क्या आएगा, ट्री लिजार्ड कैमेलिन क्या आएगा, हेमिडेप्टेरिस बॉल लिजार्ड में क्या आएगा, एलिगेटर एलिगेटर, ठीक है। पॉइजनस स्नेक्स भी एग्जांपल में नाजा जिमें कोबरा हो गया, बैंगरस क्रेड, वाइपर वाइपर, ये दोनों की न्यूरोटॉक्सिन है, दिस इज द hypnotoxin सॉरी। आ गया ट्री लिजार्ड, दिस इज द ट्री लिजार्ड कैमेलियन, दिस इज crocodile, this is Keelan turtle, and this is the Naja cobra, the king cobra. Moving on to the next class, that is apes. apes the characteristic feature ਕਹਿੰਦਾ ਕਿ ਇਹਨਾਂ ਦੇ ਕੋਲ ਫੈਦਰਸ ਹੁੰਦੇ ਨੇ ਤੇ ਮੋਸਟ ਆਫ them ਜਿਹੜੇ ਫਲਾਈ ਕਰ ਸਕਦੇ ਨੇ ਐਕਸੈਪਟ ਦ ਫਲਾਈਟਲੈਸ ਬਰਡ, ਜਿੱਦਾਂ ਕਿ ਆਸਟ੍ਰਿਚ ਹੋ ਗਿਆ। ਆਸਟ੍ਰਿਚ ਨੂੰ ਕੀ ਕਹਿੰਦਾ ਨੇ? ਫਰੋਨ ਵਲਚਰ ਜਾਂ ਆਸਟ੍ਰਿਚ। ਤੇ ਇਹਨਾਂ ਦੇ ਕੋਲ ਵੀਕ ਹੁੰਦੀ ਆ ਤੇ 4 ਲਿੰਬਸ ਜਿਹੜੇ ਆ ਵਿੰਗਸ ਦੇ ਵਿੱਚ ਮੋਡੀਫਾਈਡ ਹੁੰਦੇ ਨੇ। ਹੈਂਡ ਲਿੰਬਸ ਦੇ ਕੋਲ ਸਕੇਲਸ ਹੁੰਦੇ ਨੇ ਤੇ ਉਹ ਮੋਡੀਫਾਈਡ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਦੇ ਨੇ, ਜਿਵੇਂ ਕਿ ਵਾਕਿੰਗ, ਸਵਿਮਿੰਗ, ਕਲਾਸਪਿੰਗ ਟੂ ਦ ਟਰੀ ਬ੍ਰਾਂਚਿਸ। ਸਕਿਨ ਇਹਨਾਂ ਦੀ ਡਰਾਈ ਹੁੰਦੀ ਆ ਤੇ ਕੋਈ ਵੀ ਗਲੈਂਡ ਪ੍ਰੈਜ਼ੈਂਟ ਨਹੀਂ ਹੁੰਦੀ ਐਕਸੈਪਟ ਦ ਓਲ ਗਲੈਂਡ ਪ੍ਰੈਜ਼ੈਂਟ ਐਟ ਦ ਬੇਸ ਆਫ ਦ ਟੇਲ। ਐਂਡੋਸਕੈਲੇਟਨ ਇਹਦਾ ਫੁੱਲੀ ਓਸੀਫਾਈਡ ਇਹਦਾ ਬੋਲੀ ਹੁੰਦਾ ਮਤਲਬ। ਤੇ ਲੌਂਗ ਬੋਨਸ ਜਿਹੜੀਆਂ ਹੁੰਦੀਆਂ ਨੇ ਉਹ ਹੋਲ ਹੁੰਦੀਆਂ ਨੇ, ਉਹਨਾਂ ਵਿੱਚ ਮਤਲਬ ਏਅਰ ਕੈਵਿਟੀਜ਼ ਹੁੰਦੀਆਂ ਨੇ, ਇਸ ਕਰਕੇ ਉਹਨਾਂ ਨੂੰ ਨਿਊਮੈਟਿਕ ਬੋਨਸ ਕਹਿੰਦੇ ਨੇ। ਨਿਊਮੈਟਿਕ ਬੋਨਸ ਦੀ ਪ੍ਰੈਜ਼ੈਂਸ ਕਰਕੇ ਇਹ ਉੱਡ ਸਕਦੇ ਨੇ ਨਾ। ਤੇ ਨਾਲ ਜਿਹੜਾ ਡਾਈਜੈਸਟਿਵ ਟਰੈਕ ਹੁੰਦਾ ਹੈਗਾ ਉਹਦੇ ਕੋਲ ਐਡੀਸ਼ਨਲ ਚੈਂਬਰਸ ਹੁੰਦੇ, ਕ੍ਰੋਪਟਿਕ ਗਿਜ਼ਾਰਡ, ਠੀਕ ਹੈ। ਹਾਰਟ ਇਹਨਾਂ ਦਾ ਕੰਪਲੀਟਲੀ 4 ਚੈਂਬਰਡ ਹੁੰਦਾ ਹੈਗਾ। ਇਹ ਵਾਰਮ ਬਲੱਡ ਹੁੰਦੇ ਨੇ, ਮਤਲਬ ਹੋਮਿਓਥਰਮਸ ਹੁੰਦੇ, ਆਪਦੀ ਬੋਡੀ ਟੈਂਪਰੇਚਰ ਰੈਗੂਲੇਟ ਕਰ ਸਕਦੇ ਨੇ ਤੇ ਕੀ ਆ ਕੌਨਸਟੈਂਟ ਬੋਡੀ ਟੈਂਪਰੇਚਰ ਮੇਨਟੇਨ ਕਰਕੇ ਰੱਖ ਸਕਦੇ ਨੇ। ਰੈਸਪੀਰੇਸ਼ਨ ਇਹਨਾਂ ਦੇ ਵਿੱਚ ਕਿਹਦੇ ਥਰੂ ਹੁੰਦੀ ਹੈ? ਲੰਗਸ ਦੇ ਥਰੂ ਹੁੰਦੀ ਹੈ। ਤੇ ਲੰਗਸ ਜਿਹੜੇ ਆ ਕੀ ਕੀਤੇ ਜਾਂਦੇ ਨੇ, ਕੀ ਕਹਿੰਦਾ ਉਹਨੂੰ, ਏਅਰ ਸੈਕਸ ਹੁੰਦੇ ਨੇ ਲੰਗਸ ਨੂੰ ਕਰਨ ਦੇ ਲਈ, ਹਾਂ ਸਪਲੀਮੈਂਟ ਕਰਨ ਦੇ ਲਈ, ਠੀਕ ਹੈ। ਤੇ ਸੈਕਸਸ ਇਹਨਾਂ ਦੇ ਵਿੱਚ ਵੀ ਸੈਪਰੇਟ ਹੁੰਦੇ ਨੇ, ਸਾਰਿਆਂ ਦੇ ਵਿੱਚ ਸੈਪਰੇਟ ਹੁੰਦੇ ਨੇ, ਠੀਕ ਹੈ, ਸਾਰਿਆਂ ਦੇ ਵਿੱਚ। ਫਰਟੀਲਾਈਜੇਸ਼ਨ ਇਹਨਾਂ ਵਿੱਚ ਇੰਟਰਨਲ ਹੁੰਦੀ ਆ। ਓਵੀਪੈਰਸ, ਡਿਵੈਲਪਮੈਂਟ ਇਜ਼ ਡਾਇਰੈਕਟ, ਮਤਲਬ ਫਰਟੀਲਾਈਜੇਸ਼ਨ ਦੇ ਟਰਮਸ ਦੇ ਵਿੱਚ ਦੇ ਆਰ ਕੰਪਲੀਟਲੀ ਸਿਮਿਲਰ ਟੂ ਦ ਰੈਪਟਾਈਲਸ। ਉਹਨਾਂ ਦੇ ਵਿੱਚ ਇੰਟਰਨਲ ਸੀ, ਓਵੀਪੈਰਸ ਸੀ, ਡਿਵੈਲਪਮੈਂਟ ਡਾਇਰੈਕਟ ਸੀ। ਜਾਂ ਇਹਦੇ ਐਗਜ਼ਾਮਪਲਸ ਨੇ ਕॉर्वस क्रो, Columba pigeon, Siticola parrot, Pavo peacock, Apnenorites, penguin, and Newfoundland vulture ਤੇ struthio ostrich। ਸੋ ਸਭ ਤੋਂ ਪਹਿਲਾਂ ਆਪਾਂ ਵਲਚਰ ਦੀ ਫੋਟੋ ਦਿੱਤੀ ਹੋਈ ਆ, ਠੀਕ ਹੈ। ਫਿਰ struthio ostrich ਜਿਹੜਾ ਫਲਾਈਟਲੈਸ ਬਰਡ ਆ, ਦਿਸ ਇਜ਼ Siticola, ਦਿਸ ਇਜ਼ ਦ Pavo peacock, Siticola parrot। ਮੈਮੀਲੀਆ ਦੀ ਗੱਲ ਕਰਦੇ, ਵੈਰਾਈਟੀ ਆਫ ਹੈਬਿਟਸ ਦੇ ਵਿੱਚ ਰਹਿ ਸਕਦੇ, ਜਿਵੇਂ ਕਿ ਪੋਲਰ ਆਈਸ ਕੈਪਸ ਹੋ ਗਏ, ਡੈਜ਼ਰਟਸ ਹੋ ਗਏ, ਮਾਊਂਟੇਨਸ ਹੋ ਗਏ, ਫੋਰੈਸਟ ਹੋ ਗਏ, ਗ੍ਰਾਸਲੈਂਡਸ ਹੋ ਗਏ, ਰਾਕੇਸ ਹੋ ਗਏ। ਇਹਨਾਂ ਦੇ ਵਿੱਚੋਂ ਕੁਝ ਜਿਹੜੇ ਆ ਫਲਾਈ ਕਰ ਸਕਦੇ ਨੇ ਤੇ ਕੁਝ ਸਵਿਮ ਵੀ ਕਰ ਸਕਦੇ ਨੇ, ਵਾਟਰ ਦੇ ਵਿੱਚ ਵੀ ਰਹਿ ਸਕਦੇ ਨੇ। ਤੇ ਮੋਸਟ ਯੂਨੀਕ ਮੈਮਲੀਨ ਕੈਰੈਕਟਰਿਸਟਿਕਸ ਕੀ ਹੈ ਕਿ ਇਹਨਾਂ ਦੇ ਕੋਲ ਮਿਲਕ ਪ੍ਰੋਡਿਊਸਿੰਗ ਗਲੈਂਡਸ ਪ੍ਰੈਜ਼ੈਂਟ ਹੁੰਦੀਆਂ ਨੇ, ਜਿਹਨੂੰ ਕਿ ਮੈਮਰੀ ਗਲੈਂਡਸ ਕਿਹਾ ਜਾਂਦਾ ਹੈਗਾ, ਜਿਹਦੇ ਨਾਲ ਇਹ ਆਪਦੀ ਯੰਗ ਵਾਂਸ ਨੂੰ ਨਰਿਸ਼ ਕਰਦੇ ਨੇਗੇ। ਇਹਨਾਂ ਦੇ ਕੋਲ 2 ਪੇਅਰ ਆਫ ਲਿੰਬਸ ਹੁੰਦੀਆਂ ਨੇ, ਜਿਹੜੇ ਕਿ ਵਾਕ ਕਰ ਸਕਦੀਆਂ ਨੇ, ਰਨ ਕਰ ਸਕਦੀਆਂ ਨੇ, ਕਲਾਈਮ ਕਰ ਸਕਦੀਆਂ ਨੇ, ਕੁਝ ਡਿਬਰੋ ਕਰ ਸਕਦੀਆਂ ਨੇ ਤੇ ਕੁਝ ਸਵਿਮ ਜਾਂ ਫਲਾਈ ਕਰ ਸਕਦੀਆਂ ਨੇ। ਜਿਹੜੀਆਂ ਦੀ ਸਕਿਨ ਹੁੰਦੀ ਹੈਗੀ ਉਹਦੇ ਉੱਪਰ ਹੇਅਰਸ ਪ੍ਰੈਜ਼ੈਂਟ ਹੁੰਦੇ ਨੇਗੇ, ਠੀਕ ਹੈ। Yeah, skin is unique in possessing hair। ਇਹ ਤੋਂ ਪਹਿਲਾਂ ਕਿਸੇ ਦੇ ਕੋਲ ਵੀ ਹੇਅਰਸ ਪ੍ਰੈਜ਼ੈਂਟ ਨਹੀਂ ਹੁੰਦੀ। ਐਕਸਟਰਨਲ ਈਅਰਸ, ਠੀਕ ਹੈ, ਆਪਾਂ ਕਹਿੰਦੇ ਹਾਂ ਪਿੰਨੇ, ਠੀਕ ਹੈ, ਇਹਨਾਂ ਦੇ ਕੋਲ ਪ੍ਰੈਜ਼ੈਂਟ ਹੁੰਦੇ ਨੇ। ਇਹ ਤੋਂ ਪਹਿਲਾਂ ਉਹਨਾਂ ਦੇ ਕੋਲ ਸੀ ਟਿੰਪਾਨਮ ਸੀਗਾ, ਠੀਕ ਹੈ। ਡਿਫਰੈਂਟ ਟੀਥ ਪ੍ਰੈਜ਼ੈਂਟ ਹੁੰਦੇ ਨੇ ਇਹਨਾਂ ਦੇ ਜੌ ਦੇ ਵਿੱਚ, ਇਸ ਕਰਕੇ ਇਹਨਾਂ ਨੂੰ ਹਾਈਡਰੋਡੌਂਟ ਕਿਹਾ ਜਾਂਦਾ ਹੈਗਾ। ਹਾਰਟ ਇਹਨਾਂ ਦਾ 4 ਚੈਂਬਰਡ ਹੁੰਦਾ। ਹੋਮਿਓਥਰਮਸ ਹੁੰਦੇ ਨੇ, ਮਤਲਬ ਆਪਦੀ ਬੋਡੀ ਟੈਂਪਰੇਚਰ ਕੌਨਸਟੈਂਟ ਬੋਡੀ ਟੈਂਪਰੇਚਰ ਮੇਨਟੇਨ ਕਰਕੇ ਰੱਖ ਸਕਦੇ ਨੇ। ਰੈਸਪੀਰੇਸ਼ਨ ਇਹਨਾਂ ਵਿੱਚ ਲੰਗਸ ਦੇ ਥਰੂ ਹੁੰਦੀ ਹੈ। ਸੈਕਸ ਇਹਨਾਂ ਦੇ ਸੈਪਰੇਟ ਹੁੰਦੇ ਨੇ। ਫਰਟੀਲਾਈਜੇਸ਼ਨ ਇਹਨਾਂ ਵਿੱਚ ਇੰਟਰਨਲ ਹੁੰਦੀ ਆ। ਮੋਸਟਲੀ ਵੀਪੈਰਸ ਹੁੰਦੇ ਨੇ ਵਿਦ ਫਿਊ ਐਕਸੈਪਸ਼ਨਸ, ਠੀਕ ਹੈ। ਡਿਵੈਲਪਮੈਂਟ ਇਹਨਾਂ ਵਿੱਚ ਡਾਇਰੈਕਟ ਹੁੰਦੀ ਹੈ। ਓਵੀਪੈਰਸ ਹੈਗਾ ornithorhynchus ਓਵੀਪੈਰਸ, ਮਤਲਬ ਐਗਲਿੰਗ ਮੈਮਲ, ਠੀਕ ਹੈ। ਪਲੈਟੀਪਸ ਇਹਨੂੰ ਕਿਹਾ ਜਾਂਦਾ ਹੈਗਾ। ਪਲੈਟੀਪਸ ਇਜ਼ ਦ ਕਾਮਨ ਨੇਮ ਆਫ ornithorhynchus which is oviparous, or you can say egg-laying mammal। and viviparous the examples macrobus, kangaroo, pteropus, flying fox, camelus camel, macaca monkey, ratus rat, canis dog, phallus cat, elephant, aquus horse, delphinus common dolphin, belleptera bluegill,
Panthera tigris tiger and Panthera leo lion. Oh, so we have the photos with us. Ornithorhynchus macropus kangaroo. This is the Pterobus flying fox, and this is the Palamiptero blue whale. So summary, basic fundamental features है जिनमें level of organization से multicellular ਇਹ ਕੀ ਹੈ, ਇਹਨਾਂ ਦੇ ਉੱਪਰ ਆਪਾਂ ਕੀ ਹੈ broadly classify ਕਰਦੇ ਹਾਂ animal kingdom ਨੂੰ, and fundamental features ਤੋਂ ਇਲਾਵਾ ਇਹਨਾਂ ਦੇ ਵਿੱਚ ਕੁਝ ਹੋਰ distinctive features ਵੀ ਦੇਖਣ ਨੂੰ ਮਿਲਦੇ ਨੇ ਜਿਹੜੇ ਕਿ specific ਹੁੰਦੇ ਨੇ for the each phyla or the each class. And ਪੋਲੀਫੇਰਾ ਦੀ ਗੱਲ ਕਰੀਏ, ਮਲਟੀਸੈਲੂਲਰ ਐਨੀਮਲਸ ਹੁੰਦੇ ਨੇ ਜਿਹਨਾਂ ਕੋਲ ਸੈਲੂਲਰ ਆਰਗੇਨਾਈਜੇਸ਼ਨ ਹੁੰਦੀ ਆ, ਅਤੇ ਇਹ ਇਹਨਾਂ ਦੇ ਕੋਲ ਕਰੈਕਟਰਿਸਟਿਕ ਫਲੈਜੂਲੇਟਡ ਕੋਆਨੋਸਾਈਟਸ ਹੁੰਦੇ ਨੇ, ਠੀਕ ਹੈ। ਸਿਲੈਂਟਰੇਟਸ ਜਿਹੜੇ ਹੁੰਦੇ ਆ ਉਹ ਉਹਨਾਂ ਦੇ ਕੋਲ ਟੈਂਟੀਕਲਸ ਜਾਂ ਟੈਂਟੀਕਲਸ ਦੇ ਬੋਡੀ ਦੇ ਉੱਪਰ ਨਾਈਡੋਬਲਾਸਟ ਪ੍ਰੈਜ਼ੈਂਟ ਹੁੰਦੇ ਨੇ। ਮੋਸਟਲੀ ਐਕੁਆਟਿਕ ਹੁੰਦੇ ਨੇ, ਸੈਲ ਹੁੰਦੇ ਨੇ, ਫ੍ਰੀ ਫਲੋਟਿੰਗ ਵੀ ਹੋ ਸਕਦੇ ਨੇ, ਠੀਕ ਹੈ। ਸੈਲ ਵੀ ਹੋ ਸਕਦੇ ਨੇ, ਫ੍ਰੀ ਸਵਿਮਿੰਗ ਵੀ ਹੋ ਸਕਦੇ ਨੇ। ਟੀਨੋਫੋਰ ਜਿਹੜੇ ਉਹ ਮੈਰਾਈਨ ਐਨੀਮਲਸ ਹੁੰਦੇ ਨੇ, ਮੈਰਾਈਨ ਹੈਬਿਟੇਟਸ ਦੇ ਵਿੱਚ ਰਹਿੰਦੇ ਨੇ, ਕੰਪਲੀਟਸ ਹੁੰਦੇ ਨੇ ਉਹਨਾਂ ਦੇ ਕੋਲ। ਪਲੇਟੀ ਹੈਲਮਿਟਸ ਦੇ ਕੋਲ ਫਲੈਟ ਬੋਡੀ ਹੁੰਦੀ ਹੈ ਅਤੇ ਬਾਇਲੇਟਰਲ ਸਿਮੈਟਰੀ ਹੁੰਦੀ ਹੈ। ਪੈਰਾਸਾਈਟਿਕ ਫਾਰਮ ਜਿਹੜੇ ਉਹਨਾਂ ਦੇ ਕੋਲ ਡਿਸਟਿੰਕਟ ਸਰਕਲਸ ਤੇ ਹੁਕਸ ਹੁੰਦੇ ਨੇ। ਐਸਕੇ ਹੈਲਮਿਟ ਜਿਹੜੇ ਆ ਉਹ ਸਿਊਰੋਸੈਲੇਮੇਟਸ ਹੁੰਦੇ ਨੇ ਅਤੇ ਪੈਰਾਸਾਈਟਿਕ ਤੇ ਨੋਨ ਪੈਰਾਸਾਈਟਿਕ ਰਾਊਂਡ ਵਾਰਮਸ ਹੁੰਦੇ ਨੇ ਇਹਨਾਂ ਦੇ ਵਿੱਚ। ਆਰਲੇਟਸ ਮੈਟਾਮੈਰਿਕਲੀ ਸੈਗਮੈਂਟਡ ਹੁੰਦੇ ਨੇ। ਟਰੂਸੈਲੋਮ ਇਹਨਾਂ ਦੇ ਵਿੱਚ ਹੁੰਦਾ। ਆਰਥਰੋਪੋਡਸ ਜਿਹੜੇ ਮੋਸਟ ਅਬੰਡੈਂਟ ਆਰਗੈਨਿਜ਼ਮਸ ਨੇ, ਠੀਕ ਹੈ। ਅਤੇ ਇਹਨਾਂ ਦੇ ਕੋਲ ਜੌਇੰਟਡ ਅਪੈਂਡੇਜਸ ਪ੍ਰੈਜ਼ੈਂਟ ਹੁੰਦੇ ਨੇ। ਮੋਲਸਕਸ ਦੇ ਕੋਲ ਸੌਫਟ ਬੋਡੀ ਹੁੰਦੀ ਹੈ ਜਿਹੜੀ ਕਿ ਕਵਰ ਹੁੰਦੀ ਹੈ ਬਾਈ ਦ ਐਕਸਟਰਨਲ ਕੈਲਕਾਰੀਅਸ ਸ਼ੈਲ। ਜਿਹੜੀ ਬੋਡੀ ਹੈ ਇਹਨਾਂ ਦੇ ਐਕਸਟਰਨਲ ਸਕੈਲੇਟਨ ਦੇ ਨਾਲ ਕਵਰ ਹੁੰਦੀ ਹੈ ਜਿਹੜੇ ਕਿ ਕਾਈਟਿਨ ਦਾ ਬਣਿਆ ਹੁੰਦਾ। ਓਕੇ, ਆਹ ਲਾਈਨ ਨਹੀਂ ਦਿੱਤੀ ਹੋਈ ਸੀ, ਠੀਕ ਹੈ, ਇਹ ਲਾਈਨ ਮਾਰਕ ਲੈਣਾ। ਦ ਬੋਡੀ ਇਜ਼ ਕਵਰਡ ਵਿਦ ਐਕਸਟਰਨਲ ਸਕੈਲੇਟਨ ਆਫ ਕਾਈਟਿਨ ਇਨ ਦ ਮੋਲਸਕਸ। ਇਕਾਨੋਡਰਮਸ ਜਿਹੜੇ ਆ ਸਪਾਈਨੀ ਸਕਿਨ ਹੁੰਦੀ ਹੈ ਉਹਨਾਂ ਦੇ। ਮੋਸਟ ਡਿਸਟਿੰਕਟਿਵ ਫੀਚਰ ਇਹਨਾਂ ਦਾ ਵਾਟਰ ਵੈਸਕੂਲਰ ਸਿਸਟਮ ਹੁੰਦਾ ਗਾ, ਠੀਕ ਹੈ, ਕਦੇ ਵਿੱਚ ਹੈਲਪ ਕਰਦਾ ਕੈਪਚਰ ਐਂਡ ਟ੍ਰਾਂਸਪੋਰਟ ਆਫ ਫੂਡ ਐਂਡ ਰਿਸਪੀਰੇਸ਼ਨ, ਠੀਕ ਹੈ। ਅਲੱਗ ਅਲੱਗ ਇਹਨਾਂ ਦੇ ਫੰਕਸ਼ਨਸ ਨੇ, ਲੋਕੋਮੋਸ਼ਨ, ਠੀਕ ਹੈ। ਹੈਮੀਕੋਡਸ ਜਿਹੜੇ ਸਮਾਲ ਗਰੁੱਪ ਫਾਰਮ ਲਾਈਕ ਮੈਰਾਈਨ ਐਨੀਮਲਸ ਹੁੰਦੇ ਆ। ਇਹਨਾਂ ਦੇ ਕੋਲ ਸਿਲੈਂਡਰੀਕਲ ਬੋਡੀ ਹੁੰਦੀ ਹੈ, ਪ੍ਰੋਬਸਕਿਸ ਕਾਲਰ ਅਤੇ ਟੰਗ ਦੇ ਬੋਡੀ ਪਾਰਟਸ ਹੁੰਦੇ ਨੇ। ਜਿਹੜਾ ਫਾਈਲਮ ਕੋਡੇਟਾ ਉਹਦੇ ਵਿੱਚ ਐਨੀਮਲਸ ਹੁੰਦੇ ਜਿਹਦੇ ਕੋਲ ਨੋਟੋਕੋਡ ਹੁੰਦੀ ਆ ਜਾਂ ਥਰੂਆਊਟ ਲਾਈਫ ਜਾਂ ਫਿਰ ਡਿਊਰਿੰਗ ਅਰਲੀ ਐਮਬ੍ਰੋਨਿਕ ਲਾਈਫ, ਠੀਕ ਹੈ। ਹੋਰ ਕਾਮਨ ਫੀਚਰ ਜਿਹੜੇ ਆ ਕੋਡੇਟਸ ਦੇ ਦੇਖਣ ਨੂੰ ਮਿਲਦੇ ਨੇ, ਡੋਰਸਲ ਹੋਲੋ ਨਰਵ ਕੋਡ ਐਂਡ ਪੇਅਰਡ ਫੈਰੰਜੀਅਲ ਗਿਲਸਟਸ। ਕੁਝ ਵਰਟੀਬ੍ਰੇਟਸ ਜਿਹੜੇ ਆ ਜੌਸ ਨਹੀਂ ਹੁੰਦੇ, ਜਿਹਨਾਂ ਉਹਨਾਂ ਨੂੰ ਐਗਨੈਥਾ ਕਹਿੰਦੇ ਅਤੇ ਮੋਸਟ ਆਫ ਦੈਮ ਕੋਲ ਜੌਸ ਹੁੰਦੇ, ਉਹਨਾਂ ਨੂੰ ਗਨੈਥੋਸਟੋਮਾਟਾ ਕਹਿੰਦਾ ਹੈ। ਐਗਨੈਥਾ ਕੀ ਆ ਕਲਾਸ ਸਾਈਕਲੋਸਟੋਮਾਟਾ ਐਗਨੈਥਾ ਨੂੰ ਰਿਪਰੈਜ਼ੈਂਟ ਕਰਦੀ ਆ। ਇਹ ਮੋਸਟ ਪ੍ਰਿਮਿਟਿਵ ਕੋਆਰਡੀਨੇਟਸ ਨੇ ਅਤੇ ਐਕਟੋਪੈਰਾਸਾਈਟਸ ਹੁੰਦੇ ਨੇ ਫਿਸ਼ਿਸ ਦੇ ਉੱਪਰ। ਗਨੈਥੋਸਟੋਮਾਟਾ ਦੇ ਵਿੱਚ ਦੋ ਸੁਪਰ ਕਲਾਸਿਸ ਹੁੰਦੀਆਂ ਨੇ, ਪਾਈਸਿਸ ਅਤੇ ਟੈਟਰਾਪੋਡਾ। ਕਲਾਸ ਕੌਂਡ੍ਰਿਚਟਾਈਜ਼ ਅਤੇ ਆਸਟ੍ਰਿਚਟਾਈਜ਼ ਦੇ ਕੋਲ ਫਿਨਸ ਅਤੇ ਕੌਂਡ੍ਰਿਚਟਾਈਜ਼ ਅਤੇ ਆਸਟ੍ਰਿਚਟਾਈਜ਼ ਜਿਹੜੀ ਕਲਾਸਿਸ ਨੇ ਉਹ ਪਾਈਸਿਸ ਦੇ ਵਿੱਚ ਆਉਂਦੀਆਂ ਨੇ, ਜਿਹਨਾਂ ਦੇ ਕੋਲ ਲੋਕੋਮੋਸ਼ਨ ਦੇ ਲਈ ਫਿਨਸ ਹੁੰਦੇ ਨੇ, ਠੀਕ ਹੈ। ਐਂਡ ਜਿਹੜੇ ਕੌਂਡ੍ਰਿਚਟਾਈਜ਼ ਹੁੰਦੇ ਨੇ ਉਹ ਕੀ ਆ, ਉਹਨਾਂ ਦੇ ਕੋਲ ਕਾਰਟਿਲੇਜੀਨੀਅਸ ਐਂਡੋਸਕੈਲੇਟਨ ਹੁੰਦਾ ਗਾ ਅਤੇ ਇਹ ਮੈਰਾਈਨ ਹੁੰਦੇ ਨੇ, ਠੀਕ ਹੈ। ਜਿਹੜੇ ਕਲਾਸਿਸ ਐਮਫੀਬੀਆ, ਰੈਪਟੀਲੀਆ, ਏਸ ਅਤੇ ਮੈਮੀਲੀਆ ਹੋ ਗਏ, ਇਹਨਾਂ ਦੇ ਕੋਲ 2 ਪੇਅਰ ਆਫ ਲਿੰਬਸ ਹੁੰਦੇ ਨੇ, ਤਾਂ ਕਰਕੇ ਇਹਨਾਂ ਨੂੰ ਕੀ ਆ ਟੈਟਰਾਪੋਡਾ ਦੇ ਅੰਦਰ ਆਪਾਂ ਕਲਾਸੀਫਾਈ ਕਰਦੇ ਹਾਂ। ਜਿਹੜੇ ਐਮਫੀਬੀਅਨਸ ਹੁੰਦੇ ਨੇ ਉਹ ਅਡੈਪਟ ਕਰ ਸਕਦੇ ਨੇ, ਉਹ ਅਡੈਪਟਡ ਨੇ ਟੂ ਲਿਵ ਇਨ ਬੋਥ ਲੈਂਡ ਐਂਡ ਵਾਟਰ, ਠੀਕ ਹੈ। ਰੈਪਟਾਈਲਸ ਜਿਹੜੇ ਆ ਉਹਨਾਂ ਦੇ ਕੋਲ ਕੀ ਹੁੰਦਾ ਹੈਗਾ, they have the presence of dry and cornified skin and creeping and crawling mode of locomotion. limbs ਜਿਹੜੇ ਆ ਸਨੇਕਸ ਦੇ ਵਿੱਚ ਐਬਸੈਂਟ ਹੁੰਦੇ ਨੇ। ਫਿਸ਼ਿਸ ਐਮਫੀਬੀਅਨਸ ਅਤੇ ਰਿਪਟਾਈਲਸ ਜਿਹੜੇ ਉਹ ਪਰਕਲੋਥਰਮਸ ਹੁੰਦੇ ਨੇ, ਮਤਲਬ ਕੋਲਡ ਬਲੱਡਡ ਹੁੰਦੇ ਨੇ, ਆਪਣੀ ਬੋਡੀ ਟੈਂਪਰੇਚਰ ਰੈਗੂਲੇਟ ਨਹੀਂ ਕਰ ਸਕਦੇ। ਏਵਸ ਵਾਰਮ ਬਲੱਡਡ ਹੁੰਦੇ ਨੇ ਅਤੇ ਉਹਨਾਂ ਦੇ ਕੋਲ ਫੈਦਰਸ ਹੁੰਦੇ ਨੇ ਬੋਡੀ ਦੇ ਉੱਪਰ, ਠੀਕ ਹੈ। 4 ਲਿੰਬਸ ਜਿਹੜੀ ਉਹਨਾਂ ਦੀ ਵਿੰਗਸ ਦੇ ਵਿੱਚ ਮੋਡੀਫਾਈ ਹੋ ਜਾਂਦੀਆਂ ਨੇ, ਫਲਾਈਂਗ ਦੇ ਲਈ ਉਹ ਯੂਜ਼ ਕਰਦੇ ਨੇ। ਜਿਹੜੇ ਹੈਂਡ ਲਿੰਬਸ ਹੁੰਦੇ ਨੇ ਉਹ ਵੈਲ ਅਡੈਪਟਡ ਹੁੰਦੇ ਨੇ walking, swimming, perching, clasping ਦੇ ਲਈ। ਯੂਨੀਕ ਫੀਚਰਸ ਜਿਹੜੇ ਮੈਮਲਸ ਦੇ ਕੀ ਆ, ਪ੍ਰੈਜ਼ੈਂਸ ਆਫ ਦ ਮੈਮਰੀ ਗਲੈਂਡ ਐਂਡ ਦ ਹੇਅਰ ਔਨ ਦ ਸਕਿਨ, ਅਤੇ ਕਾਮਨਲੀ ਇਹ ਵੀ ਪੈਰਿਟੀ ਐਗਜ਼ਿਬਿਟ ਕਰਦੇ ਨੇ ਵਿਦ ਸਮ ਐਕਸੈਪਸ਼ਨਸ।